साध संगत जीओ सज जाओ प्रेम नाल गुरु साहिब जी की लड़ीवार कथा श्रवण करो जी। सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। चक्र चिहन अर बरन जात अर पात नहन जिह रूप रंग अर रेख पेख को कह ना सकत किह। अचल मूरत अनभव प्रकाश अमित तोज कहजै कोट इंद्र इंद्राण साहि सहाण गणिजै। त्रिभुवन महीप सुर नर असुर नेत नेत बन तृण कहत। सर्ब नाम कथ कवन कर्म नाम वर्णत सुमत। शत्रतारी क्षत्रिपत शैल रूप शेतनाथ शौणी कर छाया बर क्षत्रिपत गाइया। बेसनाथ विश्वंपर वेदनाथ बाला कर। बाजीगर बान तारी बंधन बताइया। न्योली कर्म दूधा तारी विद्या तार ब्रह्मचारी। ध्यान को लगावै नैख ध्यान हूँ न पाइया। राजन के राजा महाराजन के महाराजा ऐसो राज छोड़ और दूजा कौन ध्याइया। तुम हो सब राजन के राजा आपे आप गरीब निवाजा। दास जान कर कृपा करो मुहे हार परा मैं आन द्वार तुहे। जाको हारे रंग लागो इस जुग मह सो कहियत है सूरा।
आत्म जिण सगल वस ताकै जाका सतगुर पूरा। ठाकुर गाइए आत्म रंग सरणी पावन नाम ध्यावन सहज समावन संग रहाओ। जान के चरण वसहे मेरा हियर संग पनीता देही। जानकी तूर देहो कृपा निध नानक कै सुख एही। अम्य दृष्ट शुभ कर हर अग पाप सकल मल। काम क्रोध अर लोभ मोह वास कर सब बल। सदा सुख मन वस दुख संसार खोआ। गुर नव निध दरियाओ जन्म हम कालख तोऐ। सो कहो टल गुर सेवियै अहनिस सहज सुभाए। दर्शन परसै गुरु कै जन्म मरण दुख जाए। तरण गगन नव खंड मह जोत स्वरूपी रहयो पर। पान मथुरा कश भेद नहीं गुर अर्जुन पर तख हर। मूक उच्चर शास्त्र खट पिंग गिरन चढ़ जाई। अंध लख बदरो सुन जो काल कृपा कराए। अंध लख बदरो सुन जो काल कृपा कराए। सतनाम श्री वाहिगुरु साहिब जी। सलोक आद सच जुगाद सच है भे सच। नानक होसी भे सच। आद सच जुगाद सच है भे सच। नानक होसी भे सच। अष्टपदी चरण सत सत परसनहार। पूजा सत सत सेवदार। दर्शन सत सत पेखनहार। नाम सत सत ध्यावनहार। आपे सत सत सब धारी। आपे गुणकारी। शब्द सत सत प्रभ भक्ता। सुरत सत सत जस सुनता। बूझनहार कौ सत सब होए। नानक सत सत प्रभ सोए। बूझनहार कौ सत सब होए। नानक सत
ਸਤ ਪ੍ਰਭ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ, ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਵਾਲੀਏ ਕੁਲ ਆਲਮ, ਨੂਰੇ ਕਾਇਨਾਤ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਮੈਂ ਆਪਣਾ ਸੁਤ ਤੋਹੇ ਨਿਵਾਜਾ ਦੀ ਉਪਾਧੀ ਲੈ ਕਰਕੇ ਸ੍ਰਿਸ਼ਟੀ ਦੇ ਉੱਪਰ ਪ੍ਰਗਟ ਹੋਣ ਵਾਲੇ ਜਗਤ ਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਦਇਆ ਦੇ ਸਾਗਰ, ਬ੍ਰਹਮ ਗਿਆਨ ਦੇ ਸੂਰਜ, ਨੀਲੇ ਦੇ ਸ਼ਾਹ ਅਸਵਾਰ, ਸ਼ਮਸ਼ੇਰ ਬਹਾਦਰ, ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਆਪੇ ਗੁਰਚੇਲਾ, ਸਰਬੰਸ ਦਾਨੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਆਪਣੀਆਂ ਸੰਗਤਾਂ ਦੇ ਉੱਪਰ ਅਪਾਰ ਨਦਰੇ ਅਨਾਇਤ ਕਰਦਿਆਂ ਹੋਇਆਂ ਆਪਣੇ ਪਾਵਨ ਸੱਚਖੰਡ ਦਰਬਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੇ ਪ੍ਰੇਮੀਆਂ ਨੇ, ਪਿਆਰ ਵਾਲਿਆਂ ਨੇ, ਜਗਿਆਸਾ ਵਾਲਿਆਂ ਨੇ, ਸ਼ਰਧਾ ਭਾਵਨਾ ਇੱਛਾ ਵਾਲਿਆਂ, ਚਾਹਤ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕੇ ਗੁਰ ਚਰਨਾਂ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਪਾਵਨ ਅੰਮ੍ਰਿਤ ਗੁਰਬਾਣੀ ਦੁਆਰਾ ਅੰਮ੍ਰਿਤ ਰਸ ਦੇ ਆਨੰਦ ਨੂੰ ਮਾਣਨਾ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਸੱਚਖੰਡ ਦਰਬਾਰ ਜੀ ਨਿਤ ਦੀ ਮਰਿਆਦਾ ਦੇ ਅਨੁਸਾਰ ਵੇਲਾ ਹੈ ਸਭ ਤੇ ਊਤਮ ਹਰਿ ਕੀ ਕਥਾ ਦੁਆਰਾ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਨੂੰ ਸਰਵਣ ਕਰਨੇ ਦਾ। ਸਾਧ ਸੰਗਤ ਜੀਓ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ। ਰਸਨਾ ਦੀ ਪਵਿੱਤਰਤਾ ਅਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਨਾਮ ਪਿਆਰ ਦੇ ਨਾਲ ਮੁਖ ਦੇ ਵਿੱਚ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਆਦਿ ਸੱਚ ਜੁਗਾਦ ਸੱਚ। ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ, ਨਿਰੰਕਾਰ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਜੀ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਗੁਰਬਾਣੀ ਸੁਖਾਂ ਦੀ ਮਨੀ ਸੁਖਮਨੀ ਸਾਹਿਬ ਜੀ ਦੇ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਦਾ ਸੰਖੇਪ ਰੂਪ ਦੇ ਵਿੱਚ ਸਲੋਕ ਦੇ ਵਿੱਚ ਤੇ ਅਸ਼ਟਪਦੀ ਦੇ ਵਿੱਚ ਉਸ ਦਾ ਵਿਸਥਾਰ ਕਰਕੇ ਵਰਣਨ ਕਰ ਰਹੇ ਨੇ। ਸਾਧ ਸੰਗਤ ਜੀਓ, ਕੱਲ ਦੇ ਦੀਵਾਨ ਦੇ ਅੰਦਰ ਕੱਲ ਤੱਕ ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ ਤੱਕ ਕਥਾ ਵਿਚਾਰ ਸਰਵਣ ਕੀਤੀ ਸੀ ਕਿ ਜੋ ਸਾਧ ਸੰਗਤ ਦੇ ਨਾਲ ਮਿਲ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾ ਰੂਪ ਬਾਣੀ ਨੂੰ ਕੀਰਤਨ ਰੂਪ ਦੇ ਵਿੱਚ ਗਾਇਨ ਕਰਦੇ ਨੇ ਅਥਵਾ ਗੁਣ ਗਾਉਂਦੇ ਨੇ ਤੇ ਕੀਰਤਨ ਦੁਆਰਾ ਵੀ ਗਾਇਨ ਕਰਦੇ ਨੇ, ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਫਲ ਰੂਪ ਦੇ ਵਿੱਚ ਪ੍ਰਾਪਤ ਕਰ ਲੈਂਦੇ ਨੇ। ਸਾਧ ਸੰਗਤ ਜੀ, ਇੱਥੇ ਤੱਕ 16 ਅਸ਼ਟਪਦੀਆਂ ਸੰਪੰਨ ਹੋਈਆਂ। ਇਥੋਂ ਅੱਗੇ ਜੋ 17ਵਾਂ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ, ਆਦਿ ਦੇ ਸੱਚ ਜੁਗਾਦ ਦੇ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਇਸ ਦੇ ਨਾਲ ਦੋ ਤਰ੍ਹਾਂ ਦੀਆਂ ਉਥਾਨਕਾਂ ਜੁੜੀਆਂ ਹੋਈਆਂ ਨੇ। ਤਵਾ ਰੇਖ ਗੁਰੂ ਖਾਲਸਾ ਦੇ ਅੰਦਰ ਬਚਨ ਆਉਂਦਾ ਹੈ ਕਿ ਜਿਸ ਵੇਲੇ ਇਥੋਂ ਤੱਕ ਸਤਿਗੁਰੂ ਜੀ ਨੇ ਬਾਣੀ ਰਚ ਲਈ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਜੀ ਬਾਠ ਸਾਹਿਬ ਦੇ ਵਿੱਚ ਨਿਵਾਸ ਕਰਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਠ ਸਾਹਿਬ ਦਰਸ਼ਨ ਕਰਨ ਵਾਸਤੇ ਪੁੱਜੇ ਨੇ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਪੁੱਛਣ ਤੇ ਦੱਸਣਾ ਕੀਤਾ, ਸੁਖਮਨੀ ਸਾਹਿਬ ਜੀ ਦੀ ਬਾਣੀ ਰਚ ਰਹੇ ਆ, 16 ਅਸ਼ਟਪਦੀਆਂ ਉਚਾਰੀਆਂ ਨੇ, ਇਸ ਤੋਂ ਅੱਗੇ ਤੁਸੀਂ ਗੁਰਬਾਣੀ ਉਚਾਰਨ ਕਰਕੇ ਤੇ 24 ਅਸ਼ਟਪਦੀਆਂ ਪੂਰੀਆਂ ਕਰੋ,
ਜਿਸ ਦੇ ਨਾਲ ਜੀਵ ਦੇ ਰਾਤ ਦਿਨ ਦੀ ਸੰਗਿਆ ਕਰਕੇ ਸਰੀਰ ਚੋਂ ਨਿਕਲਣੇ ਵਾਲੇ 24,000 ਸਵਾਸ ਸਫਲੇ ਹੋ ਜਾਇਆ ਕਰਨ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਕਹਿਣਾ ਕੀਤਾ ਗਰੀਬ ਨਿਵਾਜ ਸਾਹਿਬ ਜੀ ਨੂੰ ਕਿ ਗੁਰਬਾਣੀ ਆਪ ਜੀ ਰਚਨਾ ਕਰੋ, ਗੁਰੂ ਹੋਣ ਕਰਕੇ ਇਹ ਆਪ ਜੀ ਦਾ ਅਧਿਕਾਰ ਹੈ। ਸਾਡੇ ਪਿਤਾ ਸਤਿਗੁਰੂ ਜੀ ਦੇ ਸਥਾਨ ਤੇ ਗੁਰੂ ਆਪ ਜੀ ਹੋ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੁਬਾਰਾ ਬਚਨ ਕਰਨਾ ਕੀਤਾ ਸਾਡੀ ਪ੍ਰਸੰਨਤਾ ਅਤਿਅੰਤ ਹੋਵੇਗੀ ਜੇਕਰ ਤੁਸੀਂ ਬਾਣੀ ਰਚਨਾ ਕਰੋ ਤਾਂ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਸਤਿਗੁਰੂ ਜੀ ਅਸੀਂ ਗੁਰੂ ਪਦ ਦੇ ਅਧਿਕਾਰੀ ਨਾ ਹੋਣ ਦੇ ਕਾਰਨ ਗੁਰਬਾਣੀ ਰਚਨੇ ਦੀ ਅਸੀਂ ਪਦਵੀ ਤੇ ਨਹੀਂ ਰੱਖਦੇ, ਅਧਿਕਾਰ ਤੇ ਨਹੀਂ ਰੱਖਦੇ, ਪਰ ਆਪ ਜੀ ਦਾ ਬਚਨ ਮੰਨ ਕਰਕੇ ਪਿਤਾ ਸਤਿਗੁਰੂ ਜੀ ਦੇ ਸ਼ਲੋਕ ਨੂੰ ਹੀ ਉਚਾਰਦੇ ਹਾਂ। ਇਸ ਪ੍ਰਕਾਰ ਆਦਿ ਦੇ ਸੱਚ, ਜੁਗਾਦ ਦੇ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਭੀ ਸੱਚ ਨੂੰ ਭੇ ਸੱਚ, ਬਿਹਾਰੀ ਨੂੰ ਸਿਹਾਰੀ ਉਚਾਰਿਆ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਦੂਸਰੀ ਉਥਾਨਕਾ ਇਹ ਆਉਂਦੀ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਰਾਮਸਰ ਸਾਹਿਬ ਸਰੋਵਰ ਦੇ ਕਿਨਾਰੇ ਤੇ ਜਿਸ ਜਗ੍ਹਾ ਤੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ, ਬੇਰੀ ਦੇ ਥੱਲੇ ਬੈਠੇ ਹੋਏ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਗੁਰਬਾਣੀ ਲਿਖਵਾ ਰਹੇ ਨੇ। ਤੇ 16 ਅਸ਼ਟਪਦੀਆਂ ਦੀ ਜਦੋਂ ਰਚਨਾ ਹੋ ਗਈ ਹੈ ਤੇ ਮਨ ਦੀ ਮੌਜ ਦੇ ਅਨੁਸਾਰ ਵਿਚਰਦੇ ਹੋਏ ਬਾਬਾ ਸ੍ਰੀ ਚੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪੁੱਜੇ ਨੇ, ਸਤਿਗੁਰੂ ਜੀ ਦੇ ਕੋਲ ਪੁੱਜੇ ਨੇ। ਤੇ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉੱਠ ਕਰਕੇ ਆਪ ਜੀ ਦਾ ਅਤਿਅੰਤ ਸਨਮਾਨ ਕੀਤਾ, ਗੁਰੂ ਸਪੁੱਤਰ ਜਾਣ ਕਰਕੇ ਆਪਣੇ ਸੋਹਣੇ ਆਸਣ ਦੇ ਉੱਪਰ ਬਿਠਾਇਆ ਹੈ ਤੇ ਬਚਨ ਕਰਨਾ ਕੀਤਾ ਜੀ ਬੜੀ ਕਿਰਪਾਲਤਾ ਕੀਤੀ ਆ ਕਰਕੇ ਦਰਸ਼ਨ ਬਖਸ਼ੇ ਨੇ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਪੁੱਛਣਾ ਕਰਦੇ ਨੇ ਆਪ ਜੀ ਇਸ ਵੇਲੇ ਕੀ ਕਾਰਜ ਕਰ ਰਹੇ ਹੋ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਹੈ ਜੀਵਾਂ ਦੀ ਕਲਿਆਣ ਦੇ ਵਾਸਤੇ ਸੁੱਖਾਂ ਦੀ ਮਨੀ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਉਚਾਰ ਰਹੇ ਆ। 16 ਅਸ਼ਟਪਦੀਆਂ ਉਚਾਰ ਲਈਆਂ ਨੇ, 8 ਅਜੇ ਬਾਕੀ ਨੇ, ਅੱਗੇ ਆਪ ਜੀ ਗੁਰਬਾਣੀ ਰਚੋ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਫਿਰ ਬਚਨ ਕਰਨਾ ਕੀਤਾ ਸਤਿਗੁਰੂ ਜੀ ਸਾਡੇ ਪਿਤਾ ਸਤਿਗੁਰੂ ਜੀ ਦੇ ਸਥਾਨ ਤੇ ਗੁਰਤਾ ਗੱਦੀ ਤੇ ਆਪ ਜੀ ਸੁਭਾਏਮਾਨ ਹੋ, ਆਪ ਜੀ ਦਾ ਅਧਿਕਾਰ ਹੈ, ਆਪ ਜੀ ਗੁਰਬਾਣੀ ਰਚਨੇ ਦੇ ਸਮਰੱਥ ਹੋ। ਸਾਨੂੰ ਗੁਰੂ ਪਦ ਪ੍ਰਾਪਤ ਨਹੀਂ, ਇਸ ਕਰਕੇ ਗੁਰਬਾਣੀ ਰਚਨੇ ਦੇ ਅਸੀਂ ਅਧਿਕਾਰੀ ਨਹੀਂ। ਜਦੋਂ ਸਤਿਗੁਰੂ ਜੀ ਨੇ ਫਿਰ ਦੁਬਾਰਾ ਬਚਨ ਕੀਤਾ ਕਿ ਸਾਡੀ ਪ੍ਰਸੰਨਤਾ ਵਾਸਤੇ ਰਚੋ ਤੇ ਕਹਿਣ ਲੱਗੇ ਫਿਰ ਪਿਤਾ ਸਤਿਗੁਰੂ ਜੀ ਦਾ ਸ਼ਲੋਕ ਸਾਨੂੰ ਆਉਂਦਾ ਉਹੀਓ ਸੁਣਾ ਦਿੰਨੇ ਆ। ਸਤਿਗੁਰੂ ਜੀ ਨੇ ਬਚਨ ਕੀਤਾ ਫਿਰ ਉਹੀ ਸੁਣਾ ਦਿਓ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਫਿਰ ਇਹ ਜਿਹੜਾ ਸ਼ਲੋਕ ਸੀ ਆਦਿ ਦੇ ਸੱਚ, ਜੁਗਾਦ ਦੇ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਉਚਾਰਨਾ ਕੀਤਾ। ਪਿਤਾ ਸਤਿਗੁਰੂ ਜੀ ਦੇ ਸ਼ਲੋਕ ਤੋਂ ਭੀ ਤੋਂ ਭੇ ਕਹਿ ਲਈਏ ਕਿ ਪਛਾਣ ਮਾਤਰ ਵਾਸਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਇਸ ਪ੍ਰਕਾਰ ਉਚਾਰਨਾ ਕੀਤਾ ਹੈ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਆਪ ਆਪਣੇ ਮੁਖਾਰ ਬਿੰਦ ਚੋਂ ਇਵੇਂ ਹੀ ਉਚਾਰ ਕਰਕੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਤੇ ਅੱਗੇ ਗੁਰਬਾਣੀ ਰਚੀ ਹੈ। ਇਹ ਦੋਵੇਂ ਉਥਾਨਕਾਂ ਇਸ ਸ਼ਲੋਕ ਦੇ ਨਾਲ ਜੁੜੀਆਂ ਹੋਈਆਂ ਨੇ, ਇਸ ਕਰਕੇ ਇਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਸੀ। ਪਰ ਇਸੇ ਪ੍ਰਕਾਰ ਸੰਪਰਦਾ ਦੇ ਅਨੁਸਾਰ ਜੋ ਸੀਨੇ ਬਸੀਨੇ ਮਰਿਆਦਾ ਚਲੀ ਆਉਂਦੀ ਹੈ ਤੇ ਇਸ ਦੇ ਅਨੁਸਾਰ ਸਾਰੀ ਦੀ ਸਾਰੀ ਹੀ ਗੁਰਬਾਣੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਹੀ ਰਚੀ ਹੈ। ਵਾਸਤਵ ਸਰੂਪ ਦੇ ਵਿੱਚ ਜਦੋਂ ਇੱਕ ਸ਼ਬਦ ਗੁਰਬਾਣੀ ਦਾ ਦੁਬਾਰਾ ਆਉਂਦਾ ਨਾ ਤੇ ਕੁਝ ਫਰਕ ਦੇ ਨਾਲ ਹੀ ਆਉਂਦਾ, ਇਹ ਭੇਦ ਸਤਿਗੁਰੂ ਜੀ ਨੇ ਆਪ ਰੱਖੇ ਨੇ। ਜਦੋਂ ਵੀ ਇੱਕ ਸ਼ਬਦ ਦੂਸਰੀ ਵਾਰ ਆਉਂਦਾ ਜਾਂ ਤੀਸਰੀ ਵਾਰ ਆਉਂਦਾ ਤੇ ਉਸ ਦੇ ਵਿੱਚ ਭੇਦ ਹੁੰਦਾ ਹੈ। ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦਾ ਸ਼ਲੋਕ ਸੋਦਰ ਵਾਲਾ ਹੈ ਤੇ ਰਹਿਰਾਸ ਸਾਹਿਬ ਜੀ ਦਾ ਸੋਦਰ ਹੈ, ਦੋਵਾਂ ਦੇ ਵਿੱਚ ਭੇਦ ਹੈ। ਤੀਸਰਾ ਸੋਦਰ ਦਾ ਸ਼ਬਦ ਸਾਧ ਸੰਗਤ ਜੀ ਆਸਾ ਰਾਗ ਦੇ ਅੰਦਰ ਹੈ, ਉਸ ਦੇ ਵਿੱਚ ਵੀ ਭੇਦ ਹੈ। ਇਵੇਂ ਹੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਵਾਲਾ, ਜਿਸ ਵੇਲੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਿੱਖਾਂ ਨੇ ਸਿੱਧਾ ਨੇ ਪੁੱਛਣਾ ਕੀਤਾ ਗਰੀਬ ਨਿਵਾਜ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਰੂਪ ਆਪ ਜੀ ਨੇ ਕੈਸਾ ਜਾਣਿਆ ਹੈ। ਤੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਹੋ ਸ਼ਲੋਕ ਉਚਾਰਨਾ ਕੀਤਾ ਸੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਰ ਉੱਥੇ ਪਾਵਨ ਦੀ ਜਗ੍ਹਾ ਤੇ ਪਾਉਣ ਗੁਰੂ ਹੈ। ਇਸੇ ਪ੍ਰਕਾਰ ਕੈ ਅਤੇ ਕੇ ਦਾ ਵੀ ਭੇਦ ਹੈ। ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਉੱਥੇ ਸ਼ਲੋਕ ਦੇ ਅੰਦਰ ਲਿਖਿਆ ਹੈ। ਇਵੇਂ ਵਾਸਤਵ ਸਰੂਪ ਦੇ ਵਿੱਚ ਹੋਰ ਵੀ ਜਿਹੜੇ ਸ਼ਲੋਕ ਗੁਰਬਾਣੀ ਦੇ ਅੰਦਰ ਦੁਬਾਰਾ ਆਉਂਦੇ ਨੇ ਉਹਨਾਂ ਦੇ ਅੰਦਰ ਭੇਦ ਹੈ। ਇਸ ਪ੍ਰਕਾਰ ਉਥਾਨਕਾਂ ਆਉਂਦੀਆਂ ਨੇ, ਜ਼ਿਕਰ ਕਰਨਾ ਜ਼ਰੂਰੀ ਸੀ। ਪਰ ਵਾਸਤਵ ਰੂਪ ਦੇ ਵਿੱਚ ਕਿਉਂਕਿ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਸਾਰੇ ਪ੍ਰਸੰਗਾਂ ਨੂੰ ਪੜ੍ਹ ਕਰਕੇ ਸਾਰੇ ਪ੍ਰਕਰਨ ਨੂੰ ਦੇਖ ਲਈਏ ਨਾ ਤੇ ਸਾਧ ਸੰਗਤ ਜੀ ਉੱਥੇ ਫਿਰ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਕਾਂਤ ਦੇ ਵਿੱਚ ਰਹਿ ਕਰਕੇ ਗੁਰਬਾਣੀ ਰਚੀ ਹੈ ਤੇ ਉਤਨਾ ਸਮਾਂ ਕਿਤੇ ਵੀ ਗਏ ਨਹੀਂ। ਸਾਲ ਭਰ ਦਾ ਸਮਾਂ ਲੱਗਾ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਉਣ ਨੂੰ। ਤੇ ਸਾਧ ਸੰਗਤ ਜੀ ਇਤਨੇ ਸਮੇਂ ਦੇ ਵਿੱਚ ਕੇਵਲ ਤਾਂ ਕੇਵਲ 2 ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਆਏ ਨੇ। ਇਹ ਜ਼ਿਕਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਆਉਂਦਾ ਹੈ। ਬਾਠ ਸਾਹਿਬ ਜਾਂ ਹੋਰ ਕਿਸੇ ਸਥਾਨ ਤੇ ਪਾਵਨ ਸਰੂਪ ਨੂੰ ਲਿਖਦਿਆਂ ਸੰਪਾਦਨਾ ਕਰਦਿਆਂ ਵਿੱਚੋਂ ਛੱਡ ਕੇ ਚਲੇ ਗਏ ਹੋਣ, ਫਿਰ ਵਾਪਸ ਆਏ। ਇਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਕੋਈ ਜ਼ਿਕਰ ਨਹੀਂ ਆਉਂਦਾ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਵੀ ਪਾਵਨ ਸਰੂਪ ਦੀ ਰਚਨਾ ਕਰਦਿਆਂ ਹੋਇਆਂ ਕਿਸੇ ਪ੍ਰਕਾਰ ਆਉਣ ਦਾ ਜ਼ਿਕਰ ਨਹੀਂ ਆਉਂਦਾ। ਪਰ ਉਹਨਾਂ ਸਾਖੀਆਂ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉੱਪਰ ਅਤਿਅੰਤ ਪ੍ਰਸੰਨ ਹੋ ਕਰਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਆਪ ਜੀ ਦਾ ਦੋਖੀ ਕੋਈ ਨਾ ਰਹੇਗਾ। ਆਪ ਜੀ ਦੀ ਪਾਵਨ ਗੁਰਬਾਣੀ ਦਾ ਪ੍ਰਤਾਪ ਦਿਨੋਂ ਦਿਨ ਦੂਣਾ ਚੌਣਾ ਹੁੰਦਾ, ਵੱਧਦਾ ਹੀ ਰਹੇਗਾ ਤੇ ਜਿਹੜਾ ਵੀ ਪੜ੍ਹੇਗਾ ਤਿਸ ਦੀ ਕਲਿਆਣ ਹੋਵੇਗੀ। ਉਹਨਾਂ ਸਾਖੀਆਂ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ। ਪਰ ਜਿਵੇਂ ਸੰਪਰਦਾਵਾਂ ਦੇ ਅਨੁਸਾਰ ਅਥਵਾ ਸੰਪਰਦਾਇ ਗਿਆਨੀਆਂ ਦੇ ਅਨੁਸਾਰ ਜਿਵੇਂ ਸੀਨੇ ਬਸੀਨੇ ਇਹ ਸਾਰੀ ਮਰਿਆਦਾ ਚਲੀ ਆਉਂਦੀ ਹੈ, ਪ੍ਰਪਾਟੀ ਚਲੀ ਆਉਂਦੀ ਹੈ, ਅੱਗੇ ਤੋਂ ਅੱਗੇ ਦੱਸਦਿਆਂ ਤੇ ਸੁਣਾਉਂਦਿਆਂ ਤੇ ਪੜਾਉਂਦਿਆਂ ਇਹ ਸਾਰੀ ਹੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਚੀ ਏ। ਇਸੇ ਹੀ ਕਰਕੇ ਮਹੱਲਾ 5ਵਾਂ ਦੇ ਸਿਰਲੇਖ ਦੇ ਹੇਠ ਹੀ ਹੈ, ਜਿਵੇਂ ਪਾਵਨ ਗੁਰਬਾਣੀ ਦੇ ਹੋਰ ਸ਼ਬਦ ਮਰਦਾਨਾ ਪਹਿਲਾ ਦੇ ਨਾਮ ਤੇ ਆਉਂਦੇ ਨੇ, ਇਸੇ ਪ੍ਰਕਾਰ ਬਾਬਾ ਸੁੰਦਰ ਜੀ ਦੀ ਬਾਣੀ ਆਉਂਦੀ ਏ, ਸੱਤੇ ਤੇ ਬਲਵੰਡੇ ਜੀ ਦੀ ਆਉਂਦੀ ਏ, ਉਹਨਾਂ ਦੇ ਨਾਮ ਆਉਂਦੇ ਨੇ। ਤੇ ਸਾਧ ਸੰਗਤ ਜੀ ਜਿਸ ਵੇਲੇ ਗੁਰਬਾਣੀ ਦੀ ਇਸੇ ਪ੍ਰਕਾਰ ਰਚਨਾ ਦਾ ਜ਼ਿਕਰ ਆਉਂਦਾ ਹੈ ਤਾਂ ਵੀ ਇਹੀ ਜ਼ਿਕਰ ਆਉਂਦਾ ਕਿ 8 ਗੁਰੂ ਸਾਹਿਬਾਨ ਜੀ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਮੌਜੂਦ ਹੈ। ਪਹਿਲੇ 5 ਗੁਰੂ ਸਾਹਿਬਾਨਾਂ ਜੀ ਦੀ, 6ਵੇਂ ਪਾਤਸ਼ਾਹ ਜੀ ਨੇ 9 ਵਾਰਾਂ ਦੇ ਉੱਪਰ 9 ਧੁਨਾਂ ਚੜਾਈਆਂ ਨੇ। ਬਾਕੀ ਦੀ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇ ਇੱਕ ਸ਼ਲੋਕ ਬਲ ਹੋਵਾ ਬੰਧਨ ਛੁਟੇ ਵਾਲਾ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲਾ। ਇਸ ਪ੍ਰਕਾਰ 8 ਗੁਰੂ ਸਾਹਿਬਾਨ, 4 ਸਿੱਖਾਂ ਤੇ 15 ਭਗਤ, 17 ਭੱਟਾਂ ਦਾ ਹੀ ਜ਼ਿਕਰ ਆਉਂਦਾ ਹੈ। ਉੱਥੇ ਵੀ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਜ਼ਿਕਰ ਨਹੀਂ ਆਉਂਦਾ ਹੈ। ਸੋ ਵਾਸਤਵ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਰੀ ਹੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਆਪ ਰਚੀ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ 16 ਸ਼ਲੋਕ ਅਤੇ ਅਸ਼ਟਪਦੀਆਂ ਤੋਂ ਅੱਗੇ 17ਵਾਂ ਸ਼ਲੋਕ ਤੇ ਸ਼ਲੋਕ ਦਾ ਸਿਧਾਂਤ ਅਸ਼ਟਪਦੀ ਦੇ ਅੰਦਰ ਕਥਨ ਕਰ ਰਹੇ ਹਨ ਜੀ। ਆਦ ਸੱਚ ਜੁਗਾਦ ਸੱਚ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਸਤਵ ਸਰੂਪ ਕਿਹੋ ਜਿਹਾ ਹੈ? ਸਾਹਿਬ ਜੀ ਫਰਮਾਵਣਾ ਕਰਦੇ ਹਨ, ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਆਦਿ ਹੈ, ਆਦ ਤੋਂ ਹੈ। ਜਿਸ ਵੇਲੇ ਅਜੇ ਅਰਬਦ ਨਰਬਦ ਧੁੰਦੂਕਾਰਾ ਸੀ, ਧਰਤੀ ਆਕਾਸ਼ ਪਾਤਾਲ ਸਾਗਰ ਸਮੁੰਦਰ ਤਾਰੇ ਸੂਰਜ ਚੰਦ ਕੁਛ ਵੀ ਨਹੀਂ ਸੀ, ਉਦੋਂ ਆਦ ਸਮੇਂ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੱਚ ਸੀ। ਜੁਗਾਦ ਦੇ ਸੱਚ, ਜਿਸ ਵੇਲੇ ਜੁਗਾਂ ਦੀ ਰਚਨਾ ਹੋਈ ਨਾ ਤਿਸ ਵੇਲੇ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੱਚ ਸਰੂਪ ਹੀ ਸਨ। ਜੁਗਾਦ ਜੁਗ ਆਦ, ਜੁਗਾਂ ਦਾ ਜਿਹੜਾ ਆਦ ਪਹਿਲਾ ਯੁਗ ਸਤਜੁਗ ਹੈ, ਸਤਜੁਗ ਦੇ ਸਮੇਂ ਤੋਂ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੱਚ ਨੇ। ਸਤਜੁਗ ਦੇ ਵਿੱਚ ਵੀ ਸੱਚ ਸੀ। ਇਸੇ ਪ੍ਰਕਾਰ ਤ੍ਰੇਤੇ ਦੁਆਪਰ ਦੇ ਵਿੱਚ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੱਚ ਸਰੂਪ ਸਥਿਰ ਸਰੂਪ ਸਨ। ਹੈ ਭੇ ਸੱਚ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਬਹੁੜੋ ਹੈ, ਭੇ ਭੇ ਤੋਂ ਭਾਵ ਲੈਣਾ ਬਹੁੜੋ, ਬਹੁੜੋ ਹੁਣ ਵੀ ਸੱਚ ਸਰੂਪ ਹਨ ਜੀ। ਨਾਨਕ ਹੋਸੀ ਭੇ ਸੱਚ। ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਹੈ ਭਾਈ ਗੁਰਸਿੱਖੋ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਉਣ ਵਾਲੇ ਸਮੇਂ ਦੇ ਅੰਦਰ ਵੀ ਸਦਾ ਸੱਚ ਸਰੂਪ ਹੋਣਗੇ। ਤਿੰਨਾਂ ਸਮਿਆਂ ਦੇ ਵਿੱਚ ਲੰਘ ਚੁੱਕੇ ਯੁਗਾਂ ਦੇ ਅੰਦਰ, ਮੌਜੂਦਾ ਸਮੇਂ ਦੇ ਅੰਦਰ, ਆਉਣ ਵਾਲੇ ਸਮੇਂ ਦੇ ਅੰਦਰ ਤੇ ਸੱਚ ਸਰੂਪ ਹੀ ਨੇ। ਜਦੋਂ ਕੁਛ ਵੀ ਨਹੀਂ ਸੀ, ਅਜੇ ਸ੍ਰਿਸ਼ਟੀ ਦਾ ਪਾਸਾਰਾ ਵੀ ਨਹੀਂ ਸੀ ਹੋਇਆ, ਵਾਹਿਗੁਰੂ ਜੀ ਉਦੋਂ ਵੀ ਸੱਚ ਸਨ। ਐਵੇਂ ਤ੍ਰੇਈ ਕਾਲ ਆਬਾਦ
ਸਾਰਿਆਂ ਸਮਿਆਂ ਦੇ ਅੰਦਰ ਸੱਚ ਸਰੂਪ ਹੈ ਤਿਸ ਵਾਹਿਗੁਰੂ ਨਿਰੰਕਾਰ ਪਰਮਾਤਮਾ ਜੀ ਦਾ। ਅਸ਼ਟਪਦੀ 8 ਪੌੜੀਆਂ ਵਾਲੇ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਸ਼ਲੋਕ ਦਾ ਵਿਸਥਾਰ ਕਰਦੇ ਹਨ ਜੀ। ਚਰਨ ਸਤ ਸਤ ਪਰ ਸੰਹਾਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੱਚ ਸਰੂਪ ਨੇ, ਤੇ ਇਸ ਸੱਚ ਸਰੂਪ ਵਾਲਿਆਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਵਾਹਿਗੁਰੂ ਜੀ ਦੇ ਪਿਆਰੇ, ਤਿਨਾਂ ਦਾ ਤੇ ਨਿਰੰਕਾਰ ਜੀ ਦਾ ਪਰਸਪਰ ਸੰਬੰਧ ਕਿਹੋ ਜਿਹਾ ਹੈ, ਆਪਸ ਦੇ ਵਿੱਚ ਮੇਲ ਮਿਲਾਪ ਕਿਹੋ ਜਿਹਾ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਹਨ, ਹੈ ਭਲਿਓ ਚਰਨ ਸਤ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਚਰਨ ਜਿਹੜੇ ਨੇ ਸਦਾ ਹੀ ਸੱਚ ਸਰੂਪ ਨੇ। ਸਤ ਪਰਸਨਹਾਰ, ਇਹਨਾਂ ਚਰਨਾਂ ਨੂੰ ਪਰਸਨ ਵਾਲੇ ਵੀ ਸਤ ਸਰੂਪ ਹੀ ਹੋ ਗਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਰਗੁਣ ਸਰੂਪ ਹੋ ਕਰਕੇ ਨਿਰਗੁਣ ਤੋਂ ਨਿਰੰਕਾਰ ਜੀ ਦਾ ਸਰੂਪ ਧਰਤੀ ਦੇ ਉੱਪਰ ਆਏ ਨੇ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਵਾ, ਸਤ ਸਰੂਪ ਚਰਨ ਨੇ। ਦਾਸੀ ਤੁਲਸਾ ਰਸਨਾ ਸ਼ਹਾਦੇਣਾ ਕਰਦੀ ਏ ਤੇ ਤਿੰਨਾਂ ਲੋਕਾਂ ਦੀ ਗਿਆਤਾਵਾਨ ਹੋ ਜਾਂਦੀ ਏ। ਜੰਮਣ ਮਰਨ ਕਟਿਆ ਜਾਂਦਾ ਉਹਨਾਂ ਦਾ, ਜਿਹੜੇ ਸਤਿਗੁਰੂ ਜੀ ਦੇ ਪ੍ਰਤੱਖ ਚਰਨਾਂ ਦੇ ਉੱਪਰ ਨਮਸਕਾਰ ਵੀ ਕਰ ਲੈਂਦੇ ਨੇ ਸ਼ਰਧਾ ਤੇ ਭਾਵਨਾ ਦੇ ਨਾਲ। ਸ਼ਰਧਾ ਤੇ ਭਾਵਨਾ ਦੇ ਨਾਲ ਆ ਕਰਕੇ ਦੀਦਾਰ ਵੀ ਕਰ ਲੈਂਦੇ ਨੇ, ਉਹ ਜਨ ਵੀ ਸਤ ਸਰੂਪ ਹੋ ਜਾਂਦੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਧਿਸ਼ਠਾਨ ਰੂਪ ਜਿਹੜੇ ਚਰਨ ਨੇ ਉਹ ਸਦੀਵ ਕਾਲ ਵਾਸਤੇ ਸੱਚ ਨੇ, ਤੇ ਜਿਹੜੇ ਅਧਿਸ਼ਠਾਨ ਸਰੂਪ ਚਰਨਾਂ ਦਾ ਧਿਆਨ ਹਿਰਦੇ ਦੇ ਅੰਦਰ ਧਾਰਨ ਕਰਦੇ ਨੇ ਉਹ ਵੀ ਸੱਚ ਸਰੂਪ ਹੀ ਹੋ ਜਾਂਦੇ ਨੇ। ਚਿਤ ਚਰਨ ਨਾਮ ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਵਾਧਿਓ ਪਾਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਉਪਦੇਸ਼ ਨੇ ਨਾ, ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਵੀ ਚਰਨ ਸਰੂਪ ਨੇ। ਇਸ ਪ੍ਰਕਾਰ ਉਪਦੇਸ਼ ਰੂਪੀ ਸ਼ਬਦ ਰੂਪੀ ਚਰਨ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੱਚ ਸਰੂਪ ਨੇ, ਤੇ ਜਿਹੜੇ ਇਹਨਾਂ ਸੱਤ ਸਰੂਪ ਚਰਨਾਂ ਦੇ ਨਾਲ ਜੁੜ ਗਏ ਉਹ ਵੀ ਸਦਾ ਸੱਚ ਸਰੂਪ ਹੀ ਹੋ ਜਾਂਦੇ ਹਨ। ਚਰਨ ਸਤ ਸਤ ਪਰਸਨਹਾਰ। ਸਿੱਖੋ ਹਰੀ ਅਕਾਲ ਪੁਰਖ ਵਾਹਿਗੁਰੂ ਤਿੰਨਾਂ ਸਮਿਆਂ ਦੇ ਅੰਦਰ ਸੱਚ ਹੈ ਨਾ, ਤੇ ਇਸ ਦੇ ਚਰਨ ਵੀ ਸੱਚ ਸਰੂਪ ਨੇ। ਤੇ ਜਿਨ੍ਹਾਂ ਨੇ ਚਰਨਾਂ ਨੂੰ ਪਰਸਿਆ ਹੈ, ਜਿਨ੍ਹਾਂ ਨੇ ਚਰਨਾਂ ਨੂੰ ਛੂਹਿਆ ਹੈ, ਜਿਨ੍ਹਾਂ ਨੇ ਚਰਨਾਂ ਨੂੰ ਸਪਰਸ਼ ਕੀਤਾ ਹੈ, ਤਿੰਨਾਂ ਦਾ ਜੰਮਣ ਮਰਨ ਕਟਿਆ ਗਿਆ। ਉਹਨਾਂ ਦੇ ਮੱਥੇ ਦੇ ਜਿਹੜੇ ਲਿਖੇ ਹੋਏ ਪੁੱਠੇ ਲੇਖ ਸਨ ਪੂਰਬਲੇ ਜਨਮਾਂ ਦੀ ਕਿਰਤ ਕਰਕੇ, ਉਹ ਲੇਖ ਵੀ ਜਿਹੜੇ ਸਨ ਸਿੱਧੇ ਹੋ ਗਏ। ਐਸੇ ਪਰਸਨਹਾਰ ਗੁਰ ਚਰਨਾਂ ਦੇ ਨਾਲ ਜਿਹੜੇ ਛੂਹ ਵੀ ਗਏ ਉਹ ਵੀ ਸਤ ਸਰੂਪ ਹੋ ਗਏ, ਦਿਵਯ ਸਰੂਪ ਹੋ ਗਏ। ਪੂਜਾ ਸਤ ਸਤ ਸੇਵਦਾਰ। ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਪੂਜਾ ਕਰਨੀ ਹੈ ਉਹ ਵੀ ਸੱਚ ਸਰੂਪ ਹੈ, ਤੇ ਜਿਹੜੇ ਸੇਵਾਦਾਰ ਹੋ ਕਰਕੇ ਤੇ ਇਸ ਦੀ ਪੂਜਾ ਕਰਦੇ ਨੇ ਉਹ ਵੀ ਸਤ ਸਰੂਪ ਹੈ। ਇਸੇ ਪ੍ਰਕਾਰ ਪ੍ਰਤੱਖ ਤੇ ਪੂਜਾ ਹੈ। ਸਿਮਰਨ ਕਰਨਾ, ਬੰਦਗੀ ਕਰਨਾ ਸਭ ਤੋਂ ਵੱਡੀ ਪੂਜਾ ਹੈ। ਸੇਵਾ ਕੀਜੈ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਜਿਹੜਾ ਨਾਮ ਦਾ ਧਿਆਉਣਾ ਹੈ ਇਹੋ ਹੀ ਪੂਜਾ ਕਰਨੀ ਹੈ। ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਇਹੋ ਹੀ ਪੂਜਾ ਕਰਨਾ ਕਰੋ, ਨਾਮ ਤੋਂ ਬਿਨਾ ਕੋਈ ਪੂਜਾ ਨਹੀਂ। ਭਾਵੇਂ ਕਿ ਪੂਜਾ ਅਰਚਨਾ, ਸੁਗੰਧੀਆਂ ਦਾ ਛਿੜਕਾਓ, ਆਰਤੀ, ਇਸੇ ਪ੍ਰਕਾਰ ਸਾਰੇ ਇਹ ਪੂਜਾ ਦੇ ਹੀ ਅੰਗ ਨੇ। ਪਰ ਜੇ ਇਹਨਾਂ ਦੇ ਵਿੱਚ ਵੀ ਨਾਮ ਸ਼ਾਮਲ ਨਾ ਹੋਵੇ ਤੇ ਫਿਰ ਕਾਹਦੀ ਪੂਜਾ ਹੈ? ਜੇ ਛਿੜਕਾਓ ਤੇ ਹੋ ਰਿਹਾ ਪਰ ਸਿਮਰਨ ਸ਼ਾਮਲ ਨਹੀਂ, ਪਿਆਰ ਭੈ ਸ਼ਾਮਲ ਨਹੀਂ, ਤੇ ਫਿਰ ਕਾਹਦੀ ਪੂਜਾ ਹੈ? ਇਸੇ ਪ੍ਰਕਾਰ ਸਾਧ ਸੰਗਤ ਜੀ ਆਰਤੀ ਕਰਨੀ ਵੀ ਤਾਂ ਸੋਭਦੀ ਹੈ। ਗੁਰੂ ਘਰ ਦੇ ਅੰਦਰ ਤਖਤ ਸਾਹਿਬ ਜੀ ਤੇ ਦਰਸ਼ਨ ਕਰੋ ਨਾ, ਆਪ ਜੀ ਨਿਤ ਕਰਦੇ ਹੋ ਪਿਆਰ ਵਾਲੇ ਹਜ਼ੂਰੀ ਗੁਰਸਿੱਖ। ਜਿਸ ਵੇਲੇ ਆਰਤੀ ਹੁੰਦੀ ਹੈ ਨਾਲ ਨਾਲ ਕੀਰਤਨ ਹੋ ਰਿਹਾ ਹੈ, ਨਾਮ ਸ਼ਾਮਲ ਹੈ ਕੀਰਤਨ ਰੂਪ ਦੇ ਵਿੱਚ, ਤਾਂ ਹੀ ਤੇ ਪੂਜਾ ਹੈ ਨਾ। ਇਸੇ ਪ੍ਰਕਾਰ ਛਿੜਕਾਓ ਹੁੰਦਾ ਹੈ, ਸਰਬਤ ਪ੍ਰਕਾਰ ਪੂਜਾ ਹੈ। ਸੇਰੇ ਚੜਾਏ ਜਾਂਦੇ ਨੇ, ਫੁੱਲ ਅਰਪਣ ਕੀਤੇ ਜਾਂਦੇ ਨੇ, ਤਾਂ ਵੀ ਨਾਮ ਸ਼ਾਮਲ, ਇਹ ਪੂਜਾ ਹੈ। ਨਾਮ ਤੋਂ ਬਿਨਾ ਕੋਈ ਪੂਜਾ ਨਹੀਂ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਤੇ ਵਾਹਿਗੁਰੂ ਜੀ ਦੀ ਨਾਮ ਜਪਣ ਰੂਪੀ ਵੀ ਪੂਜਾ ਹੈ। ਨਾਮ ਦੇ ਨਾਲ ਮਿਲਾ ਕਰਕੇ ਪ੍ਰਤੱਖ ਕੀਤੀ ਹੋਈ ਪੂਜਾ ਵੀ ਸੱਚ ਸਰੂਪ ਹੈ। ਤੇ ਇਸ ਪੂਜਾ ਨੂੰ ਕਰਨ ਵਾਲੇ ਵੀ ਸੱਚ ਸਰੂਪੀ ਹੋ ਜਾਂਦੇ ਹਨ ਜੀ। ਦਰਸ਼ਨ ਸਤ ਸਤ ਪੇਖਨਹਾਰ। ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਸ਼ਨ ਸਤ ਸਰੂਪ ਹੈ, ਤੇ ਸਤ ਸਰੂਪ ਜੀ ਦਾ ਦਰਸ਼ਨ ਵੀ ਸਦਾ ਸਤ ਸੱਚਾ ਹੈ। ਤੇ ਸੱਚੇ ਹਨ ਉਹ ਜਨ ਪੇਖਨਹਾਰ ਜਿਹੜੇ ਦਰਸ਼ਨਾਂ ਨੂੰ ਕਰਦੇ ਨੇ। ਗਰੀਬ ਨਿਵਾਜ ਸਾਹਿਬ ਜੀ ਦੇ ਦਰਸ਼ਨਾਂ ਦਾ ਵੱਡਾ ਭਾਰੀ ਮਹਾਤਮ ਹੈ ਨਾ, ਲੱਖਾਂ ਕਰੋੜਾਂ ਰੁਪਈਆ ਵੀ ਇਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਐਸਾ ਦਰਸ਼ਨਾਂ ਦਾ ਮਹਾਤਮ ਹੈ। ਸਾਈਂ ਦਾ, ਵਾਹਿਗੁਰੂ ਜੀ ਦਾ, ਪਰਮਾਤਮਾ ਜੀ ਦਾ ਜਿਹੜਾ ਦਰਸ਼ਨ ਅਮੁੱਲਕ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਪਾਵਨ ਫਰਮਾਨ ਹਨ ਨਾ ਜੀ,
दर्शन देख जीवा गुर तेरा, पूरन कर्म होए प्रभ मेरा, यह बेनंती सुन प्रभ मेरे, देह नाम कर अपने चेरे, तन मन होए निहाल जागुर देखा सामने। इसे प्रकार गरीब निवाज सतगुरु सच्चे पातशाह जी फरमान करना करते ने जी, दर्शन सत। इस सत स्वरूप परमात्मा जी का दर्शन भी सच स्वरूप है। इसका मुल कहया नहीं जा सकता, ਲੱਖਾਂ ਕਰੋੜਾਂ ਰੁਪਈਆ ਇਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਤੇ ਜਿਹੜੇ ਪ੍ਰਤੱਖ ਦਰਸ਼ਨ ਦੀਦਾਰ ਕਰਦੇ ਨੇ ਉਹ ਵੀ ਸੱਚ ਸਰੂਪ ਹੋ ਜਾਂਦੇ ਨੇ। ਵੱਡਿਆਂ ਭਾਗਾਂ ਵਾਲਿਆਂ ਨੂੰ ਦੀਦਾਰ ਪ੍ਰਾਪਤ ਹੁੰਦੇ ਨੇ, ਸਭਨਾਂ ਨੂੰ ਤੇ ਸਤਿਗੁਰੂ ਜੀ ਦਾ ਦੀਦਾਰ ਵੀ ਪ੍ਰਾਪਤ ਨਹੀਂ, ਦਰਸ਼ਨ ਵੀ ਪ੍ਰਾਪਤ ਨਹੀਂ ਹੁੰਦਾ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਭਾਟਾਂ ਦੀ ਬਾਣੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਨੇ ਨਾ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, दर्शन परसिया गुरु का जन्म मरण दुख जाए। जम्मन मरण का दुख मिट जाता है, 84 लाख के गेड़िया का आवागाउन के चक्रां का दुख ही मिट जाता है गुर परमेश्वर जी के साक्षात्कार दर्शनां दे नाल। हजूर फरमावना करते ने, सुरती सिमरती अथवा शरधा ते भावना रूपी नेत्रां दे नाल जिहड़ा दर्शन करना है वाहिगुरू जी का अत्यंत अमोलक है, सत स्वरूप हो जाते हैं जिहड़े ऐसा दीदार करते हैं। इस प्रकार गुरु घर की मर्यादा है ना, सतगुरु श्री गुरु ग्रंथ साहिब सच्चे पातशाह महाराज साहब जी के दर्शन दीदार हर रोज करने। सतगुरु जी की मर्यादा 2 टाइम घट तो घट दर्शन करने की है। ते जे 2 टाइम दर्शन ना करिए, एक टाइम करिए जां करिए ही ना, ते साध संगत जी साडी ढिलाई है, वो मर्यादा नहीं। गरीब निवाज साहब जी का हुक्म है, दोवें टाइम सतगुरु जी के दर्शन करने ने, दोवें वक्त दर्शन करने ने। दर्शन करने दे नाल बेअंत पापां दा नाश हो जाता है। सतगुरु श्री गुरु रामदास सच्चे पातशाह जी दे चरना विखे श्री अमृतसर साहब जी के निवासियों ने बेनती की सी ना, अजे नवा नवा शहर वसिया सी, व्यापार बहुत ज्यादा अजे नहीं सी चलिया, ते बेनती की सच्चे पातशाह उपजीविका बड़ी औखी चलदी है, घर दे चंगी तंगी तुरशी बड़ी है, कृपा करो कमाई विच बरकतां पा दिओ। ते सतगुरु रामदास सच्चे पातशाह महाराज जी, सतगुरु अर्जन देव साहब जी महाराज वाहिगुरु गुरु अर्जन देव सच्चे पातशाह जी के पास बेनती की सी। सतगुरु जी ने वचन करना कीता, भाई दोवें वेले गुरु घर आउणा है, आकर के संगत करनी है, दसवंध कमाई दे विचों गुरु नूं अर्पण करना है, वाहिगुरू बरकतां पावेगा। फिर तिन्हां ने जदों दुकानां खोलण वास्ते जाना, पहला गुरु के दीदार, गुरु के हजूर हाजरी भर के दर्शन करके जाना, शाम के समय भी तिल फुल गुरु के अर्पण करना, दर्शन दीदार करने। देखदियां ही देखदियां दिनां दे विच लहरां बहरां हो गईयां, सारे धनाड़ हो गए। इस प्रकार सतगुरु जी के दीदारियां का भी बड़ा भारी लाभ है। पातशाह जी फरमान करना करते हैं, सतगुरु जी दे अथवा ते हरि अकाल पुरख वाहिगुरू जी के सत स्वरूप के दर्शन भी सत ने, उन्हां दर्शनां नूं वेखण वाला भी सच स्वरूप ही हो जाता है। नाम सत सत ध्यावनहार, ते इस हरि अकाल पुरख वाहिगुरू जी का नाम भी सत है, सच स्वरूप है। ते जिहड़ा नाम नूं ध्याउंदा ना, वो भी सच स्वरूप ही हो जाता है। जम्मन मरण उसका मिट जाता, सच विच अभेदता हो जाती है। साध संगत जी, संत सुचेत सिंह जी नाम के एक धर्मात्मा महापुरख होए ने। उन्होंने किसी सिख ने सवाल किया, जी नाम जपने का फल की है? पावन श्री सुखमनी साहब जी की गुरबाणी पढ़ने का फल की है? सारी गुरबाणी नाम रूप ही है ना, इस बाणी ते हर नाम पाएदा। ते गुरबाणी तो है ही ऐसी है, सुखमनी सुख अमृत प्रभ नाम, सुखमनी है सुखा दी दाती है, क्योंकि अमृत स्वरूप वाहिगुरू जी का नाम इसके अंदर धरिया होया है। ते बेनती की महाराज, इस पावन गुरबाणी के पढ़ने का महात्म की है? फिर संत सुचेत सिंह जी ने साखी सुनाई, कहन लगे, द्वारका वाले पासे एक मुंशी होया करदा सी, ते उस मुंशी नूं किसे गुरमुख की संगत हो गई। गुरमुख की संगत करके उसने गुरमुखी अखर सिख ले उसके पासों, ते गुरबाणी पढ़न लग गया। साध संगत जी, ये वड्डी भारी दात है गुरमुखी अखरां नूं पढ़ना। बाकी दियां विद्यावां ते विद्वानां ने बनाईयां ने, पर यह जिहड़ी गुरमुखी विद्या ये गुरु नानक देव सच्चे पातशाह महाराज साहब जी ने बनाए है। ये जो ऊड़ा ऐड़ा 35 अखर ने ना, इन्हां 35 अखरां दे घड़नहारे गुरु नानक देव सच्चे पातशाह जी ने 35 अखर रच करके घड़ करके
ਲਗਾ ਮਾਤਰਾਵਾਂ ਬਣਾਈਆਂ, ਗੁਰਮੁਖੀ ਲਿਪੀ ਬਣਾਈ, ਆਵਾਜ਼ਾਂ ਨਿਰਧਾਰਤ ਕੀਤੀਆਂ ਤੇ ਇਸ ਗੁਰਮੁਖੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਗੁਰਬਾਣੀ ਉਚਾਰਨਾ ਤੇ ਰਚਨਾ ਕੀਤੀ ਹੈ, ਲਿਖਣਾ ਕੀਤੀ ਹੈ। ਤੇ ਜਿਹੜੇ ਗੁਰਮੁਖੀ ਅੱਖਰਾਂ ਤੋਂ ਵਾਂਝੇ ਰਹਿ ਜਾਂਦੇ ਨੇ, ਪੂਰਾ ਲਾਹਾ ਨਹੀਂ ਲੈ ਸਕਦੇ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ ਹਨ ਪੂਰਨ ਰੂਪ ਦੇ ਵਿੱਚ। ਉਸ ਦੇ ਹਿਰਦੇ ਦੇ ਵਿੱਚ ਉਤਸ਼ਾਹ ਆਇਆ, ਕਿਸੇ ਗੁਰਮੁਖ ਤੋਂ ਗੁਰਮੁਖੀ ਦੇ ਅੱਖਰ ਪੜ੍ਹ ਕਰਕੇ ਤੇ ਇੱਕ ਇੱਕ ਪੰਕਤੀ ਕਰਕੇ ਸ੍ਰੀ ਜਪਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਜ਼ੁਬਾਨੀ ਯਾਦ ਕਰ ਲਈ, ਕੰਠ ਕਰ ਲਈ। ਕਿਸੇ ਸੰਤ ਦੀ ਸੰਗਤ ਹੋਈ ਤੇ ਉਸ ਮੁਨਸ਼ੀ ਨੇ ਪੁੱਛਣਾ ਕੀਤਾ, ਜੀ ਮੈਂ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕੰਠ ਤੇ ਕਰ ਲਈ ਹੈ, ਪੜਦਾ ਵੀ ਰੋਜ਼ ਹੈ, ਪਰ ਵਿਧੀ ਨਹੀਂ ਪਤਾ ਕਿ ਪੜ੍ਹਨੀ ਕਿਵੇਂ, ਇਸ ਦੀ ਵਿਧੀ ਦੱਸੋ। ਤੇ ਉਹਨਾਂ ਸੰਤਾਂ ਨੇ ਕਹਿਣਾ ਕੀਤਾ, ਅੰਮ੍ਰਿਤ ਵੇਲੇ ਉੱਠ ਕਰਕੇ ਸ਼ੌਚ ਕਿਰਿਆ ਤੋਂ ਉਪਰੰਤ ਇਸ਼ਨਾਨ ਕਰਕੇ ਸੁਚਮਤਾ ਦੇ ਨਾਲ ਆਸਣ ਦੇ ਉੱਪਰ ਇੱਕ ਆਸਣ ਤੇ ਬੈਠਣਾ, ਚੌਕੜਾ ਮਾਰ ਕਰਕੇ, ਤੇ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦਾ ਪਾਠ ਨਿਰੰਤਰ ਇੱਕ ਰਸ ਮਨ ਜੋੜ ਕਰਕੇ ਕਰਨਾ ਹੈ, ਨਿਰਮਲ ਇਕਾਗਰ ਚੇਤੋ ਕਰਕੇ ਕਰਨਾ ਹੈ। ਉਪਰੰਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਨਾ ਹੈ। ਬਸ ਇਹੋ ਸਾਧਾਰਨ ਵਿਧੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀਆਂ ਲੈਣ ਵਾਸਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦਾ ਉਹ ਨਿਤਨੇਮ ਕਰਿਆ ਕਰੇ। ਉਸ ਦਾ ਪ੍ਰਸ਼ਾਦਾ ਪਾਣੀ ਪਕਾਉਣ ਵਾਸਤੇ ਇੱਕ ਬ੍ਰਾਹਮਣ ਉਸਨੇ ਆਪਣਾ ਰਸੋਈਆ ਰੱਖਿਆ ਹੋਇਆ ਸੀ, ਜਿਵੇਂ ਅੱਜ ਕੱਲ੍ਹ ਵੀ ਘਰਾਂ 'ਚ ਨੌਕਰ ਰੱਖੇ ਜਾਂਦੇ ਨੇ। ਪ੍ਰਸ਼ਾਦਾ ਪਾਣੀ ਪਕਾਉਣ ਵਾਸਤੇ ਜਿਹੜਾ ਸੇਵਾਦਾਰ ਰੱਖਿਆ ਸੀ ਉਹ ਬ੍ਰਾਹਮਣ ਸੀ। ਤੇ ਜਿਸ ਵੇਲੇ ਇਹ ਮੁਨਸ਼ੀ ਪਾਠ ਕਰਿਆ ਕਰੇ ਨਾ, ਤੇ ਉਹ ਬ੍ਰਾਹਮਣ ਕੋਲ ਬੈਠ ਕਰਕੇ ਸਾਰਾ ਪਾਠ ਸੁਣਿਆ ਕਰੇ। ਕਿਤਨਾ ਸਮਾਂ ਬਤੀਤ ਹੋ ਗਿਆ ਗੁਰਬਾਣੀ ਦਾ ਪਾਠ ਕਰਦਿਆਂ ਤੇ ਸਰਵਣ ਕਰਦਿਆਂ, ਤੇ ਸਾਧ ਸੰਗਤ ਜੀ ਜਿਹੜਾ ਨੌਕਰ ਸੀ ਬ੍ਰਾਹਮਣ, ਉਸ ਨੂੰ ਦਸਤ ਲੱਗ ਗਏ, ਮਰੋੜ ਲੱਗ ਗਏ, ਬਿਮਾਰ ਹੋ ਗਿਆ ਉਹ। ਤੇ ਮੁਨਸ਼ੀ ਕਹਿਣ ਲੱਗਾ ਕਿ ਮੇਰਾ ਨਿਤਨੇਮ ਦਾ ਵਕਤ ਹੈ, ਮੈਂ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਪਾਠ ਕਰਨਾ ਹੈ, ਤੇ ਬਾਅਦ ਵਿੱਚ ਮੈਨੂੰ ਆਵਾਜ਼ ਨਾ ਮਾਰੀ, ਮੈਨੂੰ ਬੁਲਾਵੀ ਨਾ, ਜੇ ਕੁਛ ਤੈਨੂੰ ਚਾਹੀਦਾ ਤੇ ਤੂੰ ਹੁਣੇ ਦੱਸ ਦੇ। ਨੌਕਰ ਵਿਚਾਰਾ ਮੰਜੇ ਤੇ ਬਿਮਾਰ ਪਿਆ ਸੀ, ਕਹਿਣ ਲੱਗਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਤੁਸੀਂ ਆਪਣਾ ਨਿਤਨੇਮ ਕਰ ਲਓ, ਬਾਣੀ ਪੜ੍ਹ ਲਓ, ਨਾਲੇ ਮੈਂ ਵੀ ਸੁਣ ਲਵਾਂਗਾ। ਤੇ ਉਸ ਮੁਨਸ਼ੀ ਨੇ ਆਪਣੇ ਆਸਣ ਤੇ ਬੈਠ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਕਰ ਦਿੱਤਾ। ਤੇ ਸਾਧ ਸੰਗਤ ਜੀ ਅਜੇ 15 ਅਸ਼ਟਪਦੀਆਂ ਦਾ ਪਾਠ ਹੋਇਆ ਸੀ, 16ਵੀਂ ਪ੍ਰਾਰੰਭ ਕਰਨ ਲੱਗਾ ਸੀ। ਤੇ ਜਿਸ ਵੇਲੇ ਮਨ ਦੇ ਵਿੱਚ ਵਿਚਾਰ ਆਇਆ, ਇਹ ਜਿਹੜਾ ਨੌਕਰ ਰਸੋਈਆ ਹੈ ਬ੍ਰਾਹਮਣ ਹਿਲਦਾ ਜੁਲਦਾ ਹੀ ਨਹੀਂ, ਦੇਖੀਏ ਤੇ ਸਹੀ ਕੀ ਹੋਇਆ। ਜਿਸ ਵੇਲੇ ਹੱਲਾ ਕਰਕੇ ਦੇਖਿਆ ਤੇ ਇਤਨੇ ਸਮੇਂ ਨੂੰ ਬ੍ਰਾਹਮਣ ਚੜ੍ਹਾਈ ਕਰ ਚੁੱਕਿਆ ਸੀ, ਦਸਤ ਲੱਗੇ ਹੋਏ ਸਨ, ਮਰੂੜ ਲੱਗੇ ਹੋਏ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਕਿਰਿਆ ਆਪਣੇ ਆਪ ਸੁਤੇ ਸਿੱਧੀ ਹੋ ਗਈ, ਸਰੀਰ ਤੇ ਕੰਟਰੋਲ ਨਾ ਰਿਹਾ। ਇਸ ਪ੍ਰਕਾਰ ਸਰੀਰ ਉਹਦਾ ਵਿਸ਼ਟਾ ਦੇ ਨਾਲ ਲਿਬੜਿਆ ਹੋਇਆ ਤੇ ਮੰਜੇ ਤੇ ਹੀ ਪਿਆ। ਤੇ ਇਸ ਵੇਲੇ ਮੁਨਸ਼ੀ ਦੇ ਮਨ ਵਿੱਚ ਵਿਚਾਰ ਆ ਗਿਆ, ਇੱਕ ਤੇ ਵਿਸ਼ਟਾ ਦੇ ਨਾਲ ਸਰੀਰ ਲਿਬੜਿਆ ਹੈ, ਪਲੀਤ ਹੋ ਗਿਆ, ਪਵਿੱਤਰਤਾ ਹੋ ਗਈ, ਤੇ ਦੂਸਰਾ ਇਹ ਬ੍ਰਾਹਮਣ ਹੈ। ਤੇ ਬ੍ਰਾਹਮਣਾਂ ਦੀ ਸ਼ਾਸਤਰ ਮਤ ਇਹ ਹੈ, ਮਰਿਆਦਾ ਇਹਨਾਂ ਦੀ ਇਹ ਕਹਿੰਦੀ ਹੈ ਕਿ ਜਦੋਂ ਜੀਵ ਚੜ੍ਹਾਈ ਕਰਨ ਲੱਗੇ ਉਦੋਂ ਮੰਜੇ ਤੋਂ ਉਤਾਰ ਲੈਣਾ ਚਾਹੀਦਾ ਹੈ, ਨਹੀਂ ਤੇ ਪ੍ਰੇਤ ਜੂਨੀ ਮਿਲਦੀ ਹੈ। ਸਾਧ ਸੰਗਤ ਜੀ ਧਿਆਨ ਰੱਖਣਾ, ਇਹ ਗੁਰਮਤ ਨਹੀਂ, ਸ਼ਾਸਤਰ ਮਤ ਹੈ, ਉਹਨਾਂ ਦੀ ਮਰਿਆਦਾ। ਤੇ ਮੁਨਸ਼ੀ ਨੇ ਵਿਚਾਰਿਆ, ਜਿਸ ਧਰਮ ਦੇ ਵਿੱਚ ਇਹ ਜੰਮਿਆ ਪਲਿਆ, ਇਹਨਾਂ ਦੀ ਮਰਿਆਦਾ ਤੇ ਇਹ ਹੈ, ਮੰਜੇ ਤੇ ਸਰੀਰ ਨਹੀਂ ਤਿਆਗਣਾ, ਨਹੀਂ ਤੇ ਪ੍ਰੇਤ ਜੂਨੀ ਮਿਲਦੀ ਹੈ। ਇਸ ਨੂੰ ਤੇ ਮੰਜੇ ਤੋਂ ਹੇਠਾਂ ਉਤਾਰਿਆ ਹੀ ਨਹੀਂ, ਕੁਸ਼ਾ ਦੱਬ ਦਾ ਆਸਣ ਲਾਇਆ ਹੀ ਨਹੀਂ, ਇਹ ਮੰਜੇ ਤੇ ਹੀ ਮਰ ਗਿਆ ਹੈ, ਸਰੀਰ ਵੀ ਅਪਵਿੱਤਰ ਹੋ ਗਿਆ ਹੈ, ਕਿਧਰੇ ਪ੍ਰੇਤ ਹੀ ਨਾ ਬਣ ਗਿਆ ਹੋਵੇ। ਹੁਣ ਨਾਲ ਰਹਿੰਦਾ ਸੀ, ਕਈ ਸਾਲ ਸੇਵਾ ਕੀਤੀ ਸੀ, ਮੋਹ ਤੇ ਸਾਧ ਸੰਗਤ ਜੀ ਹੁੰਦਾ ਹੀ ਹੈ ਨਾ ਸਰੀਰਾਂ ਦਾ, ਕਿਤਨਾ ਵੀ ਯਤਨ ਕਰੇ ਪੂਰਨ ਅਵਸਥਾ ਬਣ ਜਾਵੇ ਤਾਂ ਛੁੱਟਦਾ ਨਹੀਂ, ਤੇ ਧਿਆਨ ਜ਼ਰੂਰ ਰਹਿੰਦਾ। ਇਸ ਕਰਕੇ ਉਸ ਦਾ ਖਿਆਲ ਰੱਖਿਆ ਕਰੇ ਕਿ ਮੇਰਾ ਜਿਹੜਾ ਨੌਕਰ ਸੀ ਮਤਾ ਕਿਤੇ ਪ੍ਰੇਤ ਹੀ ਨਾ ਬਣ ਗਿਆ ਹੋਵੇ। ਪਰ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪ੍ਰਤਾਪ ਦੇ ਸਦਕਾ ਤੇ ਇਸ ਨੂੰ ਬੈਕੁੰਠ ਧਾਮ ਦੀ ਪ੍ਰਾਪਤੀ ਹੋਈ। ਤੇ ਬੈਕੁੰਠ ਧਾਮ ਦੇ ਵਿੱਚੋਂ ਭਗਵਾਨ ਜੀ ਨੇ ਕਹਿਣਾ ਕੀਤਾ ਤੇ ਇਸ ਬ੍ਰਾਹਮਣ ਨੂੰ, ਇਹ ਬ੍ਰਾਹਮਣ ਭਾਵੇਂ ਕਿ ਤੂੰ ਬੈਕੁੰਠ ਧਾਮ ਦੇ ਵਿੱਚ ਪੁੱਜ ਗਿਆ, ਪਰ ਜਿਹੜਾ ਧਰਤੀ ਤੇ ਤੇਰਾ ਮਾਲਕ ਸੀ ਨਾ, ਉਹਦੇ ਮਨ ਵਿੱਚ ਸ਼ੰਕਾ ਹੈ। ਉਹ ਵਿਚਾਰਾ ਰੋਜ਼ ਹੀ ਚਿਤਵਦਾ ਰਹਿੰਦਾ ਹੈ ਕਿ ਮੇਰਾ ਰਸੋਈਆ ਸੇਵਾਦਾਰ ਸੀ, ਮਤਾ ਪ੍ਰੇਤ ਹੀ ਨਾ ਬਣ ਗਿਆ ਹੋਵੇ। ਤੇ ਜਾ ਕੇ ਉਸ ਦਾ ਸ਼ੰਕਾ ਕੱਢ ਕੇ ਆ। ਸਾਧ ਸੰਗਤ ਜੀ, ਇੱਕ ਦਿਨ ਲੌਡੇ ਪਹਿਰ ਦਾ ਸਮਾਂ ਸੀ, ਕਹਿ ਲਈਏ ਸ਼ਾਮਾਂ ਦਾ ਵੇਲਾ ਸੀ। ਇਹ ਜਿਹੜਾ ਮੁਨਸ਼ੀ ਸੀ ਸੈਰ ਕਰਨ ਵਾਸਤੇ ਕਿਧਰੇ ਬਾਹਰ ਜਾ ਰਿਹਾ ਸੀ। ਬਾਗ ਦੇ ਅੰਦਰ ਇੱਕ ਬਹੁਤ ਸੋਹਣੀ ਪਾਲਕੀ ਉਤਰੀ। ਉਸ ਪਾਲਕੀ ਦੇ ਵਿੱਚੋਂ ਦਿਵਯ ਸਰੂਪ ਇਹ ਜਿਹੜਾ ਬ੍ਰਾਹਮਣ ਸੀ ਨਾ ਚੜ੍ਹਾਈ ਕਰ ਚੁੱਕਿਆ, ਇਸ ਦੀ ਆਤਮਾ ਨਿਕਲੀ ਹੈ। ਮੁਨਸ਼ੀ ਨੂੰ ਅੱਗੇ ਹੋ ਕਰਕੇ ਪ੍ਰਣਾਮ ਕੀਤਾ ਹੈ, ਨਮਸਕਾਰ ਕੀਤੀ ਹੈ, ਪੁੱਛਣਾ ਕੀਤਾ, ਭਾਈ ਤੁਸੀਂ ਕੌਣ ਹੋ? ਕਹਿਣ ਲੱਗਾ, ਜੀ ਮੈਂ ਤੁਹਾਡਾ ਸੇਵਾਦਾਰ, ਤੁਹਾਡਾ ਰਸੋਈਆ ਹਾਂ। ਪੁੱਛਣਾ ਕੀਤਾ, ਤੁਸੀਂ ਦਿਵਯ ਸਰੂਪ ਕਿਵੇਂ, ਬੜਾ ਪ੍ਰਕਾਸ਼ ਹੋ ਰਿਹਾ ਹੈ?
ਕਹਿਣਾ ਕੀਤਾ ਤੁਹਾਡੇ ਮਨ ਵਿੱਚ ਸ਼ੰਕਾ ਸੀ ਨਾ, ਮੇਰੀ ਕਿਰਿਆ ਸਰੀਰ ਦੇ ਸੁਤੇ ਸਿੱਧ ਹੋ ਗਈ ਸੀ, ਜਿਸ ਵੇਲੇ ਸਰੀਰ ਬੇਕਾਬੂ ਹੋ ਗਿਆ, ਕੰਟਰੋਲ ਨਹੀਂ ਸੀ ਰਿਹਾ। ਇਸ ਪ੍ਰਕਾਰ ਵਿਸ਼ਟਾ ਦੇ ਨਾਲ ਸਰੀਰ ਵੀ ਲਿਬੜਿਆ ਸੀ ਤੇ ਮੰਜੇ ਤੇ ਮੈਂ ਸਰੀਰ ਤੇ ਆ ਗਿਆ, ਤੇ ਤੁਹਾਡੇ ਮਨ ਦੇ ਵਿੱਚ ਸ਼ੰਕਾ ਰਹਿ ਗਿਆ ਸੀ ਕਿਧਰੇ ਮੈਂ ਪ੍ਰੇਤ ਨਾ ਬਣ ਗਿਆ ਹੋਵਾਂ, ਤੇ ਮੈਨੂੰ ਭਗਵਾਨ ਜੀ ਨੇ ਭੇਜਿਆ ਤੁਹਾਡਾ ਸ਼ੰਕਾ ਕੱਢਣ ਵਾਸਤੇ। ਤੁਹਾਡਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦਾ ਹਰ ਰੋਜ਼ ਪਾਠ ਕਰਨੇ ਦੇ ਸਦਕਾ ਤੁਹਾਡੇ ਜਿਹੜੇ ਵੱਡੇ ਵਡੇਰੇ ਬਜ਼ੁਰਗ ਸਨ ਨਾ, ਉਹਨਾਂ ਦਾ ਵੀ ਭਲਾ ਹੋ ਗਿਆ, ਉਹ ਵੀ ਮੁਕਤ ਰੂਪ ਹੋ ਗਏ ਨੇ, ਉਹ ਵੀ ਬੈਕੁੰਠ ਧਾਮ ਦੇ ਵਿੱਚ ਆ ਗਏ ਤੇ ਇਹਨਾਂ ਨੂੰ ਵੀ ਬੈਕੁੰਠ ਦੀ ਪ੍ਰਾਪਤੀ ਹੋਈ ਏ। ਤੁਹਾਡੇ ਪਾਸੋਂ ਮੈਂ ਗੁਰਬਾਣੀ ਦਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦਾ ਸੀ, ਮੇਰੀ ਵੀ ਮੁਕਤੀ ਹੋ ਗਈ, ਮੈਨੂੰ ਵੀ ਬੈਕੁੰਠ ਧਾਮ ਦੀ ਪ੍ਰਾਪਤੀ ਹੋ ਗਈ, ਤੇ ਤੁਸੀਂ ਤੇ ਆਪ ਬਾਣੀ ਪੜ੍ਹਦੇ ਹੋ। ਤੁਹਾਡੇ ਤੇ ਮੁਕਤ ਹੋਣ ਵਿੱਚ ਸ਼ੰਕਾ ਨਹੀਂ ਕੀਤਾ ਜਾ ਸਕਦਾ ਨਾ, ਇਸ ਕਰਕੇ ਤੁਹਾਡਾ ਸ਼ੰਕਾ ਕੱਢਣ ਵਾਸਤੇ ਆਇਆ। ਤੁਹਾਡੇ ਪਾਠ ਕਰਨੇ ਦੇ ਨਾਲ ਮੇਰਾ ਤੇ ਭਲਾ ਹੋਇਆ, ਤੁਹਾਡੇ ਵੱਡੇ ਵਡੇਰੇ ਵੀ ਸਾਰੇ ਤਰ ਗਏ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਬਚਨ ਕਰਕੇ ਨਮਸਕਾਰ ਕਰਕੇ ਫਿਰ ਪਾਲਕੀ ਵਿੱਚ ਅਸਵਾਰ ਹੋ ਕਰਕੇ ਤਿਸ ਦੀ ਜਿਹੜੀ ਆਤਮਾ ਸੀ ਦਿਵਯ ਸਰੂਪ, ਉਹ ਤੇ ਬੈਕੁੰਠ ਧਾਮ ਨੂੰ ਚਲੀ ਗਈ। ਉਹ ਜਿਹੜੇ ਮੁੰਸ਼ੀ ਜੀ ਸਨ ਹੋਰ ਵੀ ਬਹੁਤੇ ਪਿਆਰ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗੇ। ਇਸ ਪ੍ਰਕਾਰ ਇਸ ਗੁਰਬਾਣੀ ਦਾ ਮਹਾਤਮ ਹੈ ਪੜ੍ਹਨੇ ਦਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਇਸ ਪਾਵਨ ਗੁਰਬਾਣੀ ਦੇ ਅੰਦਰ ਅੰਮ੍ਰਿਤ ਸਰੂਪ ਧਰਿਆ ਹੋਇਆ ਹੈ। ਇਹ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੇ ਨਾਲ ਸਰਸ਼ਾਰ ਕੀਤੀ ਹੋਈ ਏ, ਸਿੰਜੀ ਹੋਈ ਏ। ਗਰੀਬ ਨਿਵਾਜ ਸਾਹਿਬ ਜੀ ਫਰਮਾਵਨਾ ਕਰਦੇ ਨੇ, ਨਾਮ ਦਾ ਪ੍ਰਤਾਪ ਐਸਾ ਹੈ, ਇਸ ਪਾਵਨ ਗੁਰਬਾਣੀ ਨੂੰ ਪੜ੍ਹਨੇ ਦਾ ਮਹਾਤਮ ਵੀ ਐਸਾ ਹੈ, ਤੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦਾ ਮਹਾਤਮ ਵੀ ਐਸਾ ਹੈ। ਸੋ ਇਸੇ ਪ੍ਰਕਾਰ ਨਾਮ ਸਤ ਸਤ ਧਿਆਵਨਹਾਰ, ਜਿਹੜੇ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ। ਜਪਜੀ ਸਾਹਿਬ, ਚੌਪਈ ਸਾਹਿਬ, ਆਨੰਦ ਸਾਹਿਬ, ਆਸਾ ਦੀ ਵਾਰ, ਸਾਰੀ ਜਿਹੜੀ ਗੁਰਬਾਣੀ ਸਾਧ ਸੰਗਤ ਜੀ ਨਾਮ ਸਰੂਪ ਹੀ ਹੈ। ਅਥਵਾ ਕੋਈ ਮੂਲ ਮੰਤਰ ਜਾਂ ਗੁਰ ਮੰਤਰ ਵਾਹਿਗੁਰੂ ਦਾ ਸਿਮਰਨ ਕਰਨਾ ਕਰਦਾ ਹੈ, ਜਿਹੜਾ ਵੀ ਸਤ ਸਰੂਪ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਨਾ, ਚਾਹੇ ਉਹ ਕਿਸੇ ਰੂਪ ਦੇ ਵਿੱਚ ਵੀ ਜਪਦਾ ਹੈ, ਉਹ ਨਾਮ ਜਪਣ ਵਾਲਾ ਵੀ ਸੱਚ ਸਰੂਪੀ ਹੋ ਜਾਂਦਾ ਹੈ। ਕਿਉਂਕਿ ਨਾਮ ਸੱਚ ਹੈ, ਨਾਮੀ ਸੱਚ ਹੈ, ਤੇ ਜਿਸ ਨੂੰ ਸਦਾ ਯਾਦ ਕਰੀਏ ਨਾ, ਉਸ ਦੇ ਗੁਣ ਸੁਭਾਵਕ ਹੀ ਆ ਜਾਂਦੇ ਨੇ। ਸਾਧ ਸੰਗਤ ਜੀ, ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਲੋਕਾਂ ਨੂੰ ਦੇਖ ਲਓ ਜਿਹੜੇ ਲੋਕ ਦੂਸਰਿਆਂ ਦੀ ਨਿੰਦਿਆ ਕਰਦੇ ਰਹਿੰਦੇ ਨੇ ਨਾ, ਜਿਹੜੇ ਔਗਣ ਦੂਸਰਿਆਂ ਦੇ ਕਹਿ ਕਰਕੇ ਚਿਤਾਰਦੇ ਰਹਿੰਦੇ ਨੇ, ਇੱਕ ਦਿਨ ਉਹ ਔਗਣ ਆਪਣੇ ਵਿੱਚ ਆ ਜਾਂਦੇ ਨੇ। ਇਸੇ ਪ੍ਰਕਾਰ ਜਿਹੜੇ ਵਾਹਿਗੁਰੂ ਜੀ ਦੇ ਗੁਣ ਸਦਾ ਕਹਿੰਦੇ ਰਹਿੰਦੇ ਨੇ ਨਾ, ਫਿਰ ਵਾਹਿਗੁਰੂ ਜੀ ਦੇ ਗੁਣ ਉਹਨਾਂ ਦੇ ਵਿੱਚ ਆ ਜਾਂਦੇ ਨੇ। ਜਿਸ ਚੀਜ਼ ਦਾ ਆਵਾਹਨ ਕਰੀਏ, ਜਿਸ ਚੀਜ਼ ਨੂੰ ਬੁਲਾਈਏ, ਜਿਸ ਚੀਜ਼ ਨੂੰ ਸਦਾ ਸਿਮਰਦੇ ਰਹੀਏ, ਚਿਤਾਰਦੇ ਰਹੀਏ, ਯਾਦ ਕਰਦੇ ਰਹੀਏ, ਉਸ ਦਾ ਹਿਰਦੇ ਦੇ ਵਿੱਚ ਵਾਸਾ ਹੋ ਜਾਂਦਾ ਹੈ। ਜਿਹੜੇ ਸਦਾ ਨਿੰਦਿਆ ਹੀ ਕਰਦੇ ਰਹਿੰਦੇ ਨੇ, ਹਿਰਦੇ ਵਿੱਚ ਔਗਣਾ ਦਾ ਵਾਸਾ ਹੋ ਜਾਂਦਾ ਹੈ। ਜਿਹੜੇ ਸਦਾ ਗੁਣ ਸਰੂਪ ਸੁਖ ਸਰੂਪ ਪ੍ਰਮਾਤਮਾ ਜੀ ਨੂੰ ਯਾਦ ਕਰਦੇ ਰਹਿੰਦੇ ਨੇ, ਚਿਤਾਰਦੇ ਰਹਿੰਦੇ ਨੇ, ਤਿਸ ਦੇ ਨਾਮ ਨੂੰ ਆਰਾਧਦੇ ਰਹਿੰਦੇ ਅਥਵਾ ਉਚਾਰਦੇ ਰਹਿੰਦੇ ਨੇ, ਨਾਮ ਦਾ ਹਿਰਦੇ ਵਿੱਚ ਵਾਸਾ ਹੋ ਜਾਂਦਾ, ਨਾਮੀ ਦਾ ਵਾਸਾ ਹੋ ਜਾਂਦਾ ਹੈ। ਉਸੇ ਦੇ ਗੁਣ ਆ ਜਾਂਦੇ ਨੇ ਤੇ ਉਸੇ ਦਾ ਹੀ ਸਰੂਪ ਹੋ ਜਾਂਦੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਤ ਸਰੂਪ ਨੇ। ਵਾਹਿਗੁਰੂ ਜੀ ਦਾ ਨਾਮ ਵੀ ਸਤ ਸਰੂਪ ਹੈ। ਸਤ ਸਰੂਪ ਨੂੰ ਜਪਣ ਵਾਲੇ ਵੀ ਸਦਾ ਸੱਚ ਸਰੂਪ ਹੋ ਜਾਂਦੇ ਨੇ। ਇਸੇ ਪ੍ਰਕਾਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ, ਇਹ ਸੱਚ ਸਰੂਪ ਹੈ। ਜਿਹੜੇ ਸਦਾ ਗੁਰਬਾਣੀ ਨੂੰ ਪੜ੍ਹਦੇ ਨੇ, ਉਹ ਸੱਚ ਸਰੂਪੀ ਹੋ ਜਾਂਦੇ ਨੇ, ਤਿਨਾਂ ਦਾ ਨਿਸਤਾਰਾ ਹੋ ਜਾਂਦਾ ਹੈ, ਭਲਾ ਹੋ ਜਾਂਦਾ ਹੈ ਤਿਨਾਂ ਦਾ। ਗਰੀਬ ਨਿਵਾਜ ਸਾਹਿਬ ਜੀ ਫਰਮਾਵਨਾ ਕਰਦੇ ਨੇ, ਐਸਾ ਵਾਹਿਗੁਰੂ ਜੀ ਦੇ ਨਾਮ ਦਾ ਜਪਣੇ ਦਾ, ਧਿਆਵਣੇ ਦਾ, ਆਰਾਧਨੇ ਦਾ ਪ੍ਰਤਾਪ ਹੈ। ਆਪ ਸਤ ਸਤ ਸਭ ਧਾਰੀ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰੂ ਜੀ ਦੀ ਬਾਣੀ ਵੀ ਸਤ ਸਰੂਪ ਹੈ, ਬਾਣੀ ਵੀ ਨਿਰੰਕਾਰ ਜੀ ਦਾ ਸਰੂਪ ਹੈ ਨਾਮ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ, ਗੁਰਬਾਣੀ ਦੇ ਗੁਣ ਤਿੰਨਾਂ ਦੇ ਹਿਰਦੇ ਦੇ ਅੰਦਰ ਆ ਟਿਕਦੇ ਹਨ। ਇਸੇ ਪ੍ਰਕਾਰ ਫਿਰ ਪੜ੍ਹਦੇ ਹੋ ਜੀ ਪੰਕਤੀ ਜਿਹੜੀ ਹੁਣ ਪੜ੍ਹੀ ਹੈ। ਆਪ ਸਤ ਸਤ ਸਭ ਧਾਰੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੱਚ ਸਰੂਪ ਨੇ, ਤੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ੁਭ ਗੁਣਾ ਰੂਪੀ ਮਰਿਆਦਾ ਧਾਰੀ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਈ, ਪਰਉਪਕਾਰ ਕਰਨੇ, ਸਿਮਰਨ ਕਰਨਾ, ਬਾਣੀ ਪੜ੍ਹਨੀ, ਭਲਾ ਕਰਨਾ, ਹੱਥੀ ਸੇਵਾ ਕਰਨੀ, ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਿਆਦਾ ਹੈ। ਪ੍ਰਤੱਖ ਦਾਸ ਸਰੂਪ ਸਤਿਗੁਰੂ ਜੀ ਦੇ ਧਾਰਨ ਕਰਕੇ ਖਾਲਸਾ ਪੰਥ ਨੂੰ, ਕੁੱਲ ਦੁਨੀਆ ਸੰਸਾਰ ਜਗਤ ਦੇ ਨਾਲੋਂ ਸਤਿਗੁਰੂ ਜੀ ਨੇ ਨਿਰਾਲੀ ਤੇ ਸ਼ੋਭਨੀਕ ਸੋਹਣੀ ਮਰਿਆਦਾ ਬਖਸ਼ੀ ਹੈ। ਜਿਹੜੇ ਸਤਿਗੁਰੂ ਜੀ ਦੀ ਮਰਿਆਦਾ ਨੂੰ ਧਾਰੀ ਹਿਰਦੇ ਦੇ ਅੰਦਰ ਧਾਰਨ ਕਰਨਾ ਕਰਦੇ ਹਨ, ਉਹ ਵੀ ਸਤ ਸਰੂਪ ਹੋ ਜਾਂਦੇ ਹਨ।
ਇਸ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਸਤ ਹੈ, ਤਿਸ ਦੀ ਮਰਿਆਦਾ ਨੂੰ, ਤਿਸ ਦੀ ਵਡਿਆਈ ਨੂੰ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਧਾਰਨ ਕਰ ਲਿਆ ਉਹ ਵੀ ਸਤ ਸਰੂਪ ਹੀ ਹੋ ਜਾਂਦੇ ਹਨ ਜੀ। ਆਪੇ ਗੁਣਕਾਰੀ। ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਗੁਣ ਸਰੂਪ ਨੇ, ਵਡਿਆਈ ਮਹਿਮਾ ਸਰੂਪ ਨੇ। ਆਪੇ ਗੁਣਕਾਰੀ, ਕਾਰੀ ਦਾ ਅਰਥ ਹੈ ਕਰਨ ਵਾਲੇ, ਅਤੇ ਮਹਿਮਾ ਨੂੰ, ਵਡਿਆਈ ਨੂੰ, ਸ਼ੁਭ ਗੁਣਾਂ ਨੂੰ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਕਾਰੀ ਹੋ ਕਰਕੇ ਪੈਦਾ ਕਰਨ ਵਾਲੇ ਵੀ ਆਪ ਨੇ। ਸੋ ਇਸ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਗੁਣ ਸਰੂਪ ਨੇ, ਸਭਨਾਂ ਨੂੰ ਗੁਣ ਦਿੰਦੇ ਨੇ। ਔਗਣ ਆਰਿਆਂ ਨੂੰ ਤੇ ਗੁਣ ਦਿੰਦੇ ਹੀ ਨੇ, ਜਿਹੜੇ ਗੁਣਾ ਵਾਲੇ ਨੇ ਉਹਨਾਂ ਨੂੰ ਹੋਰ ਗੁਣ ਦੇ ਕਰਕੇ ਗੁਣੀ ਨਿਧਾਨ ਹੀ ਬਣਾ ਦਿੰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਕਾਰੀ ਨਾਮ ਔਸ਼ਧੀ ਦਾ ਹੁੰਦਾ ਹੈ, ਕਾਰੀ ਨਾਮ ਦਵਾਈ ਦਾ ਹੁੰਦਾ ਹੈ। ਵਾਹਿਗੁਰੂ ਜੀ ਐਸੇ ਗੁਣ ਸਰੂਪ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਵੱਡੇ ਭਾਰੀ ਰੋਗ ਲੱਗੇ ਹੋਏ ਨੇ ਨਾ, ਸਤਿਗੁਰੂ ਜੀ ਗੁਣਕਾਰੀ, ਗੁਣ ਸਰੂਪ ਨਾਮ ਦੀ ਦਵਾਈ ਦੇ ਕਰਕੇ ਉਹਨਾਂ ਰੋਗਾਂ ਨੂੰ ਹਿਰਦੇ ਦੇ ਵਿੱਚੋਂ ਮੇਟ ਦਿੰਦੇ ਨੇ। ਇਸੇ ਪ੍ਰਕਾਰ ਵੈਦ ਰੂਪ ਹੋ ਕਰਕੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘਾਟਾ ਜਮ ਕੀ ਫੰਦਾ। ਐਸੀ ਨਾਮ ਦੀ ਕਾਰੀ ਦਿੰਦੇ ਨੇ, ਔਸ਼ਧੀ ਦਵਾਈ ਦਿੰਦੇ ਨੇ, ਜੜੀ ਬੂਟੀ ਨਾਮ ਦੀ ਐਸੀ ਦਿੰਦੇ ਨੇ, ਜਮਾ ਦੀ ਫਾਹੀ ਵੀ ਤਿਸ ਦੇ ਨਾਲ ਕੱਟ ਦਿੰਦੇ ਹਨ। ਐਸਾ ਸਤਿਗੁਰੂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਿਰਦ ਹੈ ਜੀ। ਸ਼ਬਦ ਸਤ ਪ੍ਰਭ ਬਖਤਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਪਦੇਸ਼ ਸਤ ਸਰੂਪ ਹੈ। ਪਾਵਨ ਗੁਰਬਾਣੀ ਦਾ ਸ਼ਬਦ ਵੀ ਸਤ ਸਰੂਪ ਹੈ ਤੇ ਇਸ ਦਾ ਨਾਮ ਰੂਪੀ ਸ਼ਬਦ ਵੀ ਸਤ ਸਰੂਪ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਹੋ ਕਰਕੇ ਗੁਰੂ ਰੂਪ ਹੋ ਕਰਕੇ ਬਖਤਾ, ਸੰਸਕ੍ਰਿਤ ਦਾ ਸ਼ਬਦ ਹੈ ਵਕਤਾ, ਉਸ ਦਾ ਗੁਰਮੁਖੀ ਭਾਸ਼ਾ ਦੇ ਵਿੱਚ ਉਲੇਖ ਹੈ ਬਖਤਾ। ਸੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਹੋ ਕਰਕੇ ਸੱਚ ਦੇ ਵਕਤਾ, ਸੱਚ ਨਾਮ ਦੇ ਫਰਮਾਉਣ ਵਾਲੇ ਵੀ ਆਪ ਨੇ। ਸੱਚ ਨਾਮ ਦਾ ਉਪਦੇਸ਼ ਦੇਣ ਵਾਲੇ ਵੀ ਹਰੀ ਅਕਾਲ ਪੁਰਖ ਜੀ ਗੁਰੂ ਰੂਪ ਦੇ ਵਿੱਚ ਆਪ ਹੀ ਹਨ। ਇਸੇ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ਬਦ ਤੇ ਸਤ ਹੈ, ਤੇ ਜਿਹੜੇ ਵਕਤਾ ਹੋ ਕਰਕੇ ਗੁਣਵਾਨ ਹੋ ਕਰਕੇ ਸੰਗਤਾਂ ਨੂੰ ਸੁਣਾਵਣਾ ਕਰਦੇ ਨੇ, ਹਿਰਦੇ ਦੇ ਅੰਦਰ ਧਾਰਨ ਕਰਕੇ ਕਮਾਈ ਕਰ ਲੈਣ, ਉਹ ਵੀ ਸਤ ਸਰੂਪ ਹੋ ਜਾਂਦੇ ਨੇ। ਇਸੇ ਪ੍ਰਕਾਰ ਵਕਤਾ ਦੇ ਪਾਸੋਂ ਸਰਵਣ ਕਰਕੇ, ਹਿਰਦੇ ਦੇ ਅੰਦਰ ਧਾਰਨ ਕਰਕੇ ਜਗਿਆਸੂ ਜਨ ਸਰਵਣ ਕਰਕੇ ਮੰਨਣ ਕਰਨ, ਮੰਨਣ ਕਰਕੇ ਨਿਧਿਆਸਨ ਭਾਵ ਕੇ ਤਿਸ ਦੀ ਕਮਾਈ ਕਰ ਲੈਣ, ਉਹ ਵੀ ਸੱਚ ਸਰੂਪੀ ਹੋ ਜਾਂਦੇ ਨੇ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਨਾਮ ਨੂੰ ਵਕਤਾ ਹੋ ਕਰਕੇ ਕੰਨਾਂ ਦੇ ਨਾਲ ਸੁਣਨਾ ਕਰਦੇ ਨੇ ਵਕਤੇ ਦੇ ਪਾਸੋਂ, ਉਹ ਵੀ ਸੱਚ ਸਰੂਪ, ਵਕਤਾ ਹੋ ਕਰਕੇ ਉਚਾਰਦੇ ਨੇ, ਉਹ ਵੀ ਸੱਚ ਸਰੂਪ। ਤੇ ਹਰੀ ਪਰਮਾਤਮਾ ਜੀ ਗੁਰ ਪਰਮੇਸ਼ਰ ਹੋਣੇ ਕਰਕੇ ਤੇ ਵਕਤਾ ਸ਼ਬਦ ਦੇ ਉਚਾਰਨ ਵਾਲੇ ਨੇ। ਮੁਖ ਦੇ ਵਿੱਚੋਂ ਅੰਮ੍ਰਿਤ ਉਪਦੇਸ਼ ਨੂੰ ਫਰਮਾਵਣੇ ਵਾਲੇ ਵਕਤਾ ਵੀ ਸੱਚ ਸਰੂਪ ਹਨ ਪੂਰੇ ਸਤਿਗੁਰੂ ਜੀ। ਸੁਰਤ ਸਤ ਜਸ ਸੁਨਤਾ। ਭਾਈ ਇਸ ਪ੍ਰਕਾਰ ਜਿਹੜੇ ਜਸ ਸੁਨਤਾ, ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਜਸ ਨੂੰ ਸੁਰਤ ਟਿਕਾ ਕਰਕੇ ਸੁਣਨਾ ਕਰਦੇ ਨੇ, ਉਹ ਵੀ ਸਤ ਸਰੂਪ ਹੋ ਜਾਂਦੇ ਨੇ। ਇਸੇ ਪ੍ਰਕਾਰ ਸੁਰਤ ਨੂੰ ਇਕਾਗਰ ਕਰਕੇ ਸਤ ਸਰੂਪ ਦਾ ਨਾਮ ਜਪਦੇ ਨੇ ਤੇ ਸੁਣਦੇ ਨੇ। ਜਸ ਸੁਨਤਾ, ਵਾਹਿਗੁਰੂ ਜੀ ਦਾ ਜਸ ਸੁਣਦੇ ਨੇ, ਉਹ ਵੀ ਸਤ ਸਰੂਪ ਹੋ ਜਾਂਦੇ ਨੇ। ਸੁਰਤ ਸੁਰਤ ਸੰਧੀ ਛੇਦ ਅਰਥ ਵਾਸਤੇ ਪਾਠ ਮੂਲ ਰੂਪ ਵਿੱਚ ਇਕੱਠਾ ਹੀ ਹੈ। ਸਰੇਸ਼ਟ ਰਤ ਦਾ ਭਾਵ ਹੈ ਪ੍ਰੀਤੀ ਅਥਵਾ ਪਿਆਰ। ਵਾਹਿਗੁਰੂ ਜੀ ਦੇ ਗੁਰ ਸ਼ਬਦ ਦੇ ਨਾਲ ਜੋ ਸੱਚੀ ਪ੍ਰੀਤੀ ਕਰਨੀ ਹੈ, ਸ੍ਰੇਸ਼ਟ ਪਿਆਰ ਕਰਨਾ ਹੈ, ਤੇ ਪਿਆਰ ਕਰਕੇ ਤਿਸ ਦੇ ਜਸ ਨੂੰ ਕੰਨਾਂ ਦੇ ਨਾਲ ਸੁਣਨਾ ਤੇ ਸੱਚ ਸਰੂਪ ਦੇ ਨਾਮ ਨੂੰ ਰਸਨਾ ਦੇ ਨਾਲ ਕਥਨ ਕਰਦੇ ਨੇ, ਉਹ ਵੀ ਸੱਚ ਸਰੂਪ ਹੀ ਹੋ ਜਾਂਦੇ ਹਨ ਜੀ। ਬੁੱਝਨ ਹਾਰ ਕਉ ਸਤ ਸਭ ਹੋਇ। ਗਰੀਬ ਨਿਵਾਜ ਸਾਹਿਬ ਜੀ ਫਰਮਾਵਨਾ ਕਰਦੇ ਨੇ, ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬੁੱਝਨ ਹਾਰ ਹੋ ਕਰਕੇ ਜਿਹੜੇ ਜਪਣਾ ਕਰਦੇ ਨੇ, ਧਿਆਵਨਾ ਕਰਦੇ ਨੇ, ਅਰਾਧਨਾ ਕਰਦੇ ਨੇ, ਉਹ ਸਾਰੇ ਹੀ ਸਤ ਸਰੂਪ ਹੋ ਜਾਂਦੇ ਨੇ। ਇਸੇ ਹੀ ਪ੍ਰਕਾਰ ਬੁੱਝਨ ਹਾਰ ਕਉ ਸਤ ਸਭ ਹੋਇ। ਸੋ ਸਾਰੇ ਹੀ ਉਹ ਸਤ ਸਰੂਪ ਹੁੰਦੇ ਨੇ ਜਿਹੜੇ ਸਤਿਗੁਰੂ ਜੀ ਦੇ ਪਾਸੋਂ ਬੁੱਝਣ ਹੋ ਕਰਕੇ ਬੁੱਝਣਾ ਕਰਦੇ ਨੇ, ਪੁੱਛਣ ਵਾਲੇ ਹੋ ਕਰਕੇ ਪੁੱਛਣਾ ਕਰਦੇ ਨੇ। ਗਰੀਬ ਨਿਵਾਜ ਅਸੀਂ ਤਾਂ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਪੂਰਬਲੇ ਜਨਮਾਂ ਦੀ ਪਾਪਾਂ ਵਾਲੀ ਕਿਰਤ ਹੋਣ ਦੇ ਕਾਰਨ ਵਾਹਿਗੁਰੂ ਜੀ ਦੇ ਦਰ ਤੋਂ ਵਿਛੜ ਗਏ ਆ, ਚਰਨਾਂ ਦੇ ਨਾਲ ਵਿਛੜ ਗਏ ਆ। ਸਾਡਾ ਤਿਸ ਦੇ ਨਾਲ ਮਿਲਾਪ ਕਿਵੇਂ ਹੋ ਜਾਵੇ। ਜਿਹੜੇ ਬੁੱਝਣਹਾਰ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸਤ ਸਰੂਪ ਦੇ ਉਪਦੇਸ਼ ਨੂੰ ਤੇ ਤਿਸ ਦੇ ਸਰੂਪ ਨੂੰ ਬੁੱਝ ਲੈਣਾ ਕਰਦੇ ਨੇ, ਜਾਣ ਲੈਣਾ ਕਰਦੇ ਨੇ, ਉਹ ਵੀ ਸਾਰੇ ਹੀ ਸਤ ਸਰੂਪ ਹੋ ਜਾਂਦੇ ਹਨ ਜੀ। ਨਾਨਕ ਸਤ ਪ੍ਰਭ ਸੋਇ। ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਹਨ, ਭਾਈ
ਉਹ ਪ੍ਰਭੂ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਹਿਲੇ ਸਮੇਂ ਦੇ ਅੰਦਰ ਵੀ ਸੱਚ ਸਰੂਪ ਸੀ ਤੇ ਮੌਜੂਦਾ ਸਮੇਂ ਦੇ ਅੰਦਰ ਵੀ ਸਤ ਸਰੂਪ ਹੈ। ਸਤ ਚਿਤ ਆਨੰਦ ਸਰੂਪ ਹੈ। ਸਤ ਕਹਿਣਾ ਕਰੀਏ ਸਦਾ ਸਦੀਵੀ ਕਾਲ ਸਥਿਰ ਰਹਿਣੇ ਵਾਲਾ। ਸਤ ਕਹਿਣਾ ਕਰੀਏ ਜੋ ਸਦਾ ਚੇਤਨ ਸਰੂਪ ਹੈ, ਕਦੇ ਅਚੇਤ ਨਹੀਂ ਹੁੰਦਾ। ਮਨੁੱਖ ਜਾਗਦਾ ਹੈ ਤੇ ਚੇਤਨ ਹੈ, ਸੌ ਜਾਂਦਾ ਤੇ ਅਚੇਤ ਹੈ। ਇਸੇ ਪ੍ਰਕਾਰ ਸਰੀਰ ਕਰਕੇ ਜੇ ਜਾਗਦਾ ਵੀ ਹੈ ਤੇ ਮਨ ਕਰਕੇ ਨਾਮ ਨਹੀਂ ਜਪਦਾ ਤਾਂ ਕਰਕੇ ਅਚੇਤ ਹੈ। ਬੇਹੋਸ਼ੀ ਦੀ ਹਾਲਤ ਵਿੱਚ ਅਚੇਤ ਹੈ। ਐਕਸੀਡੈਂਟ ਹੋ ਜਾਵੇ, ਸੱਟ ਹੋ ਜਾਵੇ, ਗਸ਼ੀ ਪੈ ਜਾਵੇ, ਬੇਹੋਸ਼ ਹੋ ਜਾਵੇ, ਡਾਕਟਰ ਟੀਕਾ ਲਾ ਕਰਕੇ ਬੇਹੋਸ਼ ਕਰ ਦੇਣ, ਅਚੇਤ ਹੈ। ਪਰ ਵਾਹਿਗੁਰੂ ਸਦਾ ਹੀ ਚੇਤਨ ਸਰੂਪ ਰਹਿੰਦਾ ਹੈ, ਕਦੇ ਵੀ ਕਿਸੇ ਵੀ ਹਾਲਤ ਦੇ ਵਿੱਚ ਅਚੇਤ ਨਹੀਂ ਹੁੰਦਾ। ਹਰੀ ਅਕਾਲ ਪੁਰਖ ਵਾਹਿਗੁਰੂ ਆਨੰਦ ਸਰੂਪ ਹੈ। ਇਸੇ ਪ੍ਰਕਾਰ ਸਤ ਚੇਤਨ ਸੱਤਾ ਹੈ। ਚੇਤਨ ਸੱਤਾ ਹੋ ਕਰਕੇ, ਸਾਖੀ ਰੂਪ ਹੋ ਕਰਕੇ, ਆਤਮਾ ਰੂਪ ਹੋ ਕਰਕੇ ਸਭਨਾਂ ਦੇ ਅੰਦਰ ਵਸਿਆ ਹੋਇਆ ਹੈ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸੋਭਾ ਵਡਿਆਈ ਵਾਲਾ ਹੈ। ਸੋਏ ਉਹ ਪਰਮਾਤਮਾ, ਸੋਏ ਸੋਭਾ ਵਾਲਾ ਹੈ। ਚੇਤਨ ਸਰੂਪ ਸਦਾ ਸੱਚ ਸਰੂਪ ਵਿੱਚ ਸਥਿਰ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ। ਤੇ ਇਸ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਜਿਸ ਨੇ ਹਿਰਦੇ ਦੇ ਅੰਦਰ ਸੱਚ ਕਰਕੇ ਮੰਨ ਲਿਆ, ਇੱਕ ਵਾਹਿਗੁਰੂ ਹੀ ਸੱਚ ਹੈ, ਬਾਕੀ ਸਾਰਾ ਜਗਤ ਸੰਸਾਰ ਨਾਸ਼ਵਾਨ ਹੈ। ਦੁਨੀਆ ਤੇ ਰਹਿਣ ਵਾਲਾ ਟਿਕਣ ਵਾਲਾ ਤੇ ਕੁਝ ਵੀ ਨਹੀਂ। ਜੋ ਦੀਸੈ ਸੋ ਸਗਲ ਬਿਨਾਸਾ, ਜੋ ਬਾਦਰ ਕੀ ਛਾਈ। ਸਾਧ ਸੰਗਤ ਜੀ, ਧੁੱਪ ਚੜੀ ਹੋਵੇ, ਸੂਰਜ ਚੜਿਆ ਹੋਵੇ, ਬੱਦਲ ਦੀ ਕੋਈ ਟੁਕੜੀ ਉਸ ਸੂਰਜ ਦੇ ਅੱਗੇ ਆ ਜਾਵੇ, ਪਰਛਾਵਾਂ ਪੈਣ ਦੇ ਨਾਲ ਧਰਤੀ ਦੇ ਉੱਪਰ ਛਾਂ ਹੋ ਜਾਂਦੀ ਏ। ਛਾਂ ਤੇ ਹੋ ਜਾਂਦੀ ਏ ਪਰ ਉਹ ਖਿੰਨ ਭੰਗਰ ਸਮੇਂ ਵਾਸਤੇ ਹੁੰਦੀ ਏ। ਖਿੰਨ ਮਾਤਰ ਸਮੇਂ ਵਿੱਚ ਨਾਸ਼ ਹੋ ਜਾਂਦੀ ਏ, ਝਾਟੀ ਮਿਟ ਜਾਂਦੀ ਏ। ਉਹ ਛਾਇਆ ਸਦਾ ਨਹੀਂ ਰਹਿੰਦੀ। ਛਾਇਆ ਦਿਸਦੀ ਵੀ ਹੈ, ਨਜ਼ਰ ਵੀ ਆਉਂਦੀ ਹੈ, ਹੁੰਦੀ ਵੀ ਹੈ, ਪਰ ਸਦਾ ਰਹਿੰਦੀ ਨਹੀਂ। ਸੰਸਾਰ ਨਜ਼ਰ ਵੀ ਆਉਂਦਾ ਹੈ, ਹੁੰਦਾ ਵੀ ਹੈ, ਪਰ ਸਦਾ ਰਹਿੰਦਾ ਨਹੀਂ। ਹਜ਼ੂਰ ਫਰਮਾਉਂਦੇ ਨੇ ਜਿਵੇਂ ਬੱਦਲ ਦੀ ਛਾਇਆ ਸਦਾ ਨਹੀਂ ਰਹਿੰਦੀ, ਇਵੇਂ ਸੰਸਾਰ ਸਦਾ ਰਹਿਣ ਵਾਲਾ ਨਹੀਂ। ਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਦਾ ਸਥਿਰ ਨੇ, ਸਦਾ ਰਹਿਣ ਵਾਲੇ ਨੇ। ਐਸੇ ਸਤ ਸਰੂਪ ਨੂੰ ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਦੇ ਅੰਦਰ ਸੱਚ ਸਰੂਪ ਕਰਕੇ ਮੰਨਿਆ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ। ਸੱਚ ਸਰੂਪ ਪਰਮਾਤਮਾ ਜੀ ਨੂੰ ਹਿਰਦੇ ਦੇ ਅੰਦਰ ਸੱਚ ਸਰੂਪ ਕਰਕੇ, ਸੱਚਾ ਕਰਕੇ, ਸदैवी ਕਰਕੇ, ਪਾਲਣਹਾਰ ਸਿਰਜਣਹਾਰ ਕਰਕੇ ਜਿਨ੍ਹਾਂ ਨੇ ਮਨ ਦੇ ਅੰਦਰ ਮੰਨਿਆ ਹੈ, ਨਾਮ ਦਾ ਦਾਤਾ ਕਰਕੇ, ਬਖਸ਼ਿੰਦ ਕਰਕੇ ਹਿਰਦੇ ਦੇ ਅੰਦਰ ਮੰਨਿਆ ਹੈ। ਕਰਨ ਕਰਾਵਨ ਤਿਨ ਮੂਲ ਪਛਾਨਿਆ। ਉਹਨਾਂ ਨੇ ਮੂਲ ਰੂਪ ਦੇ ਵਿੱਚ ਸਾਰੇ ਕਿਛ ਦਾ ਕਰਤਾ ਤੇ ਕਰਾਉਣ ਵਾਲਾ ਪਰਮਾਤਮਾ ਨੂੰ ਹੀ ਮੰਨਿਆ। ਮੂਲ ਰੂਪ ਦੇ ਵਿੱਚ ਕਰਤਾ ਭਰਤਾ ਹਰਤਾ ਪਰਮਾਤਮਾ ਨੂੰ ਹੀ ਮੰਨਿਆ ਤੇ ਕਰਾਵਣਹਾਰ ਜੇ ਕਹੀਏ ਜੀ ਦੇਵਤਿਆਂ ਦੇ ਪਾਸੋਂ ਕਰਵਾਉਂਦਾ ਹੈ। ਪਰਮਾਤਮਾ ਜੀ ਨੇ ਮਾਇਆ ਦੇ ਪਾਸੋਂ ਸੰਸਾਰ ਨੂੰ ਕਰਵਾਇਆ। ਇਹ ਨਹੀਂ ਕਹਿੰਦੇ ਮਾਇਆ ਨੇ ਸੰਸਾਰ ਬਣਾਇਆ, ਇਹ ਨਹੀਂ ਕਹਿੰਦੇ ਦੇਵਤਿਆਂ ਨੇ ਬਣਾਇਆ। ਫਿਰ ਨਿਸ਼ਚਾ ਹੁੰਦਾ ਹੈ ਦੇਵਤੇ ਕੌਣ ਨੇ ਬਣਾਉਣ ਵਾਲੇ, ਇਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ, ਮਾਇਆ ਕੌਣ ਹੈ ਬਣਾਉਣ ਵਾਲੀ, ਇਸ ਨੂੰ ਪੈਦਾ ਕਰਨ ਵਾਲਾ ਕੌਣ ਹੈ। ਕੇਵਲ ਤਾਂ ਕੇਵਲ ਇੱਕ ਨਿਰੰਕਾਰ। ਜੇ ਆਪ ਸੰਸਾਰ ਰਚਿਆ ਤੇ ਤਾਂ ਵੀ ਆਪਣੀ ਚੇਤਨ ਸੱਤਾ ਦੇ ਨਾਲ, ਤੇ ਜੇ ਕਰਵਾਇਆ ਹੈ ਬਣਵਾਇਆ ਹੈ ਤਾਂ ਵੀ ਆਪਣੇ ਹੁਕਮ ਤੇ ਚੇਤਨ ਸੱਤਾ ਸ਼ਕਤੀ ਦੇ ਨਾਲ ਹੀ ਬਣਾਇਆ ਹੈ। ਪੈਦਾ ਕਰਨ ਵਾਲਾ ਤੇ ਕਰਵਾਉਣ ਵਾਲਾ, ਕਾਰਜਾਂ ਨੂੰ ਕਰਨ ਵਾਲਾ ਤੇ ਕਰਵਾਉਣ ਵਾਲਾ, ਬ੍ਰਹਮੇ ਦੇ ਪਾਸੋਂ ਉਸਤਤੀ ਕਰਵਾਉਣ ਵਾਲਾ, ਮਾਇਆ ਦੁਆਰਾ ਤੇ ਇਸ ਨੂੰ ਚਲਾਉਣ ਵਾਲਾ, ਵਿਸ਼ਨੂੰ ਦੁਆਰਾ ਭੰਡਾਰਾ ਦੇ ਕਰਕੇ ਸ਼ਿਵ ਜੀ ਦੁਆਰਾ ਲੈਤਾ ਕਰਨੇ ਵਾਲਾ ਤੇ ਕਰਵਾਉਣੇ ਵਾਲਾ ਵੀ ਆਪ ਹੈ। ਹੁਕਮ ਤੇ ਉਸੇ ਦਾ ਚੱਲਦਾ ਨਾ। ਨਹੀਂ ਤਾਂ ਦੇਵਤੇ ਵਿਚਾਰੇ ਕੌਣ ਨੇ, ਨਾ ਕਿਸੇ ਨੂੰ ਪੈਦਾ ਕਰ ਸਕਦੇ ਨੇ ਨਾ ਮਾਰ ਸਕਦੇ ਨੇ। ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਤੇ ਇਸ ਵਾਹਿਗੁਰੂ ਜੀ ਤੋਂ ਬਿਨਾ ਅਥਵਾ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾ ਨਾ ਤੇ ਕੋਈ ਕਿਸੇ ਨੂੰ ਮਾਰ ਸਕਦਾ ਤੇ ਨਾ ਰੱਖ ਸਕਦਾ, ਚਾਹੇ ਦੇਵਤੇ ਹੀ ਕਿਉਂ ਨਾ ਹੋਣ। ਇਸ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਪਰ ਗੁਰਮੁਖ ਨਿਸ਼ਚਾ ਰੱਖਦੇ ਨੇ। ਸਾਰੇ ਕਿਛ ਕਰੋੜਾ ਬ੍ਰਹਮੰਡਾਂ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਤੇ ਕਰਵਾਵਣੇ ਵਾਲਾ ਵੀ ਆਪ ਹੈ। ਮੂਲ ਰੂਪ ਦੇ ਵਿੱਚ ਕਾਰਨ ਰੂਪ ਵੀ ਆਪ ਹੈ, ਤੱਤਾਂ ਦਾ ਪੈਦਾ ਕਰਤਾ ਵੀ ਆਪ ਹੈ ਤੇ ਤੱਤਾਂ ਨੂੰ ਪ੍ਰੇਰ ਕਰਕੇ ਪੈਦਾ ਕਰਨੇ ਵਾਲਾ ਵੀ ਆਪ ਹੈ। ਇਸਤਰੀ ਪੁਰਖ ਨੂੰ ਪ੍ਰੇਰ ਕਰਕੇ ਤਿੰਨਾਂ ਦੇ ਸੰਬੰਧ ਦੁਆਰਾ ਅੱਗੇ ਕਾਇਨਾਤ ਸ੍ਰਿਸ਼ਟੀ ਦੀ ਰਚਨਾ ਕਰਵਾਉਣ ਵਾਲਾ ਵੀ ਆਪ ਹੀ ਹੈ। ਵਾਹਿਗੁਰੂ ਜੀ ਮਨਾਂ ਵਿੱਚ ਪ੍ਰੇਰਨਾ ਹੀ ਨਾ ਪਾਉਣ ਫਿਰ ਕਿਸ ਪ੍ਰਕਾਰ ਅੱਗੇ ਸ੍ਰਿਸ਼ਟੀ ਚੱਲੇ। ਇਸ ਪ੍ਰਕਾਰ ਸਭਨਾਂ ਦੇ ਸੰਬੰਧ ਦੁਆਰਾ ਵੀ ਪ੍ਰੇਰਨਾ ਕਰਨੇ ਵਾਲਾ ਵਾਹਿਗੁਰੂ ਆਪ ਤੇ ਪ੍ਰੇਰਨਾ ਦੁਆਰਾ ਸੰਬੰਧ ਕਰਵਾ ਕਰਕੇ ਅੱਗੇ ਸ੍ਰਿਸ਼ਟੀ ਨੂੰ ਪੈਦਾ ਕਰਵਾਉਣ ਵਾਲਾ ਵੀ ਆਪ ਹੈ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ। ਜਿਸ ਪ੍ਰਾਣੀ ਮਾਤਰ ਗੁਰਮੁਖ ਜਨ ਦੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਥਾਏ
ਹਿਰਦੇ ਦੇ ਅੰਦਰ ਅਟਲ ਵਿਸ਼ਵਾਸ ਆਇਆ ਹੈ, ਦ੍ਰਿੜ ਨਿਸ਼ਚਾ ਆਇਆ ਹੈ, ਪੱਕਾ ਭਰੋਸਾ ਹੋ ਆਇਆ ਹੈ ਕਿ ਕਰਤਾ ਭਰਤਾ ਹਰਤਾ ਉਹ ਆਪ ਹੀ ਹੈ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਤਿਸ ਦੇ ਮਨ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਤ ਸਿਧਾਂਤ ਦਾ ਵਾਸਤਵ ਸਰੂਪ ਦਾ ਗਿਆਨ ਪ੍ਰਗਟ ਕਰ ਦਿੱਤਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸੀ ਵੱਡੀ ਭਾਰੀ ਬਖਸ਼ਿਸ਼ ਕੀਤੀ ਜੋ ਸੱਤ ਵਸਤੂ ਤੋਂ ਸਾਰੇ ਅਗਿਆਤ ਨੇ। ਸੱਤ ਵਸਤੂ ਆਤਮਾ ਕਹੀਏ, ਅਸਤ ਸਰੀਰ ਕਹੀਏ, ਸੱਤ ਵਸਤੂ ਪਰਮਾਤਮਾ ਕਹੀਏ, ਅਸਤ ਅਥਵਾ ਝੂਠ ਪ੍ਰਪੰਚ ਸੰਸਾਰ ਕਹੀਏ। ਜਿਨ੍ਹਾਂ ਨੇ ਦ੍ਰਿੜ ਨਿਸ਼ਚਾ ਪ੍ਰਮਾਤਮਾ ਜੀ ਤੇ ਕਰ ਲਿਆ ਨਾ, ਫਿਰ ਵਾਹਿਗੁਰੂ ਜੀ ਨੇ ਅਸਤ ਵਸਤੂ ਦੇ ਨਾਲੋਂ ਪ੍ਰਪੰਚ ਸੰਸਾਰ ਸਰੀਰਾਂ ਦੇ ਨਾਲੋਂ ਮੋਹ ਹਟਾ ਕਰਕੇ ਆਪਣੇ ਸੱਚ ਸਰੂਪ ਦਾ ਤਿੰਨਾਂ ਨੂੰ ਗਿਆਨ ਦੇ ਕਰਕੇ ਆਪਣੇ ਨਾਲ ਹੀ ਜੋੜ ਲੈਣਾ ਕੀਤਾ ਹੈ ਜੀ। ਭੈ ਤੇ ਨਿਰਭਉ ਹੋਏ ਬਸਾਨਾ, ਇਸ ਪ੍ਰਕਾਰ ਭੈ ਅਵਸਥਾ ਦੇ ਵਿੱਚੋਂ ਤਿੰਨਾਂ ਨੂੰ ਕੱਢ ਕਰਕੇ ਨਿਰਭਉ ਅਵਸਥਾ ਕਰ ਦੇਣਾ ਕੀਤੀ ਹੈ ਤਿੰਨਾਂ ਦੀ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਵੀ ਭੈ ਤੋਂ ਸੁਤੰਤਰ ਹੈ, ਨਿਰਭਉ ਅਵਸਥਾ ਦੇ ਵਿੱਚ ਵਸਣੇ ਵਾਲਾ ਹੈ। ਇਸੇ ਹੀ ਪ੍ਰਕਾਰ ਭੈ ਤੇ ਨਿਰਭਉ ਹੋਏ ਬਸਾਨਾ, ਹੋਏ ਬਸਾਨਾ ਤਿੰਨਾਂ ਦਾ ਵਾਸਾ ਹੁੰਦਾ ਹੈ। ਭੈ ਸਾਰੇ ਡਰਾਂ ਨੂੰ ਛੱਡ ਕਰਕੇ, ਖੌਫ ਤਾਈਆਂ ਨੂੰ ਛੱਡ ਕਰਕੇ, ਸਰਬਤ ਪ੍ਰਕਾਰ ਦੀਆਂ ਚਿੰਤਾਵਾਂ ਨੂੰ ਛੱਡ ਕਰਕੇ ਜਮਾਂ ਦਾ ਡਰ, ਇਸੇ ਪ੍ਰਕਾਰ ਸੋ ਦੁੱਖਾਂ ਦਾ ਡਰ, ਬਿਮਾਰੀਆਂ ਦਾ ਡਰ, ਵਿਕਾਰਾਂ ਦਾ ਡਰ, ਦੁਸ਼ਮਣਾਂ ਦਾ ਡਰ, ਅੰਤਰੀਵ ਵਿਕਾਰਾਂ ਰੂਪੀ ਦੁਸ਼ਮਣਾਂ ਦਾ ਡਰ, ਪ੍ਰਤੱਖ ਦੁਸ਼ਮਣਾਂ ਦਾ ਡਰ ਛੱਡ ਕਰਕੇ, ਮੌਤ ਦੇ ਵੀ ਡਰ ਨੂੰ ਛੱਡ ਕਰਕੇ ਜੋ ਨਿਰਭੈ ਸਰੂਪ ਪਰਮੇਸ਼ਰ ਹੈ ਤਿਸ ਦੇ ਵਿੱਚ ਹੀ ਤਿੰਨਾਂ ਦਾ ਵਾਸ ਹੋ ਜਾਂਦਾ ਹੈ। ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸਾਰਾ ਸੰਸਾਰ ਉਤਪੰਨ ਹੋਇਆ ਹੈ ਨਾ, ਅਥਵਾ ਭਗਤ ਜਨ ਉਤਪੰਨ ਹੋਏ ਨੇ, ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਹੀ ਸਮਾ ਜਾਂਦੇ ਨੇ। ਵਾਹਿਗੁਰੂ 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 ਜਪਦਿਆਂ ਵਾਹਿਗੁਰੂ ਜੀ ਦੇ ਵਿੱਚ ਹੀ ਅਭੇਦਤਾ ਪ੍ਰਾਪਤ ਕਰ ਲੈਂਦੇ ਹਨ ਜੀ। ਬਸਤ ਮਾਹਿਲੇ ਬਸਤ ਗਡਾਈ, ਗਰੀਬ ਨਿਵਾਜ ਇਹ ਗੱਲ ਤਾਂ ਬੜੀ ਅਟਪਟੀ ਲੱਗਦੀ ਹੈ ਸੁਣਨ ਦੇ ਵਿੱਚ। ਮਹਾਰਾਜ ਛੇਤੀ ਹਜ਼ਮ ਨਹੀਂ ਹੁੰਦੀ। ਅਲਪਗ ਜੀਵ ਨਾਮ ਨੂੰ ਜਪ ਕੇ ਵਾਹਿਗੁਰੂ ਜੀ ਦੇ ਵਿੱਚ ਸਮਾ ਕਰਕੇ ਉਸੇ ਦਾ ਰੂਪ ਹੋ ਜਾਂਦਾ ਹੈ। ਗਰੀਬ ਨਿਵਾਜ ਕਿਰਪਾਲਤਾ ਕਰਕੇ ਉਪਦੇਸ਼ ਦੁਆਰਾ ਇਸ ਰਹੱਸ ਨੂੰ ਸੁਲਝਾਵਣਾ ਕਰੋ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਜਿਵੇਂ ਵਸਤੂ ਦੇ ਅੰਦਰ ਵਸਤ ਗਡਾਈ ਮਿਲਾ ਦਿੱਤੀ ਜਾਂਦੀ ਏ। ਸਾਧ ਸੰਗਤ ਜੀ ਸੋਨੇ ਦੀ ਡਲੀ ਹੁੰਦੀ ਏ, ਬੇਅੰਤ ਪ੍ਰਕਾਰ ਦੇ ਗਹਿਣੇ ਹੁੰਦੇ ਨੇ। ਹੁਣ ਡਲੀ ਅਲੱਗ ਦਿਸਦੀ ਏ ਤੇ ਗਹਿਣਾ ਅਲੱਗ ਦਿਸਦਾ ਹੈ। ਪਰ ਜੇਕਰ ਗਹਿਣੇ ਨੂੰ ਪਿਘਲਾ ਕਰਕੇ, ਲਿਕਵਿਡ ਬਣਾ ਕਰਕੇ, ਤਰਲ ਬਣਾ ਕਰਕੇ ਡਲੀ ਦੇ ਉੱਪਰ ਪਾ ਦਿੱਤਾ ਜਾਵੇ ਤੇ ਫਿਰ ਡਲੀ ਦੀ ਡਲੀ ਬਣ ਜਾਂਦੀ ਏ। ਜਿਹੜਾ ਆਕਾਰ ਰੂਪ ਗਹਿਣਾ ਸੀ ਫਿਰ ਉਸ ਦਾ ਭਾਵ ਹੋ ਜਾਂਦਾ ਹੈ, ਸੋਨੇ ਦਾ ਸੋਨਾ ਹੀ ਰਹਿ ਜਾਂਦਾ ਹੈ, ਉਸ ਨੂੰ ਫਿਰ ਗਹਿਣਾ ਨਹੀਂ ਆਖਿਆ ਜਾਂਦਾ। ਇਸੇ ਪ੍ਰਕਾਰ ਜੋ ਜੀਵ ਦੇ ਅੰਦਰ ਆਤਮਾ ਹੈ, ਸਾਰੇ ਸਰੀਰ ਆਕਾਰ ਕਹਿ ਲਈਏ ਪ੍ਰਮਾਤਮਾ ਜੀ ਨੇ ਗਹਿਣੇ ਹੀ ਬਣਾਏ ਹੋਏ ਨੇ। ਤੇ ਜਿਸ ਪ੍ਰਕਾਰ ਸੋਨੇ ਦੀ ਡਲੀ ਵਿੱਚ ਗਹਿਣਾ ਢਲ ਕੇ ਉਸ ਦਾ ਰੂਪ ਹੋ ਜਾਂਦਾ ਹੈ, ਵਾਹਿਗੁਰੂ ਡਲੀ ਰੂਪ ਹੈ। ਸਰੀਰ ਰੂਪੀ ਜਿਹੜੇ ਗਹਿਣੇ ਨੇ ਢਲ ਜਾਂਦੇ ਨੇ, ਜੋ ਅੰਦਰ ਸਰੀਰ ਦੇ ਅੰਦਰ ਵਾਸਤਵ ਜੋਤ ਪ੍ਰਮਾਤਮਾ ਦੀ ਆਤਮਾ ਹੈ ਨਾ, ਸੋ ਉਹ ਢਲ ਕਰਕੇ ਪ੍ਰਮਾਤਮਾ ਜੀ ਦੇ ਅੰਦਰ ਹੀ ਲੀਨ ਹੋ ਜਾਂਦੀ ਹੈ। ਜਿਵੇਂ ਸਾਰੀਆਂ ਨਦੀਆਂ ਦਾ, ਨਾਲਿਆਂ ਦਾ, ਚਸ਼ਮਿਆਂ ਦਾ ਜਲ ਆਖਰਕਾਰ ਸਮੁੰਦਰ ਵਿੱਚ ਜਾ ਕਰਕੇ ਪੈਂਦਾ ਹੈ, ਇਹ ਸਾਰਾ ਸਮੁੰਦਰ ਰੂਪੀ ਹੋ ਜਾਂਦਾ ਹੈ। ਇਸੇ ਪ੍ਰਕਾਰ ਬੇਅੰਤ ਧਰਮਾਂ ਦੇ ਸਾਧਕ, ਸਿੱਧ, ਉਪਾਸ਼ਕ, ਸਿਮਰਨ ਵਾਲੇ, ਜਪ ਵਾਲੇ, ਤਪ ਵਾਲੇ ਜਿਹੜੇ ਵਾਹਿਗੁਰੂ ਜੀ ਨੂੰ ਭਾ ਜਾਂਦੇ ਨੇ, ਜਿਨ੍ਹਾਂ ਨੂੰ ਮੁਕਤ ਕਰਨਾ ਵਾਹਿਗੁਰੂ ਜੀ ਨੂੰ ਭਾਉਂਦਾ ਹੈ। ਜਿਵੇਂ ਨਦੀਆਂ ਦਾ ਜਲ ਸਾਗਰ ਵਿੱਚ ਮਿਲ ਕੇ ਉਸ ਦਾ ਰੂਪ ਹੋ ਜਾਂਦਾ ਹੈ, ਆਪਣੇ ਪਿਆਰ ਵਾਲਿਆਂ ਨੂੰ ਵਾਹਿਗੁਰੂ ਜੀ ਆਪਣੇ ਵਿੱਚ ਮਿਲਾ ਕਰਕੇ ਆਪਣਾ ਹੀ ਰੂਪ ਕਰ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਹਨ, ਬਸਤ ਮਾਹਿਲੇ ਬਸਤ ਗਡਾਈ। ਜਿਵੇਂ ਵਸਤੂ ਦੇ ਵਿੱਚ ਵਸਤੂ ਪਾ ਦਈਏ, ਮਿਲ ਕੇ ਇੱਕ ਰੂਪ ਹੋ ਜਾਂਦੀਆਂ ਨੇ। ਬਾਲਟੀ ਦੇ ਵਿੱਚ ਜਲ ਹੋਵੇ, ਪਾਣੀ ਹੋਵੇ, ਜਾ ਕਰਕੇ ਨਦੀ ਦੇ ਵਿੱਚ ਪਾ ਦਈਏ, ਉਹ ਨਦੀ ਦੇ ਨਾਲ ਅਭੇਦ ਹੋ ਜਾਂਦਾ, ਇੱਕ ਰੂਪ ਹੀ ਹੋ ਜਾਂਦਾ। ਇਸੇ ਪ੍ਰਕਾਰ ਗਲਾਸ ਵਿੱਚ ਦੁੱਧ ਹੋਵੇ, ਉਸ ਨੂੰ ਕੈਨ ਦੇ ਵਿੱਚ, ਡੋਣੇ ਦੇ ਵਿੱਚ, ਮੱਟ ਦੇ ਵਿੱਚ, ਘੜੇ ਦੇ ਵਿੱਚ ਜਾਂ ਬਾਲਟੀ ਵਾਲੇ ਦੁੱਧ ਦੇ ਵਿੱਚ ਮਿਲਾ ਦਈਏ, ਉਹ ਇੱਕ ਰੂਪ ਹੀ ਹੋ ਜਾਂਦਾ। ਕਣਕ ਦਾ ਬੋਰਾ ਹੋਵੇ, ਉਲਾਦ ਦਿੱਤਾ ਜਾਵੇ, ਕਣਕ ਦਾ ਕਹਿ ਲਈਏ ਬੋਲ ਹੋਵੇ, ਢੇਰ ਹੋਵੇ, ਬੁੱਕ ਭਰ ਕੇ ਕਣਕ ਦਾ ਉਸ ਦੇ ਉੱਤੇ ਸੁੱਟ ਦਈਏ, ਉਹ ਉਸੇ ਦਾ ਹੀ ਰੂਪ ਹੋ ਜਾਂਦਾ, ਕੋਈ ਵਖਰੇਵਾ ਨਹੀਂ ਰਹਿੰਦਾ ਹੈ। ਕੋਈ ਵੀ ਵਸਤੂ ਹੋਵੇ, ਬੀਜ ਦੇ ਵਿੱਚ ਬੀਜ ਮਿਲਾ ਦਈਏ, ਮਿੱਟੀ ਦੇ ਵਿੱਚ ਮਿੱਟੀ ਮਿਲਾ ਦਈਏ, ਰੇਤਾ ਦੇ ਵਿੱਚ ਰੱਤਿਆ ਮਿਲਾ ਦਈਏ, ਖੰਡ ਦੇ ਵਿੱਚ ਖੰਡ ਮਿਲਾ ਦਈਏ, ਸ਼ੱਕਰ ਦੇ ਵਿੱਚ ਸ਼ੱਕਰ ਮਿਲਾ ਦਈਏ, ਇੱਕ ਵਸਤੂ ਉਸ ਦੀ ਨਾਲ ਦੀ ਵਸਤੂ ਦੇ ਵਿੱਚ ਮਿਲਾ ਦਈਏ ਤੇ ਕੋਈ ਭੇਦ ਨਹੀਂ ਰਹਿੰਦਾ ਹੈ। ਇਸੇ ਪ੍ਰਕਾਰ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ। ਤੇ ਪਿਆਰਿਓ,
ਕਿਸੇ ਪ੍ਰਕਾਰ ਦਾ ਜੀਵ ਈਸ਼ ਅਥਵਾ ਜੀਵ ਬ੍ਰਹਮ ਦਾ ਫਿਰ ਭੇਦ ਨਹੀਂ ਰਹਿ ਜਾਂਦਾ ਹੈ। ਤਾ ਕਉ ਭਿੰਨ ਨ ਕਹਿਣਾ ਜਾਈ। ਵਸਤੂ ਦੇ ਵਿੱਚ ਵਸਤੂ ਮਿਲ ਜਾਵੇ ਵੱਖਰੀ ਨਹੀਂ ਕਹੀ ਜਾਂਦੀ। ਸੋਨੇ ਦਾ ਗਹਿਣਾ ਢਾਲ ਕਰਕੇ ਡਲੀ ਦੇ ਵਿੱਚ ਮਿਲਾ ਦਈਏ ਵੱਖਰਾ ਨਹੀਂ ਕਿਹਾ ਜਾਂਦਾ। ਨਦੀਆਂ ਦਾ ਪਾਣੀ ਸਾਗਰ ਵਿੱਚ ਪੈ ਜਾਵੇ ਵੱਖਰਾ ਨਹੀਂ ਕਿਹਾ ਜਾਂਦਾ। ਇਸ ਪ੍ਰਕਾਰ ਆਤਮਾ ਵਸਤੂ ਪਰਮਾਤਮਾ ਜੀ ਦੇ ਤਤ ਸਿਧਾਂਤ ਸਰੂਪ ਦੇ ਅੰਦਰ ਮਿਲ ਗਈ, ਉਹ ਵੱਖਰੀ ਨਹੀਂ ਕਹੀ ਜਾਂਦੀ ਹੈ। ਬੂਝੈ ਬੂਝਨਹਾਰ ਵਿਵੇਕ। ਇਹ ਗਰੀਬ ਨਿਵਾਜ ਸਤਿਗੁਰੂ ਜੀ, ਐਸੀ ਗਿਆਨ ਅਵਸਥਾ ਦੀ ਸਮਝ ਕਿੰਨਾਂ ਨੂੰ ਆਉਂਦੀ ਹੈ? ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਹਨ ਜਿਹੜੇ ਵਿਵੇਕ ਵਿਚਾਰ ਕਰਦੇ ਨੇ। ਬੁੱਝਣਹਾਰ ਪਰਮਾਤਮਾ ਜੀ ਨੂੰ ਉਹ ਬੁੱਝ ਲੈਂਦੇ ਨੇ, ਉਹ ਜਾਣ ਲੈਂਦੇ ਨੇ, ਉਹ ਸਮਝ ਲੈਂਦੇ ਨੇ ਗੁਰੂ ਉਪਦੇਸ਼ ਦੁਆਰਾ, ਜਿਹੜੇ ਗੁਰ ਸ਼ਬਦ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਸਦਾ ਹਿਰਦੇ ਦੇ ਅੰਦਰ ਵਿਚਾਰ ਕਰਦੇ ਹਨ। ਨਾਰਾਇਣ ਮਿਲੇ ਨਾਨਕ ਏਕ। ਉਹ ਇੱਕ ਏਕਤਾ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾ ਕਉ ਬਲਿਹਾਰਾ। ਪਾਰ ਬ੍ਰਹਮ ਦੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਪੂਰੇ ਗੁਰੂ ਜਿਨ੍ਹਾਂ ਨੂੰ ਮਿਲੇ, ਸਮਰੱਥ ਗੁਰੂ ਜਿਨ੍ਹਾਂ ਨੂੰ ਮਿਲੇ ਭਾਈ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਇਸੇ ਹੀ ਪ੍ਰਕਾਰ ਨਾਰਾਇਣ ਮਿਲੇ ਨਾਨਕ ਏਕ। ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਸਰੂਪ ਦੇ ਵਿੱਚ ਮਿਲੇ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਖਸ਼ਿਸ਼ ਦੇ ਸਦਕਾ ਉਹ ਇੱਕ ਨਾਰਾਇਣ ਨੂੰ ਮਿਲ ਕਰਕੇ ਤਿਸ ਦੇ ਵਿੱਚ ਹੀ ਇਹ ਭੇਦ ਹੋ ਗਏ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹਿਰਦੇ ਦਾ ਦਵੰਦਵਾਦ ਖਤਮ ਕਰਕੇ, ਦੁਆਤਵਾਦ ਖਤਮ ਕਰਕੇ ਇੱਕ ਦਾ ਉਪਦੇਸ਼ ਦੇਣਾ ਕੀਤਾ, ਅਥਵਾ ਇੱਕ ਦੇ ਉਪਦੇਸ਼ ਦੇ ਸਦਕਾ ਹਿਰਦੇ ਚੋਂ ਦੁਆਤ ਭਾਵਨਾ ਨੂੰ ਖਤਮ ਕਰਕੇ ਤਿਸ ਦੇ ਨਾਲ ਮਿਲਾ ਦੇਣਾ ਕੀਤਾ ਹੈ। ਜਿਹੜਾ ਨਾਰਾਇਣ ਨਰ ਆਇਣ ਨਰਾਂ ਨਰਾਂ ਦੇ ਅੰਦਰ ਆਇਆ, ਹਰ ਇੱਕ ਦੇ ਅੰਦਰ ਜਿਸ ਦੀ ਜੋਤ ਹੈ। ਇਸੇ ਪ੍ਰਕਾਰ ਜਿਸ ਦੇ ਅੰਦਰ ਨਾਰਾਇਣ, ਰਾਇਣ ਨਾਮ ਰਾਤਰੀ ਦਾ ਹੈ, ਰਾਤਰੀ ਤੋਂ ਲੈਣਾ ਕਾਲਾ ਹਨੇਰਾ, ਜਿਸ ਦੇ ਅੰਦਰ ਰਾਤਰੀ ਵਰਗਾ ਕਾਲਾ ਅਗਿਆਨਤਾ ਦਾ ਹਨੇਰਾ ਘੁੱਪ ਗੁਬਾਰ ਨਹੀਂ ਰਹਿ ਜਾਂਦਾ, ਨਾਮ ਦੇ ਸਦਕਾ ਹਿਰਦੇ ਦੇ ਅੰਦਰ ਚਾਨਣ ਪ੍ਰਕਾਸ਼ ਗਿਆਨ ਹੋ ਜਾਂਦਾ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਸਤਿਗੁਰੂ ਜੀ ਦੇ ਉਪਦੇਸ਼ ਦੇ ਸਦਕਾ ਹਿਰਦੇ ਦੇ ਅੰਦਰ ਚਾਨਣ ਚੜਾਉਂਦਾ ਕਰੋੜਾਂ ਸੂਰਜਾਂ ਤੋਂ ਜ਼ਿਆਦਾ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਦੇ ਨਾਲ ਤਿੰਨਾਂ ਦਾ ਮਿਲਾਪ ਹੋ ਜਾਂਦਾ ਹੈ। ਠਾਕੁਰ ਕਾ ਸੇਵਕ ਆਗਿਆਕਾਰੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਜਿਹੜੇ ਸਤਪੁਰਖ ਨਾਮ ਦੇ ਰਸੀਏ ਵਾਹਿਗੁਰੂ ਜੀ ਦੇ ਨਾਲ ਸੋ ਇੱਕਮਿਕ ਹੋ ਕਰਕੇ ਰਹਿਣਾ ਕਰਦੇ ਨੇ, ਭੇਦਤਾ ਪ੍ਰਾਪਤ ਕਰਦੇ ਨੇ, ਤਿਨਾਂ ਦੇ ਹਿਰਦੇ ਦੀ ਅਵਸਥਾ ਕੈਸੀ ਹੁੰਦੀ ਹੈ? ਹਜ਼ੂਰ ਜੀ ਫਰਮਾਵਣਾ ਕਰਦੇ ਹਨ, ਜੋ ਠਾਕੁਰ ਜੀ ਦਾ, ਸਾਹਿਬ ਜੀ ਦਾ, ਪਰਮਾਤਮਾ ਜੀ ਦਾ ਸੇਵਕ ਆ ਨਾ, ਸਦਾ ਹੀ ਆਗਿਆਕਾਰੀ ਹੋ ਕਰਕੇ ਰਵੇ, ਸਦਾ ਹੀ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਇਸ ਪ੍ਰਕਾਰ ਨਹੀਂ। ਸੋ ਜਿਵੇਂ ਲਾਹੌਰ ਤੋਂ ਚੱਲ ਕਰਕੇ ਕਾਨਾ ਆਇਆ ਸੀ ਨਾ ਆਪਣੀ ਬਾਣੀ ਲਿਖਾਉਣ ਵਾਸਤੇ, ਕਹਿਣ ਲੱਗਾ ਉਹੀ ਰੇ ਮੈਂ ਉਹੀ ਰੇ, ਮੈਂ ਉਹੀ ਹੀ ਹਾਂ ਜਿਸ ਨੂੰ ਨਾਰਦ ਸਾਰਦ ਵੇਦ ਪੁਰਾਣ ਇਤਿਆਦਿਕ ਸਾਰੇ ਪੁਕਾਰਦੇ ਨੇ, ਮੈਂ ਉਹੀ ਉਹ ਸੱਚ ਸਰੂਪ ਹਾਂ। ਸਤਿਗੁਰੂ ਜੀ ਨੇ ਬਾਣੀ ਪ੍ਰਵਾਨ ਨਹੀਂ ਸੀ ਕੀਤੀ, ਭਾਈ ਹੈ ਤਾਂ ਬ੍ਰਹਮ ਗਿਆਨ ਪਰ ਹੰਕਾਰ ਦੇ ਸਹਿਤ ਹੈ। ਸਾਧ ਸੰਗਤ ਜੀ ਗੀਤਾ ਦਾ ਸਾਰ ਪੜ੍ਹ ਕੇ ਦੇਖ ਲਵੋ, ਉੱਥੇ ਵੀ ਇਸੇ ਪ੍ਰਕਾਰ ਬਚਨ ਆਉਂਦੇ ਨੇ ਕਿ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਨੇ, ਤੂੰ ਮੇਰੇ ਰਸਤੇ ਤੇ ਚੱਲ ਕੇ ਤਾਂ ਦੇਖ, ਤੇਰੇ ਵਾਸਤੇ ਸਾਰੇ ਰਸਤੇ ਨਾ ਖੋਲ ਦੇਵਾਂ ਤਾਂ ਕਹਿਣਾ। ਜਿਤਨੇ ਉਪਦੇਸ਼ ਨੇ ਸਾਰੇ ਮੈਂ ਨੂੰ ਕਹਿ ਕਰਕੇ ਦਿੱਤੇ ਨੇ, ਇਸ ਕਰਕੇ ਗੁਰੂ ਘਰ ਦੇ ਅੰਦਰ ਇਹ ਮੈਂ ਵਾਲਾ ਜਿਹੜਾ ਉਪਦੇਸ਼ ਪ੍ਰਵਾਨ ਨਹੀਂ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਵੇਂ ਸਮਰੱਥ ਵੀ ਹੋ ਜਾਵੇ, ਬ੍ਰਹਮ ਗਿਆਨੀ ਵੀ ਹੋ ਜਾਵੇ, ਤਿਸ ਦਾ ਰੂਪ ਹੀ ਹੋ ਜਾਵੇ, ਸਦਾ ਆਗਿਆ ਦਾ ਪਾਲਣ ਕਰੇ ਤੇ ਭਾਣੇ ਨੂੰ ਮਿੱਠਾ ਕਰਕੇ ਮੰਨੇ, ਕਦੇ ਮੈਂ ਨਾ ਜਨਾਵੇ। ਇੱਥੇ ਤਾਂ ਤੂੰ ਕਰਦੇ, ਤੂੰ ਦੀ ਪ੍ਰਾਪਤੀ ਕਰਨੀ ਹੁੰਦੀ ਹੈ। ਇੱਥੇ ਤਾਂ ਵਾਸਤਵ ਸਰੂਪ ਦੇ ਵਿੱਚ ਪ੍ਰਤੱਖ ਹਰਿ ਗੁਰੂ ਅਰਜਨ ਦੇਵ ਸਾਹਿਬ ਜੀ ਪਰ ਜਿਸ ਵੇਲੇ ਮੁਖ ਚੋਂ ਬਚਨ ਕਰਨਾ ਕਰਦੇ ਨੇ ਤੇ ਫਰਮਾਵਨਾ ਕਰਦੇ ਨੇ, ਨਾਨਕ ਦਾਸ ਇਹ ਸੁਖ ਮੰਗੈ ਮੂਕਉ ਕਰ ਸੰਤਨ ਕੀ ਧੂਰੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦਾ ਦਾਸ ਆਪ ਤੋਂ ਇਹੋ ਮੰਗ ਕਰਦਾ, ਸਾਨੂੰ ਸੰਤ ਜਨਾਂ ਦੀ ਚਰਨ ਧੂੜੀ ਬਖਸ਼ ਦੇਵੋ। ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਭਾਈ ਇੱਥੇ ਮੈਂ ਪ੍ਰਵਾਨ ਨਹੀਂ, ਇੱਥੇ ਤੂੰ ਪ੍ਰਵਾਨ ਹੈ। ਇੱਥੇ ਹੰਕਾਰ ਪ੍ਰਵਾਨ ਨਹੀਂ, ਇੱਥੇ ਆਗਿਆ ਚ ਰਹਿਣਾ ਪ੍ਰਵਾਨ ਹੈ। ਇੱਥੇ ਹੰਕਾਰ ਦੇ ਸਹਿਤ ਨਹੀਂ ਕਿ ਜੇ ਮੈਂ ਭਾਣਾ ਉਲਟ ਕੇ ਨਾ ਦਿਖਾ ਦੇਵਾਂ, ਐਸੇ ਦਾ ਤੈਸਾ ਕਰਕੇ ਨਾ ਦਿਖਾ ਦੇਵਾਂ ਤੇ ਫਿਰ ਮੇਰੀ ਸ਼ਕਤੀ ਕੈਸੀ ਹੋਈ। ਇੱਥੇ ਐਸੀ ਭਾਵਨਾ ਨਹੀਂ ਚੱਲਦੀ। ਸਾਧ ਸੰਗਤ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਪ੍ਰਚਾਰ ਕਰਿਆ ਕਰਦੇ ਸਨ। ਬ੍ਰਹਮ ਗਿਆਨ ਦੀ ਅਵਸਥਾ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਬਖਸ਼ ਦਿੱਤੀ ਤੇ ਹਿਰਦੇ ਦੇ ਵਿੱਚ ਐਸਾ ਵਿਚਾਰ ਆਵੇ ਜਦੋਂ ਅਜੇ ਬ੍ਰਹਮ ਗਿਆਨ ਦੀ ਅਵਸਥਾ ਨਹੀਂ ਸੀ, ਪਰ ਸਤਿਗੁਰੂ ਜੀ ਦੀਆਂ ਖੁਸ਼ੀਆਂ ਬੜੀਆਂ ਸਨ, ਪ੍ਰਸੰਨਤਾ ਬੜੀ ਸੀ।
ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਵਿਚਾਰ ਆਇਆ ਕਰੇ ਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਮੈਨੂੰ ਸ਼ਕਤੀਆਂ ਬਖਸ਼ ਦੇਣ ਨਾ। ਜਿਤਨੇ ਪੰਥ ਦੇ ਵਿਰੋਧੀ ਨੇ, ਢਾਹ ਲਾਉਣ ਵਾਲੇ ਨੇ, ਕੰਨਾਂ 'ਚ ਮੰਤਰ ਦੇਣ ਵਾਲੇ ਨੇ, ਗੁਰੂ ਕੇ ਪੰਥ ਵਿੱਚ ਪਾੜ ਪਾਉਣ ਵਾਲੇ ਨੇ, ਇਹਨਾਂ ਸਾਰਿਆਂ ਨੂੰ ਖਤਮ ਹੀ ਕਰ ਦਿਆਂ, ਨਸ਼ਟ ਕਰ ਦਿਆਂ, ਜਿਹੜੇ ਗੁਰੂ ਕੇ ਪੰਥ ਵੱਲ ਕੈਰੀ ਅੱਖ ਦੇ ਨਾਲ ਤੱਕਦੇ ਨੇ। ਜਦੋਂ ਇਸ ਪ੍ਰਕਾਰ ਦਾ ਸੰਕਲਪ ਮਨ ਦੇ ਵਿੱਚ ਆ ਗਿਆ ਤੇ ਹਰੀ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਸੰਨਤਾ ਬੜੀ ਹੈ, ਪ੍ਰਗਟ ਹੋਏ ਤੇ ਬਚਨ ਕਰਨਾ ਕੀਤਾ, ਹਰਨਾਮ ਸਿੰਘਾ ਤੇਰੇ ਮਨ ਦਾ ਸੰਕਲਪ ਹੈ ਨਾ ਕਿ ਸਾਨੂੰ ਗੁਰ ਪਰਮੇਸ਼ਰ ਜੀ ਇਤਨੀਆਂ ਸ਼ਕਤੀਆਂ ਦੇਣ ਕਿ ਸਾਰੇ ਪੰਥ ਦੋਸ਼ੀਆਂ ਦਾ ਨਾਸ਼ ਕਰ ਦਈਏ, ਜੜਾ ਪੁੱਟ ਦਈਏ, ਮੂਲੋਂ ਖਤਮ ਕਰ ਦਈਏ। ਤੇ ਗਰੀਬ ਨਿਵਾਜ ਸਾਹਿਬ ਜੀ ਨੇ ਸਮਰੱਥ ਗੁਰੂ ਸਿਰ ਹੱਥ ਧਰਿਓ, ਸੀਸ ਦੇ ਉੱਪਰ ਹੱਥ ਰੱਖ ਦਿੱਤਾ, ਕਹਿਣ ਲੱਗੇ ਲੈ ਹਰਨਾਮ ਸਿੰਘਾ ਆਪਣੀਆਂ ਸਾਰੀਆਂ ਸ਼ਕਤੀਆਂ ਤੈਨੂੰ ਦਿੱਤੀਆਂ, ਜੋ ਕਰਨਾ ਚਾਹੁੰਦਾ ਕਰ ਲੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਬਖਸ਼ ਕਰਕੇ, ਬਖਸ਼ਿਸ਼ਾਂ ਰਹਿਮਤਾਂ ਕਰਕੇ, ਸ਼ਕਤੀਆਂ ਬਖਸ਼ ਕਰਕੇ ਅੰਤਰ ਧਿਆਨ ਹੋ ਗਏ ਤੇ ਬਾਬਾ ਹਰਨਾਮ ਸਿੰਘ ਜੀ ਦੇ ਮਨ ਵਿੱਚ ਫੁਰਨਾ ਆਉਣ ਲੱਗ ਗਿਆ। ਇਵੇਂ ਮਹਿਸੂਸ ਹੋ ਗਏ ਜਿਵੇਂ ਇੱਕ ਮੁੱਠ ਬੰਦ ਕਰਾਂ ਤੇ ਸਾਰੀ ਸ੍ਰਿਸ਼ਟੀ ਨੂੰ ਸਮੇਟ ਦੇਵਾਂ, ਖਤਮ ਕਰ ਦਿਆਂ, ਇੱਕ ਮੁੱਠ ਖੋਲ ਦਿਆਂ ਤੇ ਨਵੀਂ ਸ੍ਰਿਸ਼ਟੀ ਰਚ ਦਿਆਂ, ਨਿਗਾਹ ਭਰ ਕੇ ਤੱਕ ਵੀ ਦਿਆਂ, ਵਹਿੰਦੇ ਦਰਿਆਵਾਂ ਦੇ ਵਹਿਣ ਰੁਕ ਜਾਣ, ਪਾਣੀ ਬਰਫ਼ ਬਣ ਜਾਣ, ਰੁਕ ਜਾਵੇ। ਇਸ ਪ੍ਰਕਾਰ ਜਲ ਤੇ ਥਲ ਕਰਦਿਆਂ, ਥਲ ਤੇ ਜਲ ਕਰਦਿਆਂ, ਕੁਛ ਵੀ ਕਰਨੇ ਦੇ ਸਮਰੱਥ, ਪਹਾੜ ਨੂੰ ਰੂਹ ਦੇ ਫੰਬੇ ਵਾਂਗੂ ਚੁੱਕ ਕੇ ਸੁੱਟਦਿਆਂ, ਇਤਨੀ ਤਾਕਤ ਮਹਿਸੂਸ ਹੋਵੇ ਕਿ ਜੋ ਚਾਹਾਂ ਉਹੀ ਕਰਦਿਆਂ, ਹੁਣ ਰੋਕਣ ਵਾਲਾ ਕੋਈ ਨਹੀਂ। ਪਰ ਮਨ ਦੇ ਵਿੱਚ ਐਸੀ ਭਾਵਨਾ ਬਣ ਆਈ, ਮਨਾ ਇਹ ਸਾਰੀਆਂ ਸ਼ਕਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਨੇ ਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਵੀ ਭਗਵਾਨ ਜੀ ਨੇ, ਗੁਰ ਪਰਮੇਸ਼ਰ ਜੀ ਨੇ, ਕਰਤਾਰ ਨਿਰੰਕਾਰ ਜੀ ਨੇ ਆਪ ਹੀ ਕੀਤਾ। ਜੇ ਨਿਰੰਕਾਰ ਜੀ ਨੂੰ ਇਹਨਾਂ ਨੂੰ ਜਿਉਂਦੇ ਰੱਖਣਾ ਭਾਉਂਦਾ ਤਾਂ ਹੀ ਜਿਉਂਦੇ ਰੱਖਿਆ ਨਾ। ਜੇ ਵਾਹਿਗੁਰੂ ਜੀ ਨੂੰ ਇਹਨਾਂ ਦਾ ਜੀਵਨ ਨਾ ਭਾਉਂਦਾ ਤੇ ਫਿਰ ਵਾਹਿਗੁਰੂ ਜੀ ਮਾਰ ਦਿੰਦੇ। ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹਨਾਂ ਦਾ ਜਿਉਣਾ ਨਾ ਭਾਉਂਦਾ ਤੇ ਸਾਰੀਆਂ ਸ਼ਕਤੀਆਂ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਬਚਨ ਦੇ ਨਾਲ ਹੀ ਸਾਰਿਆਂ ਨੂੰ ਮਾਰ ਦਿੰਦੇ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਹੀਂ ਮਾਰਿਆ ਤੇ ਫਿਰ ਮੈਂ ਮਾਰਨ ਵਾਲਾ ਕੌਣ ਹੁੰਦਾ ਹੈ? ਜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਹੀਂ ਮਾਰਿਆ ਫਿਰ ਅਸੀਂ ਮਾਰਨ ਵਾਲੇ ਕੌਣ ਹੁੰਦੇ ਆ? ਸ਼ਕਤੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ, ਤੇ ਜੇ ਸਾਡੇ ਪਾਸੋਂ ਕਿਸੇ ਪ੍ਰਕਾਰ ਰੰਚਕ ਮਾਤਰ ਵੀ ਦੁਰਵਰਤੋਂ ਹੋ ਗਈ ਤੇ ਮਨਾ ਕਲਗੀਧਰ ਸਾਹਿਬ ਜੀ ਦੇ ਦੇਣਦਾਰ ਹੋ ਜਾਵਾਂਗੇ। ਇਸ ਪ੍ਰਕਾਰ ਵਿਚਾਰ ਆਈ ਨਾ ਜਦੋਂ ਹਿਰਦੇ ਦੇ ਅੰਦਰ, ਤੇ ਸਾਧ ਸੰਗਤ ਜੀ 4 ਦਿਨ ਕਲਗੀਧਰ ਸਾਹਿਬ ਜੀ ਨੂੰ ਆਰਾਧਦਿਆਂ ਤੇ ਸ਼ਕਤੀਆਂ ਨੂੰ ਧਾਰਨ ਕਰਕੇ ਇਹਨਾਂ ਬਚਨਾਂ ਨੂੰ ਸਿਮਰਦੇ ਹੀ ਲੰਘ ਗਏ। ਤੇ 4 ਦਿਨਾਂ ਬਾਅਦ ਫਿਰ ਅਰਦਾਸ ਕੀਤੀ, ਇਹ ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਸਾਹਿਬ ਜੀ ਕਿਰਪਾ ਕਰੋ, ਆਪਣੀਆਂ ਸ਼ਕਤੀਆਂ ਤੁਸੀਂ ਆਪ ਰੱਖ ਲਵੋ, ਇਹਨਾਂ ਸ਼ਕਤੀਆਂ ਨੂੰ ਸਾਂਭਣ ਦੇ ਤੇ ਵਰਤਨ ਦੇ ਆਪ ਜੀ ਹੀ ਸਮਰੱਥ ਤੇ ਯੋਗ ਹੋ, ਮਹਾਰਾਜ ਸਾਡੀ ਯੋਗਤਾ ਨਹੀਂ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਦਰਸ਼ਨ ਦੀਦਾਰ ਦਿੱਤੇ। ਜਿਵੇਂ ਭਾਵਨਾ ਪੂਰੀ ਕਰਨ ਵਾਸਤੇ ਸ਼ਕਤੀਆਂ ਬਖਸ਼ੀਆਂ ਸਨ, ਤਿਵੇਂ ਭਾਵਨਾ ਪੂਰੀ ਕਰਕੇ ਅਰਦਾਸ ਦੇ ਮੁਤਾਬਕ ਸ਼ਕਤੀਆਂ ਵਾਪਸ ਲੈ ਲੈਣਾ ਕੀਤੀਆਂ। ਤੇ ਸੰਤ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਸਾਨੂੰ ਤੇ ਆਗਿਆਕਾਰੀ ਹੋ ਕਰਕੇ ਭਾਣਾ ਮੰਨਣ ਦੀ ਦਾਤ ਹੀ ਬਖਸ਼ੋ ਕਿ ਸ਼ਕਤੀਆਂ ਕਿੰਨੀਆਂ ਵੀ ਆ ਜਾਣ ਪਰ ਸਦਾ ਆਪ ਜੀ ਦੀ ਆਗਿਆ ਵਿੱਚ ਭਾਣੇ ਵਿੱਚ ਹੀ ਰਹੀਏ, ਭਾਣੇ ਨੂੰ ਮਿੱਠਾ ਕਰਕੇ ਮੰਨੀਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੇਅੰਤ ਸ਼ਕਤੀਆਂ ਦੇ ਸਾਗਰ ਹੀ ਧਾਰਨ ਕੀਤੇ ਨੇ, ਤਾਂ ਵੀ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿਵੇਂ ਸਾਧ ਸੰਗਤ ਜੀ ਟੀਚਰ ਬੱਚੇ ਵਾਸਤੇ ਪੂਰਨਾ ਪਾਉਂਦਾ ਨਾ, ਤੇ ਬੱਚਾ ਪੂਰਨਿਆਂ ਨੂੰ ਵੇਖ ਕਰਕੇ ਜਾਂ ਪੂਰਨਿਆਂ ਦੇ ਉੱਤੇ ਉੱਤੇ ਲਿਖਦਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ। ਆਗਿਆ ਵਿੱਚ ਰਹਿਣਾ ਕਿਵੇਂ? ਪ੍ਰਸੰਨ ਚਿੱਤ। ਭਾਣੇ ਦੇ ਵਿੱਚ ਪ੍ਰਸੰਨ ਚਿੱਤ ਕਿਵੇਂ ਰਹਿਣਾ ਹੈ? ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਹੁੰਦੇ ਨਾ ਸਦਾ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਭਾਈ ਭਿਖਾਰੀ ਜੀ ਦੇ ਵਾਂਗੂ ਜੇ ਪੁੱਤ ਦਾ ਵਿਆਹ ਹੋ ਰਿਹਾ ਤੇ ਫਲਾਵਟ ਦੇ ਵਿੱਚ ਨਹੀਂ ਆਉਂਦੇ, ਤੇ ਜੇ ਪੁੱਤ ਚੜਾਈ ਕਰ ਗਿਆ ਫਿਰ ਧਾਹਾਂ ਮਾਰ ਕੇ ਰੋਂਦੇ ਵੀ ਨਹੀਂ, ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਇਸ ਪ੍ਰਕਾਰ ਠਾਕੁਰ ਜੀ ਦਾ ਜਿਹੜਾ ਸੇਵਕ ਹੈ ਸਦਾ ਆਗਿਆ ਦਾ ਪਾਲਣ ਕਰਦਾ ਹੈ, ਆਗਿਆਕਾਰੀ ਹੋ ਕਰਕੇ ਰਹਿਣਾ ਕਰਦਾ ਹੈ ਜੀ। ਠਾਕੁਰ ਕਾ ਸੇਵਕ ਸਦਾ ਪੂਜਾਰੀ, ਜਿਹੜਾ ਠਾਕੁਰ ਦਾ ਸੇਵਕ ਹੈ ਸਦਾ ਹੀ ਪ੍ਰਤੱਖ ਠਾਕੁਰ ਜੀ ਦੀ ਪੂਜਾ ਕਰਦਾ ਹੈ, ਅਰਚਨਾ ਕਰਦਾ ਹੈ, ਸੇਵਾ ਕਰਦਾ ਹੈ। ਇਸੇ ਪ੍ਰਕਾਰ ਨਾਮ ਜਪਣ ਰੂਪੀ ਪੂਜਾ ਕਰਦਾ ਹੈ। ਪੂਜਾ ਕੀਚੈ ਨਾਮ ਧਿਆਈਐ, ਨਾਮ ਜਪਣ ਰੂਪੀ ਪੂਜਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਕਰਦਾ ਹੈ ਤੇ ਆਪਣੇ ਮੁਖ ਦੇ ਵਿੱਚੋਂ ਸਦਾ ਉਚਾਰਦਾ ਰਹਿੰਦਾ ਜੀ ਸਤਨਾਮ ਸ੍ਰੀ ਵਾਹਿਗੁਰੂ। ਇਹ ਵਾਹਿਗੁਰੂ ਜਪਣਾ ਬੜੀ ਵੱਡੀ ਪੂਜਾ ਜੇ। ਨਾਮ ਜਪਣਾ ਸਭ ਤੋਂ ਵੱਡੀ ਪੂਜਾ ਹੈ।
इस प्रकार जपण रूपी पूजा जपाउण रूपी पूजा सदा ही वाहिगुरु जी दे प्यारे करदे रहिंदे हन। ठाकुर के सेवक कै मन प्रतीत। ठाकुर जी दा हरि अकाल पुरख वाहिगुरु जी दा परमात्मा जी दा जो सेवक है, ठाकुर कहिए सारी सृष्टि नूं पैदा करन वाला, सबना दे पेट नूं भरन वाला, प्रत पालना करना वाला ते अंतम समय लैता करने वाला है, सो कहिए ठाकुर। जो ठाकुर जी दा सेवक है, पातशाह जी फरमावना करते हैं, उस दे हिरदे दे अंदर पक्की प्रतीत दृढ़ निश्चा अडोल भरोसा अपने मालिक अपने साहिब जी दे ऊपर ही हुंदा है जी। ठाकुर के सेवक की निर्मल रीत। जो ठाकुर जी दे परमात्मा जी दे हरि अकाल पुरख वाहिगुरु जी दे सेवक ने ना, उन्हां दी जीवन शैली दी रीति बड़ी निर्मल हुंदी है। उन्हां दा जीवन बड़ा निष्कपट अते सरल हुंदा है, सादा हुंदा है। सादा पहनना, सादा छकना ते सादा जीवन बतीत करना, यह निर्मल रीति है। इसे प्रकार नशियां तो दूर रहना, शराबा इत्यादिका तो दूर रहना, यह निर्मल रीति है, मैली रीति है। विषया विच गलतान हो करके अपने धार्मिक जीवन का बेड़ा गर्क कर लेना, इस प्रकार परमार्थ तो वांझे हो जाना, यह मैली रीति है। उन्हां दी रीति बड़ी निर्मल है। इस प्रकार निर्मल नाम है परमात्मा जी का। परमात्मा जी का नाम जपण की रीति उन्हां दी बड़ी निर्मल है। निर्मल परमात्मा जी दे निर्मल नाम दे उपर दृढ़ जिहड़ा भरोसा रखते ने, निश्चा रखते ने, ये उन्हां दी निर्मल बड़ी रीति है। आप निर्मल परमात्मा जी का नाम सदा जपते ने ते सहत प्यार दे दूसरिਆਂ ਨੂੰ जप करके बुलावना करते ने, सतनाम श्री वाहिगुरु। जेड़ा आप जपहो अवरह नाम जपावहो, रहत कहत सहत गुरु सुगत पावहो, ये जिहड़ी रीति है ना, तिन्हां प्यारियां दी अत्यंत निर्मल है। आप नाम जपदे दूसरिਆਂ ਨੂੰ सदा जपाउंदे ने, अत्यंत निर्मल रीति है तिन्हां दी। ठाकुर को सेवक जानै संग। इसे प्रकार निर्मल कहना करिए उज्जल, ये उज्जल प्रकाश रूप रीति है उन्हां दी। मैल तो रहत रीति है उन्हां दी। किसी प्रकार मैल वाला विकार वाला वो जीवन धारण नहीं करते हैं जी। ठाकुर को सेवक जानै संग। गरीब निवाज परमात्मा जी दे परथाए तिन्हां दी भावना कैसी हुंदी है, ते हजूर जी फरमावना करते ने, ऐसी भावना रखते ने वो सेवक कि ठाकुर जी नूं सदा ही अपने अंग संग जानते ने, कदे अपने तो दूर ते जानते नहीं। सदा हिरदे अंदर भावना हुंदी है, मेरे वाहिगुरु जी मेरे अंग संग ने, ताई तां कदे पाप कर्म नहीं करते। मनुख पाप कर्म करदा ही उदों है जदों इसनूं लगदा कि मैनूं वेखदा कोई नहीं। चोरी करेगा तो लुका के करेगा, मंद कर्म करेगा, विचार करेगा तो लुका के करेगा, तो उत्थे जाके करेगा जिथे मन की भावना होवे कि इत्थे मैनूं कोई नहीं देखण वाला। ते जिस दे मन की भावना ही ये है, वाहिगुरु मेरे अंग संग है, गुर परमेश्वर जी मेरे अंग संग ने, मैनूं देख रहे ने, वो किवें चोरी कर सकदा है, वो किवें विचार कर सकदा है। उन्हां दी निर्मल रीति हुंदी है प्यारिओ। वो ठाकुर जी नूं सदा ही अंग संग जानदे ने, मालिक जी नूं हरि परमात्मा जी नूं हर वेले अंग संग ही जानदे ने। अपना रखवाला, अपना सहायक, अपना प्रतिपालक, अपना पिता, अपना माता स्वरूप दे विच तिसनूं सदा ही अंग संग जानना करदे हन। गुर मेरा संग सदा है नाले, अपने तो दूर कदे तिसनूं मन दे अंदर चितवदे भी नहीं हन जी। प्रभु का सेवक नाम कै रंग। जो प्रभु परमात्मा हरि अकाल पुरख वाहिगुरु जी दा सेवक है ना, वो नाम दी प्रीति दे विच नाम दी रंगण दे अंदर सदा ही रंगिया रहिंदा है। उस दे उपर नाम दी रंगण चढ़ी रहिंदी है। इसे प्रकार जिवें साध संगत जी लोकी शरीरां नूं रंग दे नाल रंगदे ने ना, सो उन्हां ने अपने मन नूं परमात्मा जी दे रंग दे नाल रंगिया हुंदा है। जिवें कपड़ियां नूं रंग दे नाल रंगिया जांदा ना, वो नाम दे रंग दे विच, नाम दे प्यार दे विच अपने मन नूं रंग करके रखदे ने। जिवें होली होला रंगां दा त्योहार रंगिया है, जिथे शरीर रंगे गए, कपड़े रंगे गए, सतगुरु जी दा पावन उपदेश होली कीनी संत सेव, जिहड़ी संत जना दी सेवा करनी, ये भी सच्ची होली मनाउणी है। रंग लागा अत लाल देव, हरि अकाल पुरख वाहिगुरु जी दे प्यार दा लाल चूचवा गूढ़ा रंग मन नूं लग जांदा है। लाल रंग तिस कौ लगा जिस के वड भागा, मैला कदे ना होवई नह लागै दागा। इसे प्रकार सतगुरु अर्जन देव सच्चे पातशाह महाराज साहब जी फरमावना करते हैं ना जी, हरि परमात्मा जी का रंग जिस दे मन नूं लग गया, इस युग के अंदर उसनूं सूरमा आख्या जाता है। पातशाह जी फरमावना करते हैं, इस प्रकार
ਉਹਨਾਂ ਦੇ ਜਿਹੜੇ ਮਨ ਨੇ, ਹਿਰਦੇ ਹਨ, ਨਿਰਮਲ ਹੋ ਕਰਕੇ ਸਦਾ ਨਾਮ ਦੀ ਪਿਆਰ ਪ੍ਰੀਤ ਦੇ ਅੰਦਰ, ਨਾਮ ਦੇ ਪਿਆਰ ਦੇ ਅੰਦਰ ਹੀ ਰੰਗੇ ਰਹਿੰਦੇ ਹਨ ਜੀ। ਸੇਵਕ ਕਉ ਪ੍ਰਭ ਪਾਲਨਹਾਰਾ, ਸੇਵਕ ਨੂੰ ਪ੍ਰਮਾਤਮਾ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਸ਼ੁੱਧ ਭੂਮਾ ਸਰੂਪ ਸਦਾ ਹੀ ਪਾਲਣਹਾਰਾ ਹੈ। ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਜਿਵੇਂ ਮਾਤਾ ਛੋਟੀਆਂ ਛੋਟੀਆਂ ਗੁਰਾਈਆਂ ਤੋੜ ਕਰਕੇ ਛੋਟੇ ਬੱਚੇ ਦੇ ਮੁਖ ਵਿੱਚ ਪਾਉਂਦੀ ਹੈ ਨਾ, ਤੇ ਹੌਲੀ ਹੌਲੀ ਛਕਾਉਂਦੀ ਰਹਿੰਦੀ ਏ, ਕਿਤਨਾ ਸਮਾਂ ਲੱਗ ਜਾਵੇ, ਪਰ ਪਿਆਰ ਹੁੰਦਾ ਮਾਂ ਦਾ ਕਿ ਮੇਰਾ ਜਿਹੜਾ ਬੱਚਾ ਉਹ ਢਿੱਡ ਭਰ ਕੇ ਖਾਵੇ, ਰੱਜ ਜਾਵੇ, ਰੱਜ ਕੇ ਛਕੇ ਤੇ ਫਿਰ ਆਨੰਦ ਲੈਣਾ ਕਰੇ, ਫਿਰ ਖੇਡਣਾ ਕਰੇ। ਇਸੇ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਨਾਮ ਦਾ ਭੋਜਨ ਮੁਖ ਦੇ ਵਿੱਚ ਪਾਵਣਾ ਕਰਦੇ ਨੇ। ਪ੍ਰਤੱਖ ਵੀ ਭੋਜਨ ਦੇ ਕਰਕੇ ਨਿਵਾਜਦੇ ਨੇ, ਪਦਾਰਥਾਂ ਦੇ ਨਾਲ ਨਿਵਾਜਦੇ ਨੇ। ਸਰਬਤ ਪ੍ਰਕਾਰ ਮਾਤਾ ਪਿਤਾ ਦੀ ਨਿਆਈ ਹੋ ਕਰਕੇ ਆਪਣੇ ਸੇਵਕਾਂ ਦੀ ਪ੍ਰਮਾਤਮਾ ਜੀ ਪ੍ਰਤ ਪਾਲਣਾ ਕਰਨਾ ਕਰਦੇ ਹਨ ਜੀ। ਸੇਵਕ ਕੀ ਰਾਖੈ ਨਿਰੰਕਾਰਾ, ਆਪਣੇ ਸੇਵਕਾਂ ਦੀ ਨਿਰੰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਆਪ ਲਾਜ ਰੱਖ ਰਹਿੰਦੇ ਨੇ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਬਹੁਤ ਤੇਜ ਪ੍ਰਤਾਪ ਵਧਿਆ ਨਾ ਕਾਂਚੀਪੁਰੀ ਦੇ ਅੰਦਰ, ਤੇ ਸਾਧ ਸੰਗਤ ਜੀ ਜਿਹੜੇ ਪੰਡਿਤ ਲੋਕ ਸਨ, ਹੋਰ ਭੇਖਧਾਰੀ ਸਾਧੂ ਸਨ, ਬੜੀ ਈਰਖਾ ਹੋਈ। ਸਾਡਾ ਸਾਰਾ ਜਨਮ ਲੰਘ ਗਿਆ, ਜ਼ਿੰਦਗੀ ਲੱਗ ਗਈ, ਸਾਨੂੰ ਇੰਨੀ ਵਡਿਆਈ ਨਹੀਂ। ਇਹ ਨੀਵੀਂ ਕੋਲ ਵਾਲਾ ਸ਼ੂਦਰ ਜੁਲਾਹਾ, ਇਸ ਦੀ ਇੰਨੀ ਵਡਿਆਈ ਹੋ ਰਹੀ ਹੈ। ਅਸੀਂ ਉੱਚੀ ਕੋਲ ਵਾਲੇ ਬ੍ਰਾਹਮਣ ਬ੍ਰਹਮਾ ਦੇ ਮੁਖ ਚੋਂ ਪੈਦਾ ਹੋਏ ਆ, ਮੱਥੇ ਸਾਨੂੰ ਟਿਕਣੇ ਚਾਹੀਦੇ ਨੇ, ਪਰ ਰਾਜੇ ਆ ਕੇ ਇਸ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ। ਬੜੀ ਈਰਖਾ ਹੋਈ। ਈਰਖਾ ਦੇ ਨਾਲ ਭੰਡੀ ਕਰਨ ਵਾਸਤੇ ਭਗਤ ਕਬੀਰ ਸਾਹਿਬ ਜੀ ਨੂੰ ਨੀਵਾਂ ਦਿਖਾਉਣ ਵਾਸਤੇ ਇੱਕ ਦਿਨ ਆਪੇ ਹੀ ਨਿਯਤ ਕਰਕੇ ਇਹਨਾਂ ਸਾਧੂਆਂ ਤੇ ਪੰਡਤਾਂ ਨੇ ਤੇ ਦੂਰ ਦੂਰ ਤੱਕ ਸੁਨੇਹੇ ਭੇਜ ਦਿੱਤੇ, ਭਾਈ ਸਾਰੇ ਪੰਥਾਂ ਦੇ ਜਿਤਨੇ ਸਾਧੂ ਮਹਾਤਮਾ ਲੋਕ ਨੇ, ਸਾਰੇ ਜਮਾਤਾਂ ਲੈ ਕਰਕੇ ਆ ਜਾਓ, ਆਪਣੇ ਪੂਰੇ ਪੂਰੇ ਫਿਰਕੇ, ਪੂਰੇ ਪੂਰੇ ਜਥੇ, ਪੂਰੇ ਪੂਰੇ ਜਿਤਨੇ ਵੀ ਤੁਹਾਡੇ ਸਮੁਦਾਇ ਸਮੂਹ ਨੇ, ਸਾਰੇ ਆ ਜਾਓ। ਫਲਾਣੇ ਦਿਨ ਭਗਤ ਕਬੀਰ ਸਾਹਿਬ ਜੀ ਜੱਗ ਕਰ ਰਹੇ ਨੇ। ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ। ਸੈਰ ਕਰਦਿਆਂ ਹੋਇਆਂ ਬਾਹਰ ਆਏ ਨੇ, ਜਦੋਂ ਦੇਖਿਆ ਸਾਧੂ ਤੁਰੇ ਆਉਂਦੇ ਨੇ, ਜਮਾਤਾਂ ਦੀਆਂ ਜਮਾਤਾਂ, ਜਥੇ ਦੇ ਜਥੇ, ਸੈਂਕੜੇ ਸੈਂਕੜੇ ਲੋਕ ਇੱਕ ਇੱਕ ਜਥੇ ਦੇ ਅੰਦਰ, ਕਈ ਜਥੇ, ਕਈ ਹਜ਼ਾਰਾਂ ਲੋਕ ਤੁਰੇ ਆਉਂਦੇ ਨੇ, ਰਣ ਸਿੰਘੇ ਵੱਜਦੇ ਆਉਂਦੇ ਨੇ। ਪੁੱਛਿਆ, ਭਾਈ ਸਾਰੇ ਇਕੱਠੇ ਹੋ ਕੇ ਕਿੱਧਰ ਜਾ ਰਹੇ ਹੋ? ਇਹ ਸਾਰੀਆਂ ਜਮਾਤਾਂ ਕਿੱਧਰ ਜਾ ਰਹੀਆਂ ਨੇ? ਉਹਨਾਂ ਨੂੰ ਕਿਹੜੀ ਭਗਤ ਕਬੀਰ ਸਾਹਿਬ ਜੀ ਦੀ ਪਛਾਣ ਸੀ ਜਿਹੜੇ ਬਾਹਰੋਂ ਆਏ ਸੀ? ਕਹਿਣ ਲੱਗੇ, ਜੀ ਤੁਹਾਨੂੰ ਨਹੀਂ ਪਤਾ, ਕਾਂਚੀਪੁਰੀ ਦੇ ਵਿੱਚ ਭਗਤ ਕਬੀਰ ਜੀ ਵੱਡਾ ਭਾਰੀ ਜੱਗ ਕਰ ਰਹੇ ਨੇ, ਸਾਰੇ ਤਿੰਨਾਂ ਦਾ ਭੰਡਾਰਾ ਛਕਣ ਵਾਸਤੇ ਆਏ ਆ। ਭਗਤ ਕਬੀਰ ਸਾਹਿਬ ਜੀ ਚੁੱਪ ਹੋ ਗਏ, ਕਹਿਣ ਲੱਗੇ ਮਨ ਵਿੱਚ ਸਾਨੂੰ ਤੇ ਕੋਈ ਪਤਾ ਨਹੀਂ। ਚੰਗਾ, ਫਿਰ ਜਿਹੜਾ ਕਬੀਰ ਆ ਆਪੇ ਭੰਡਾਰਾ ਕਰ ਲਵੇਗਾ। ਕਬੀਰ ਦਾ ਅਰਥ ਹੁੰਦਾ ਵੱਡਾ, ਤੇ ਵੱਡਾ ਤੇ ਪਰਮੇਸ਼ਰ ਹੀ ਆ ਨਾ। ਕਹਿਣ ਲੱਗੇ ਮੇਰੀ ਮਾਂ ਤੇ ਕਮਲੀ ਏ, ਮੇਰਾ ਪੱਗ ਦਾ ਨਾਮ ਹੀ ਕਬੀਰ ਰੱਖ ਦਿੱਤਾ, ਅਸਲ ਕਬੀਰ ਤੇ ਪਰਮਾਤਮਾ ਹੈ। ਫਿਰ ਜਿਹੜਾ ਕਬੀਰ ਹੋਵੇਗਾ ਆਪੇ ਭੰਡਾਰਾ ਕਰੇਗਾ, ਸਾਨੂੰ ਕਾਹਦੀ ਚਿੰਤਾ। ਤੇ ਬਾਹਰ ਹੀ ਬੈਠ ਗਏ ਕਿ ਜੇ ਅਸੀਂ ਘਰ ਚਲੇ ਗਏ ਤੇ ਘਰ ਦੇ ਵਿੱਚ ਤੇ ਕਿਲੋ ਆਟਾ ਵੀ ਨਹੀਂ ਕਿ 4 ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਈਏ, ਤੇ ਇੰਨੀਆਂ ਜਮਾਤਾਂ ਨੂੰ ਅਸੀਂ ਕਿਵੇਂ ਛਕਾਉਣਾ? ਹੁਣ ਕਬੀਰ ਦਾ ਕਾਰਜ ਕਬੀਰ ਹੀ ਸਾਂਭੇ। ਤੇ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਲਾ ਐਸੀ ਵਰਤਾਈ, ਇੱਕ ਸਰੂਪ ਰਾਜੇ ਦਾ ਧਾਰਨ ਕੀਤਾ, ਇੱਕ ਭਗਤ ਕਬੀਰ ਜੀ ਦਾ ਧਾਰਨ ਕੀਤਾ। ਹੁਣ ਜਦੋਂ ਰਾਜੇ ਦਾ ਸਰੂਪ ਧਾਰਨ ਕਰ ਲਿਆ ਤੇ ਸੇਵਾਦਾਰ ਤੇ ਨਾਲ ਹੋਣੇ ਹੀ ਸੀ, ਸੈਂਕੜੇ ਹਜ਼ਾਰਾਂ ਸੇਵਾਦਾਰ ਵੀ ਨਾਲ ਆ ਗਏ। ਭਗਤ ਕਬੀਰ ਸਾਹਿਬ ਜੀ ਨੇ, ਰਾਜਾ ਉੱਥੇ ਮੌਜੂਦ ਹੈ, ਇਤਨਾ ਵੱਡਾ ਭਾਰੀ ਜੱਗ ਕੀਤਾ ਜੈਸਾ ਨਾ ਕਦੇ ਕਿਸੇ ਨੇ ਸੁਣਿਆ ਸੀ ਤੇ ਨਾ ਕਦੇ ਦੇਖਿਆ। ਸੋਨੇ ਦੇ ਬਰਤਨ ਸਾਰਿਆਂ ਦੇ ਅੱਗੇ ਰੱਖਣਾ ਕੀਤੇ, ਇਤਨੇ ਜ਼ਿਆਦਾ ਸਵਾਦਲੇ ਸਵਾਦਲੇ ਭੋਜਨ, ਮਠਿਆਈਆਂ, ਰਸਗੁੱਲੇ, ਇਸੇ ਪ੍ਰਕਾਰ ਜਲੇਬੀਆਂ, ਪੂੜੀਆਂ, ਪੂੜੇ, ਸ਼ਾਹੀ ਪਨੀਰ, ਐਸੇ ਪਕਵਾਨ ਜਿਤਨੇ ਇਕੱਠੇ ਕੋਈ ਰਾਜਾ ਵੀ ਨਹੀਂ ਸੀ ਪਰੋਸ ਸਕਦਾ। ਹਰੀ ਅਕਾਲ ਪੁਰਖ ਵਾਹਿਗੁਰੂ ਰਾਜੇ ਨੇ ਸਭਨਾਂ ਦੇ ਅੱਗੇ ਪਰੋਸ ਦਿੱਤੇ, ਸਭਨਾਂ ਨੂੰ ਵੱਡਾ ਭਾਰੀ ਦਾਨ ਦਿੱਤਾ। ਜਿਸ ਵੇਲੇ ਜਾਣ ਲੱਗੇ ਕਹਿਣ ਲੱਗੇ ਖਾਲੀ ਹੱਥ ਨਹੀਂ, ਜਿਨ੍ਹਾਂ ਬਰਤਨਾਂ ਦੇ ਅੰਦਰ ਭੋਜਨ ਛਕਿਆ ਉਹ ਬਰਤਨ ਵੀ ਨਾਲ ਹੀ ਲੈ ਜਾਵੋ। ਤੁਰਨ ਲੱਗੇ ਕਹਿਣ ਲੱਗੇ ਤਾਂ ਵੀ ਪਦਾਰਥਾਂ ਤੋਂ ਬਿਨਾਂ ਖਾਲੀ ਨਹੀਂ ਜਾਣ ਦੇਣਾ। ਜਮਾਤਾਂ ਦੇ ਨਾਲ ਗੱਡਿਆਂ ਦੇ ਗੱਡੇ ਭਰ ਭਰ ਕੇ ਮਠਿਆਈਆਂ ਦੇ ਤੋੜ ਦਿੱਤੇ, ਜਾ ਕਰਕੇ ਵੀ ਛਕਦੇ ਰਹੋ। ਇਸ ਪ੍ਰਕਾਰ ਵੱਡਾ ਭਾਰੀ ਭੰਡਾਰਾ ਕਰ ਦਿੱਤਾ। ਜਿਸ ਵੇਲੇ ਵਾਪਸ ਤੁਰੇ ਜਾਂਦੇ ਨੇ, ਭਗਤ ਕਬੀਰ ਜੀ ਦਾ ਬੜਾ ਜਸ ਕਰਦੇ ਨੇ, ਭਾਈ ਐਸਾ ਮਹਾਨ ਜੱਗ ਤੇ ਕੋਈ ਰਾਜਾ ਮਹਾਰਾਜਾ ਵੀ ਨਹੀਂ ਕਰ ਸਕਦਾ। ਇਹ ਦਿਵਯ ਸਰੂਪ ਰਾਜਾ ਪਤਾ ਨਹੀਂ ਕੌਣ ਸੀ ਜੋ ਭਗਤ ਕਬੀਰ ਜੀ ਦਾ ਸੇਵਾਦਾਰ ਹੋ ਕਰਕੇ ਸੇਵਾ ਕਰ ਰਿਹਾ ਹੈ। ਤੇਜ ਬੜਾ ਪ੍ਰਕਾਸ਼ ਦਾ ਮੁਖ ਤੇ, ਪਰ ਪਤਾ ਨਹੀਂ ਕਿਹੜੇ ਦੇਸ਼ ਦਾ ਰਾਜਾ ਹੋਵੇਗਾ। ਭਗਤ ਕਬੀਰ ਜੀ ਨੇ ਪੁੱਛਿਆ, ਭਾਈ ਇਹ ਗੱਡੇ ਭਰ ਕੇ ਕਿੱਥੋਂ ਲਈ ਆਉਂਦੇ ਹੋ? ਕਹਿਣ ਲੱਗੇ ਤੁਹਾਨੂੰ ਨਹੀਂ ਪਤਾ, ਕਾਂਚੀਪੁਰੀ 'ਚ ਤੁਸੀਂ ਵਸਦੇ ਹੋ। ਕਾਂਚੀ ਦੇ ਵਿੱਚ ਭਗਤ ਕਬੀਰ ਜੀ ਨੇ ਵੱਡਾ ਭਾਰੀ ਜੱਗ ਕੀਤਾ, ਭੰਡਾਰਾ ਕੀਤਾ।
ਭਗਤ ਕਬੀਰ ਜੀ ਆਏ ਨੇ, ਆ ਕਰਕੇ ਤਕਣਾ ਕੀਤਾ ਹੈ, ਵਾਹਿਗੁਰੂ ਜੀ ਨੇ ਨਿਹਾਰਿਆ, ਚਰਨੀ ਪੈ ਗਏ ਤੇ ਬਚਨ ਕਰਨਾ ਕੀਤਾ ਹੈ। कबीर ना हम किया ना करेगे ना किश करै शरीर, क्या जानो किश हर किया भयो कबीर कबीर। ना असीं कीता ना करन जोगे ते ना कदे कर सकांगे। की पता परमात्मा जी नूं की मन दे अंदर मौज आई ते ऐसियां खुशियां वरता दित्तियां। जो किश कीता रब ने कीता ते कबीर कबीर नाम साडा हो गया, पर करता परमात्मा ही है। इस प्रकार अपने प्यारियां दी सब जगह ते लाज रखदे ने। हर जुग जुग भगतो पाया पैज रखदा आया राम राजे, हर नाखस दुष्ट हर मारिया प्रहलाद तराया। इसे प्रकार आप सेवक को निकटी हुए दिखावै, जह जह काज किरत सेवक की ताहा ताहा उठतावै। जिथे भी गुरसिख याद करते ने, संगला दीप दे विच बेड़ा डुबदा है, सतगुरु नानक देव साहब जी जा करके मोढा ला करके तार देंदे ने। मखण शाह लुबाणे दा बेड़ा डुबदा है, सतगुरु तेग बहादुर सच्चे पातशाह जी मोढा ला करके तार देंदे ने। अपने सेवकां दे डुबदे बेड़े भी आप लग रख लैंदे ने, अपने सेवकां दी लाज भी आप रख लैंदे ने, लोक परलोक दे अंदर वडियाई भी आप बख्शदे ने ते अपने सेवकां नूं जम्मन मरण तो भी कृपालता करके आप ही रख लेना करते हैं हरि परमात्मा जी। सो सेवक जिस दया प्रभ धारै। महाराज फिर तां सारिਆਂ ਨੂੰ सेवक बन जाना चाहिए है। पातशाह जी फरमाउंदे ने भाई, जिस दे उपर प्रभु परमात्मा हरि अकाल पुरख वाहिगुरु जी अपनी दया दृष्टि कर देंदे ने, कृपालता कर देंदे ने, मिहर वरता देंदे ने ना, ओही हरि अकाल पुरख वाहिगुरु जी दा सेवक बन सकता है। सेवक ओही बनदा जिस दे उपर हरि अकाल पुरख वाहिगुरु जी दया दृष्टि धारण करते ने। वाहिगुरु जी दी दया दृष्टि तो बिना वाहिगुरु दा सेवक, गुर परमेश्वर दा सेवक ते संत जना दा सेवक भी नहीं बन सकता है कोई। नानक सो सेवक सास सास समारै। पर जिस दे उपर हरि परमात्मा अकाल पुरख वाहिगुरु जी अपनी दया दृष्टि कर देंदे ने, उस दी पछाण ये हुंदी है प्यारिओ सिखो, ਉਹ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਦਮ ਪ੍ਰਤੀ ਦਮ ਵਾਹਿਗੁਰੂ ਨੂੰ ਜਪਦਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਭਾਈ ਉਹ ਸੇਵਕ ਆਉਂਦੇ ਜਾਂਦੇ ਸਾਹਾਂ ਦੇ ਨਾਲ, ਸਵਾਸ ਸਵਾਸ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਕਰਦਾ ਹੈ। अपने जन का पर्दा ढाकै। अपने सेवक जना दा पर्दा हरि अकाल पुरख वाहिगुरु जी आप ही ढक लेंदे ने। किसी प्रकार दा कोई दोष लग जावे, दूषणबाजी हो जावे, झूठा दोष रोपिया जावे, उंगलां उठदियां होण, पर्दा ढक लेंदे ने। घर दे विच गरीबी होवे इत्यादक तां भी पर्दा ढक लेंदे ने। सतगुरु सच्चे पातशाह गुरु हरगोबिंद साहब जी ने भाई पल्ले दा पर्दा ढक लिया सी ना। सतगुरु साहब गुरु हरगोबिंद साहब जी सिखां दे समेत आए ने। थोड़ा जिहा आटा है, माता ने प्रशादे पकाए ने, तौड़ी विच थोड़ी जी दाल बनाई है, सारे पिंड वाले इकट्ठे होके आ गए। गुरु जी आए ने, चलो प्रशादा छक के आउने आ। पल्ले दे पासों भोजन छकाया नहीं जाना ते इसदी बेइज्जती होवेगी ते इसदा निरादर करांगे। सतगुरु हरगोबिंद साहब जी ने बचन करना कीता, प्रशादियां ते कपड़ा पा दिओ, तौड़ी दा सारा मुख नंगा नहीं करना, मूंह ढक दिओ, दाल वरताई जाओ, प्रशादे वरताई जाओ। ते पिंड वालियां भी सलाह करनी, भाई जिन्ने 2 छकने ने 4 छकिओ, जिसने 4 छकने ने 6 छकिओ, अज रज रज के छको, भाई पल्ले नूं बेइज्जत करना है। पर सतगुरु हरगोबिंद साहब जी ने ऐसी कला वरताई, सारे पिंड निवासियों ने उपरंत सिखां ने भाई पल्ले दे बेनती करने ते सतगुरु हरगोबिंद साहब सच्चे पातशाह जी ने भी भोजन छक लिया। ना प्रशादे मुके ते ना तौड़ी दे विचों दाल मुकी। इस प्रकार गरीब नवाज सच्चे पातशाह बरकतां पा देंदे ने। अपने सेवकां दे आप ही पर्दे ढक लेना करदे हन जी। इसे प्रकार जिन्हां नूं तारना हुंदा है, बेअंत गुनाह हुंदे ने, छिद्र हुंदे ने, दोष हुंदे ने, वाहिगुरू जी नाम वडियाई रूपी पल्ला पा करके सारे अवगुणां नूं ढक के अपने सेवकां नूं तारदे ने। अपने सेवकां दे हरि परमात्मा जी आप ही पर्दे ढक लेना करदे ने। प्रेम पटोला तैसह दिता ढकन कूपत मेरी। प्रेम रूपी बस्तर दे नाल, प्रेम दे नाल जपे हुए नाम दे सदका सतगुरु जी पर्दे ढक लैंदे हन जी। अपने सेवक की सर पर राखै। अपने सेवक दी सर पर जरूर बर जरूर इज्जत लाजपत सतगुरु जी रख लेना करदे ने।
ਆਪਣੇ ਸੇਵਕ ਨੂੰ ਬੇਇੱਜ਼ਤ ਨਹੀਂ ਹੋਣ ਦਿੰਦੇ, ਬੇਪਰਦ ਕਦੇ ਨਹੀਂ ਹੋਣ ਦਿੰਦੇ, ਜਿਵੇਂ ਭਾਈ ਪੱਲੇ ਤੇ ਭਗਤ ਕਬੀਰ ਸਾਹਿਬ ਜੀ ਨੂੰ ਨਹੀਂ ਹੋਣ ਦਿੱਤਾ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਦਾਸਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਸ਼ਚੈ ਦੇ ਸਹਿਤ ਜਾਣਨਾ ਕਰੋ, ਨਾਮ ਦੀ ਵਡਿਆਈ ਦਿੰਦੇ ਨੇ, ਸਰੂਪ ਰੂਪ ਦੀ ਪ੍ਰਾਪਤੀ ਦੀ ਵਡਿਆਈ ਦਿੰਦੇ ਨੇ। ਜਿੱਥੇ ਪੂਰੇ ਜਗਤ ਦੇ ਅੰਦਰ ਵਡਿਆਈ ਦਿੰਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਵੀ ਮਾਣ ਵਡਿਆਈ ਦਿੰਦੇ ਨੇ। ਐਸੇ ਗੁਰ ਪਰਮੇਸ਼ਰ ਹਰੀ ਪਰਮੇਸ਼ਰ ਜੀ ਆਪਣੇ ਦਾਸਾਂ ਨੂੰ ਸਭ ਜਗ੍ਹਾ ਤੇ ਵਡਿਆਵਣਾ ਕਰਦੇ ਨੇ, ਬਖਸ਼ਿਸ਼ਾਂ ਦੇ ਵੀ ਭੰਡਾਰੇ ਭਰ ਦਿੰਦੇ ਹਨ ਜੀ। ਆਪਣੇ ਸੇਵਕ ਕੋ ਨਾਮ ਜਪਾਈ, ਤੇ ਗੁਰ ਪਰਮੇਸ਼ਰ ਜੀ ਹੋ ਕਰਕੇ ਪਰਮ ਪਿਤਾ ਪਰਮਾਤਮਾ ਜੀ ਆਪਣੇ ਸੇਵਕਾਂ ਨੂੰ ਉਪਦੇਸ਼ ਦੇ ਕਰਕੇ ਆਪ ਹੀ ਨਾਮ ਜਪਾ ਲੈਣਾ ਕਰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਦਾ ਮਿਲਾ ਕਰਕੇ ਆਪ ਹੀ ਨਾਮ ਜਪਾ ਲੈਣਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰ ਪਰਮੇਸ਼ਰ ਜੀ ਦੀ ਵਡਿਆਈ ਹੈ। ਤੇ ਇਸ ਦੀ ਦਾਤ ਤੋਂ ਬਿਨਾਂ ਸਾਧ ਸੰਗਤ ਤੇ ਸਾਧ ਸੰਗਤ ਦੇ ਦੁਆਰਾ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਹ ਦਾਤਾ ਵਾਹਿਗੁਰੂ ਜੀ ਆਪ ਬਖਸ਼ਿਸ਼ ਕਰਨਾ ਕਰਦੇ ਹਨ ਜੀ। ਆਪਣੇ ਸੇਵਕ ਕੀ ਆਪ ਪਤ ਰਾਖੈ, ਆਪਣੇ ਨਿਸ਼ਕਾਮ ਸੇਵਕਾਂ ਦੀ ਹਰੀ ਪ੍ਰਮਾਤਮਾ ਜੀ ਪਰਮੇਸ਼ਰ ਜੀ ਆਪ ਹੀ ਲਾਜਪਤ ਦਰਗਾਹ ਦੇ ਅੰਦਰ ਵੀ ਤੇ ਇਸ ਲੋਕ ਦੇ ਅੰਦਰ ਵੀ ਰੱਖ ਲੈਣਾ ਕਰਦੇ ਹਨ। ਇਸ ਪ੍ਰਕਾਰ ਪਤ ਸਾਰੇ ਪਰਦੇ ਵੀ ਆਪ ਢੱਕਦੇ ਨੇ ਤੇ ਪਤ ਆਬਰੋ ਵੀ ਆਪ ਰੱਖ ਲੈਣਾ ਕਰਦੇ ਹਨ ਜੀ। ਤਾ ਕੀ ਗਤ ਮਿਤ ਕੋਈ ਨਾ ਲਾਖੈ, हे ਪਿਆਰਿਓ, ਤੇ ਇਸ ਹਰੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਗਤ ਚਾਲ ਤੇ ਮਿਤ ਮਰਿਆਦਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ ਉਸੇ ਤੋਂ ਬਿਨਾਂ। ਤੇ ਇਸ ਦੀ ਜਿਹੜੀ ਗਤ ਪ੍ਰਾਪਤੀ ਕਰਨੀ ਹੈ ਨਾ, ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਕੋਈ ਨਹੀਂ ਜਾਣ ਸਕਦਾ। ਜਿਹੜਾ ਵਾਹਿਗੁਰੂ ਜੀ ਨੂੰ ਭਾ ਜਾਂਦਾ ਉਸ ਨੂੰ ਆ ਕੇ ਆਪ ਮਿਲ ਜਾਂਦੇ ਨੇ, ਜਿਸ ਨੂੰ ਮਿਲਣਾ ਪਾਉਂਦਾ ਉਸ ਨੂੰ ਮਿਲ ਲੈਂਦੇ ਨੇ, ਜਿਸ ਨੂੰ ਤਾਰਨਾ ਪਾਉਂਦਾ ਤੇ ਇਸ ਨੂੰ ਤਾਰ ਦਿੰਦੇ ਨੇ, ਜਿਸ ਦੀ ਪੱਤ ਆਬਰੋ ਰੱਖਣੀ ਪਾਉਂਦੀ ਹੈ ਤੇ ਇਸ ਦੀ ਪੱਤ ਆਬਰੋ ਆਪ ਹੀ ਰੱਖ ਲੈਂਦੇ ਨੇ। ਜਦੋਂ ਤਾਰਨ ਤੇ ਆਉਂਦੇ ਨੇ ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਪਾਰ ਉਤਾਰੈ, ਪਸ਼ੂਆਂ ਨੂੰ ਪ੍ਰੇਤਾਂ ਨੂੰ ਪੱਥਰਾਂ ਨੂੰ ਮੂਰਖਾਂ ਨੂੰ ਸਭਨਾਂ ਨੂੰ ਤਾਰ ਲੈਣਾ ਕਰਦੇ ਹਨ। ਕਿਸ ਕਿਸ ਨੂੰ ਤਾਰ ਦੇਣਾ, ਉਸ ਦੀ ਚਾਲ ਅਤੇ ਮਰਿਆਦਾ ਨੂੰ ਗਤ ਮਿਤ ਨੂੰ ਤੇ ਇਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਇਸ ਵਾਹਿਗੁਰੂ ਜੀ ਦੇ ਦਰ ਘਰ ਵਿਖੇ ਨਾਮ ਦੇ ਜਪਣ ਵਾਲਿਆਂ ਦਾ ਸਤਿਕਾਰ ਕੈਸਾ ਹੈ। ਹਜ਼ੂਰ ਫਰਮਾਵਦੇ ਨੇ ਐਸਾ ਉੱਚਾ ਮੁਰਾਤਬਾ ਹੁੰਦਾ ਉਹਨਾਂ ਦਾ, ਐਸੀ ਉੱਚੀ ਪਦਵੀ ਹੁੰਦੀ ਹੈ ਉਹਨਾਂ ਦੀ, ਪ੍ਰਭੂ ਜੀ ਦੇ ਸੇਵਕਾਂ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ। ਚਾਹੇ ਕੋਈ ਮੁਖੀਆ ਹੋ ਜਾਵੇ, ਧਨਾਢ ਹੋ ਜਾਵੇ, ਰੂਪ ਵਾਲਾ ਹੋਵੇ, ਉੱਚੀ ਕੁਲ ਵਾਲਾ ਹੋਵੇ, ਰਾਜਾ ਹੋਵੇ, ਮਹਾਰਾਜਾ ਹੋਵੇ, ਛਤਰਪਤੀ ਬਾਦਸ਼ਾਹ, ਕੁਲ ਪ੍ਰਿਥਵੀ ਦਾ ਮਾਲਕ ਵੀ ਕਿਉਂ ਨਾ ਹੋਵੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ। ਪ੍ਰਭੂ ਦੇ ਸੇਵਕ ਦੇ ਸਦਰਸ਼ ਹੋਰ ਕੋਈ ਵੀ ਨਹੀਂ ਪੁੱਜ ਸਕਦਾ ਹੈ। ਸਭ ਤੋਂ ਉੱਚਾ ਮੁਰਾਤਬਾ ਵਾਹਿਗੁਰੂ ਜੀ ਦੇ ਸੰਤ ਜਨਾਂ ਦਾ, ਭਗਤਾਂ ਦਾ, ਪਿਆਰਿਆਂ ਦਾ, ਪ੍ਰੇਮੀਆਂ ਦਾ, ਨਾਮ ਦੇ ਰਸੀਆਂ ਦਾ ਹੀ ਹੈ ਜੀ। ਪ੍ਰਭ ਕੇ ਸੇਵਕ ਊਚ ਤੇ ਊਚੇ, ਜਿਹੜੇ ਪ੍ਰਭੂ ਪਰਮਾਤਮਾ ਜੀ ਦੇ ਸੇਵਕ ਨੇ ਨਾ, ਉਹ ਉੱਚਿਆਂ ਤੋਂ ਵੀ ਉੱਚੇ ਨੇ। ਇਸੇ ਪ੍ਰਕਾਰ ਮਾਤ ਲੋਕ ਚੋਂ ਉੱਚਾ ਕਿਹਾ ਜਾਂਦਾ ਸਵਰਗ, ਸਵਰਗ ਵਿੱਚ ਵਸਦੇ ਨੇ ਦੇਵਤੇ ਜੋ ਉੱਚੇ ਕਹੇ ਜਾਂਦੇ ਨੇ। ਪ੍ਰਭੂ ਜੀ ਦੇ ਸੇਵਕ ਦੇਵਤਿਆਂ ਤੋਂ ਵੀ ਉੱਚੇ ਨੇ। ਉਹਨਾਂ 33 ਕਰੋੜ ਦੇਵਤੇ ਜੋ ਬ੍ਰਹਮਾ ਜੀ ਦੇ ਸੰਕਲਪ ਦੇ ਨਾਲ ਅਜਾਨ ਸੰਗਿਆ ਕਰਕੇ ਪ੍ਰਗਟ ਹੋਏ ਨੇ, ਉਹਨਾਂ ਤੋਂ ਉੱਚੇ ਨੇ 3 ਦੇਵਤੇ, ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ, ਜਿਹੜੇ ਉੱਚਿਆਂ ਤੋਂ ਉੱਚੇ ਦੇਵਤੇ ਕਹੇ ਜਾਂਦੇ ਨੇ। ਪਰਮਾਤਮਾ ਜੀ ਦੇ ਸੇਵਕ ਇਹਨਾਂ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਤੋਂ ਵੀ ਉੱਚੇ ਨੇ। ਇਹਨਾਂ ਦਾ ਜਿਹੜਾ ਮੁਰਾਤਬਾ ਹੈ ਪਿਆਰਿਓ, ਇਹ ਤਿੰਨਾਂ ਦੇਵਤਿਆਂ ਤੋਂ ਵੀ ਵੱਡਾ, ਉਚੇਰਾ ਤੇ ਸਨਮਾਨਯੋਗ ਹੈ। ਜੋ ਪ੍ਰਭ ਆਪਣੀ ਸੇਵਾ ਲਾਇਆ, ਸੋ ਗਰੀਬ ਨਿਵਾਜ ਫਿਰ ਸੇਵਾਦਾਰ ਹੋ ਕਰਕੇ ਸੇਵਾ ਕਰਦੇ ਕੌਣ ਨੇ? ਐਸੇ ਸੇਵਾਦਾਰ ਬਣਦੇ ਕੌਣ ਹਨ ਜੀ? ਹਜ਼ੂਰ ਫਰਮਾਉਂਦੇ ਹਨ, ਜੋ ਪ੍ਰਭੇ ਭੱਬੇ ਨੂੰ ਸਿਹਾਰੀ ਹੈ ਪ੍ਰਭੂ ਨੇ। ਜਿਨ੍ਹਾਂ ਸੇਵਕਾਂ ਨੂੰ ਪ੍ਰਭੂ ਪ੍ਰਮਾਤਮਾ ਜੀ ਨੇ ਆਪਣੀ ਨਦਰੇ ਅਨਾਇਤ ਕਰਕੇ, ਕਿਰਪਾਲਤਾ ਮਿਹਰ ਬਖਸ਼ਿਸ਼ ਕਰਕੇ ਆਪਣੀ ਸੇਵਾ ਦੇ ਵਿੱਚ ਆਪ ਲਾ ਲਿਆ ਹੋਇਆ ਹੈ। ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਫਰਮਾਵਣਾ ਕਰਦੇ ਨੇ, ਭਾਈ ਉਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੇਵਕ ਹੋਇਆ ਜਿਸ ਨੂੰ ਆਪ ਸੇਵਾ ਦੇ ਵਿੱਚ ਲਾ ਲਿਆ। ਤੇ ਜਿਸ ਨੂੰ ਆਪ ਸੇਵਾ ਦੇ ਵਿੱਚ ਲਾ ਲਿਆ ਤੇ ਇਸ ਨੂੰ ਫਿਰ ਦਹਿ ਦਿਸ ਪ੍ਰਗਟਾਇਆ। 10 ਹੀ ਦਿਸ਼ਾਵਾਂ ਦੇ ਵਿੱਚ, ਉੱਤਰ, ਦੱਖਣ, ਪੂਰਬ, ਪੱਛਮ, 4 ਦਿਸ਼ਾਵਾਂ, 4 ਇਹਨਾਂ ਦੇ ਕੋਨੇ, ਇੱਕ ਦਿਸ਼ਾ ਹੇਠਲੀ, ਦੂਸਰੀ ਦਿਸ਼ਾ ਉੱਪਰ ਵਾਲੀ। 10 ਹੀ ਦਿਸ਼ਾਵਾਂ ਦੇ ਵਿੱਚ
ਆਪਣੇ ਪਿਆਰਿਆਂ ਦਾ ਪ੍ਰਤਾਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਪ੍ਰਗਟ ਕਰ ਦਿੱਤਾ ਹੈ। ਸਤਜੁਗ ਕਦੋਂ ਦਾ ਲੰਘ ਗਿਆ ਹੈ, ਪਰ ਭਗਤ ਪ੍ਰਹਿਲਾਦ ਜੀ, ਭਗਤ ਧਰੂ ਜੀ ਦਾ ਜਸ ਜਿਵੇਂ ਜਿਵੇਂ ਸਮਾਂ ਵੱਧਦਾ ਜਾਂਦਾ, ਲੰਘਦਾ ਜਾਂਦਾ, ਤਿਵੇਂ ਤਿਵੇਂ ਵੱਧਦਾ ਹੀ ਜਾਂਦਾ ਹੈ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਧੰਨਾ ਜੀ ਜਦੋਂ ਸਰੀਰ ਕਰਕੇ ਮੌਜੂਦ ਸਨ, ਓਨੀ ਪ੍ਰਸਿੱਧੀ ਉਦੋਂ ਨਹੀਂ ਸੀ ਜਿੰਨਾ ਜਸ ਅੱਜ ਹੈ। ਇਸ ਪ੍ਰਕਾਰ ਦਿਨ ਪ੍ਰਤੀ ਦਿਨ ਸਮੇਂ ਦੀ ਸੰਗਿਆ ਕਰਕੇ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਦਸੇ ਹੀ ਦਿਸ਼ਾਵਾਂ ਦੇ ਵਿੱਚ ਪ੍ਰਗਟ ਕਰ ਦਿੱਤਾ ਹੈ। ਅੱਜ ਕਿਸੇ ਨੂੰ ਪੁੱਛ ਲਓ ਕਿ ਤੇਰੇ ਦਾਦੇ ਦਾ ਕੀ ਨਾਮ ਸੀ, ਕਿਸੇ ਨੂੰ ਨਹੀਂ ਪਤਾ ਹੋਵੇਗਾ। ਪਰ ਭਗਤ ਕਬੀਰ ਜੀ, ਬਾਬਾ ਫਰੀਦ ਸਾਹਿਬ ਜੀ ਸਦੀਆਂ ਪਹਿਲਾਂ ਹੋਏ ਨੇ, 10-10 ਸਦੀਆਂ ਲੰਘ ਗਈਆਂ ਬਾਬਾ ਫਰੀਦ ਸਾਹਿਬ ਜੀ ਵਰਗਿਆਂ ਨੂੰ, ਪਰ ਬਾਬਾ ਫਰੀਦ ਸਾਹਿਬ ਜੀ ਦਾ ਨਾਮ ਸਭਨਾਂ ਨੂੰ ਪਤਾ ਹੈ। ਇਹ ਨਾਮ ਦੀ ਵਡਿਆਈ ਹੈ। ਤਿੰਨਾਂ ਦੇ ਨਾਮ ਨੂੰ ਦਸਾਂ ਹੀ ਦਿਸ਼ਾਵਾਂ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਗਟ ਕਰ ਦਿੱਤਾ ਹੋਇਆ। ਭਾਈ ਐਸੀ ਨਾਮ ਦੀ ਵਡਿਆਈ ਹੈ, ਨਾਮੀ ਪ੍ਰਮਾਤਮਾ ਜੀ ਦੀ ਵਡਿਆਈ ਹੈ, ਤੇ ਨਾਮੀ ਦਾ ਨਾਮ ਜਪਣ ਵਾਲੇ ਪਿਆਰਿਆਂ ਦੀ, ਸੰਤਾਂ ਦੀ, ਭਗਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ, ਨਾਮ ਰਸੀਆਂ ਦੀ ਵਡਿਆਈ ਹੈ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਧ ਸੰਗਤ ਜੀ ਇਸ ਪ੍ਰਕਾਰ ਪਾਵਨ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਦੀ ਵਰਖਾ ਕਰ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ 17ਵੀਂ ਅਸ਼ਟਪਦੀ ਦੀਆਂ 4 ਪੌੜੀਆਂ ਦੀ ਕਥਾ ਵਿਚਾਰ ਅੱਜ ਅਖਰੀ ਰੂਪ ਦੇ ਵਿੱਚ ਆਪ ਜੀ ਦੇ ਨਾਲ, ਆਪ ਜੀ ਦੇ ਸਮਕਸ਼ ਪ੍ਰਗਟ ਕੀਤੀ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ। ਆਪ ਜੀ ਦੇ ਦਰ ਵਿਖੇ ਹਾਜ਼ਰੀ ਭਰਦਿਆਂ ਹੋਇਆਂ, ਆਪ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੀ ਸਾਧ ਸੰਗਤ ਵੀ ਬਖਸ਼ਣਯੋਗ ਹੈ, ਕਿਰਪਾਲਤਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ। ਜਿਵੇਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਾਇਆ, ਅੱਗੇ ਵੀ ਆਪ ਜੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਰਹੋਗੇ ਜੀ। ਪਾਵਨ ਗੁਰਬਾਣੀ ਦੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार, हे निर्गुण सब टेक। हे गोविंद हे गुण निधान, जाकै सदा विवेक। हे अपरंपर हर हरे हह पीहू अनहार। हे संतह का सदा संग, निधारा आधार। हे ठाकुर हो दासुर, मैं निर्गुण गुण नहीं कोई। नानक दीजै नाम दान, राखो हिया परोई। आई प्रभ सरनागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतर पार। जो सरदा कर सेव दे, गुर पार उतार नहार। कथा निता प्रत होत है, सुनो सो सिंह सुजान। नानक गुरु गोविंद सिंह जी, सदा करे कल्याण। नानक गुरु गोविंद सिंह जी, सदा करे कल्याण। वाहिगुरु जी का खालसा, वाहिगुरु जी की फतेह। गाज के जयकारा जावे, सो निहाल हो जावे। सत श्री अकाल। गुरबर अकाल देग तेग फतह। गुरु पंथ खालसे दे चढ़दी कला रखनी। सच्चे पातशाह जी महाराज।